ਕਹਿੰਦੇ ਕੈਨੇਡਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਜਿਹਨਾਂ ਦੇ ਕੋਲ ਜਾ ਕੇ ਬੈਠੀਏ ਤਾਂ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਕਿ ਬਹੁਤੀ ਵਾਰੀ ਨਾ ਪੱਖੀ ਲੱਗਦੀਆਂ। ਜੇ ਨਵਾਂ ਬੰਦਾ ਕੋਈ ਕੱਲ੍ਹ ਜਹਾਜ਼ੋਂ ਉਤਰਿਆ ਹੋਵੇ ਤਾਂ ਇੱਥੇ ਪਾਰਕ ਦੇ ਵਿੱਚ ਆ ਕੇ ਬਹਿ ਜਾਵੇ ਤਾਂ ਉਹਨੂੰ ਐਂ ਲੱਗੂਗਾ ਕਿ ਮੈਂ ਪਾਕਿਸਤਾਨ, ਸ਼੍ਰੀਲੰਕਾ ਜਾਂ ਕਿਸੇ ਉਸ ਦੇਸ਼ ਤੋਂ ਤਾਂ ਨਹੀਂ ਆ ਗਿਆ ਜਿਹਦੀ ਇਕੋਨਮੀ ਢਹਿ ਢੇਰੀ ਹੋ ਗਈ ਹੈ, ਜਿੱਥੇ ਲੋਕਾਂ ਦਾ ਰਹਿਣਾ ਔਖਾ ਹੋ ਗਿਆ ਹੈ, ਜਿੱਥੇ ਸ਼ਾਇਦ ਲੋਕਾਂ ਨੂੰ ਰੋਟੀ ਖਾਣੀ ਵੀ ਜਿਹੜੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਈ ਹੈ। ਹਾਲਾਂਕਿ ਜਦੋਂ ਆਲੇ ਦੁਆਲੇ ਨਿਕਲ ਕੇ ਦੇਖੀਏ ਤਾਂ ਮੌਕੇ ਬਥੇਰੇ ਨੇ, ਕਈ ਕੁਛ ਲੱਗਦਾ ਹੈ, ਪਰ ਇਹ ਹਾਲਾਤ ਨੇ। ਪੰਜਾਬੀ ਭਾਈਚਾਰਾ ਇਸ ਤਰ੍ਹਾਂ ਦੀਆਂ ਚਰਚਾਵਾਂ ਦੇ ਵਿੱਚ ਹੈਗਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਇਸ ਵੇਲੇ ਬਰੈਂਪਟਨ ਸਟੂਡੀਓ ਤੋਂ ਤੁਹਾਡਾ ਸਵਾਗਤ ਕਰਦਾ, ਟੋਰਾਂਟੋ ਸਟੂਡੀਓ ਤੋਂ। ਅਤੇ ਮੇਰੇ ਨਾਲ ਸਤਪਾਲ ਸਿੰਘ ਜੌਹਲ ਸਾਹਿਬ ਨੇ, ਅਤੇ ਸਤਪਾਲ ਸਿੰਘ ਜੌਹਲ ਸਾਹਿਬ ਜਾਣ ਪਛਾਣ ਉਹਨਾਂ ਦੀ ਸਾਰਿਆਂ ਨਾਲ ਹੈ ਅਤੇ ਸਾਰਿਆਂ ਦੀ ਉਹਨਾਂ ਨਾਲ ਹੈ। ਇਸ ਵੇਲੇ ਪੀਲ ਜਿਹੜੇ ਸਕੂਲ ਬੋਰਡ ਦੇ ਉਹ ਟਰਸਟੀ ਨੇ, ਪੀਲ ਸਕੂਲ ਡਿਸਟ੍ਰਿਕਟ ਬੋਰਡ ਜਿਹੜਾ, ਉਹਦੇ ਟਰਸਟੀ ਵੀ ਨੇ, ਪਰ ਉਹ ਇੱਕ ਛੋਟਾ ਦਾਇਰਾ ਮੈਨੂੰ ਲੱਗਦਾ ਹੁੰਦਾ। ਇਹਦੇ ਤੋਂ ਬਿਨਾਂ ਉਹਨਾਂ ਦੇ ਕੋਲੇ ਜਿਹੜਾ ਭਾਰਤ ਦਾ ਤਜਰਬਾ, ਫਿਰ ਸਵਿਟਜ਼ਰਲੈਂਡ ਦਾ ਤਜਰਬਾ, ਫਿਰ ਕੈਨੇਡਾ ਦਾ ਤਜਰਬਾ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇੱਕ ਜਰਨਲਿਜ਼ਮ ਦਾ ਤਜਰਬਾ। ਅਤੇ ਉਹਨਾਂ ਨੇ ਉਹ ਸਮਾਂ ਦੇਖਿਆ ਜਦੋਂ ਫੈਕਸ ਵੀ ਕਈ ਵਾਰੀ ਟੇਢੀ ਮੇਢੀ ਚਲੇ ਜਾਂਦੀ ਹੁੰਦੀ ਸੀ ਤਾਂ ਅਗਲੇ ਟੈਲੀਫੋਨ ਕਰਕੇ ਕਹਿੰਦੇ ਸੀ ਦੁਬਾਰਾ ਕਰੋ, ਅਤੇ ਅੱਜ ਕੱਲ੍ਹ ਤਾਂ ਹੁਣ ਸਿੱਧਾ ਹੀ ਲਾਈਵ ਕਈ ਵਾਰੀ ਹੋ ਜਾਂਦਾ। ਜੌਹਲ ਸਾਹਿਬ ਸਤਿ ਸ਼੍ਰੀ ਅਕਾਲ, ਮੈਂ ਸੱਚ ਕਿਹਾ ਜੀ? ਬਿਲਕੁਲ ਪਰਮਵੀਰ ਬਾਠ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ। ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਔਰ ਬਹੁਤ ਚੰਗਾ ਲੱਗ ਰਿਹਾ ਕਿ ਇੱਥੇ ਬਰੈਂਪਟਨ ਦੇ ਵਿੱਚ ਬੈਠ ਕੇ ਅੱਜ ਪਰਮਵੀਰ ਬਾਠ ਹੋਣਾ ਨਾਲ ਇਹ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਚੈਨਲ 'ਤੇ ਗੱਲਬਾਤ ਹੋ ਰਹੀ ਆ। ਸੋ ਥੈਂਕ ਯੂ ਤੁਹਾਡਾ ਜੀ, ਬਹੁਤ ਮਿਹਰਬਾਨੀ। ਜੌਹਲ ਸਾਹਿਬ, ਮੈਂ ਸਿੱਧਾ ਸਟੀਕ ਸਵਾਲ ਕਰਨਾ। ਪਾਸਪੋਰਟ ਪੰਜਾਬ 'ਚ ਲੋਕਾਂ ਨੇ ਜੇਬ 'ਚ ਪਾਏ ਹੋ ਆ, ਕਈਆਂ ਦੇ ਪਾਸਪੋਰਟ ਅੰਬੈਸੀ 'ਚ ਪਏ ਆ, ਕਈਆਂ ਦੇ ਕੰਸਲਟੈਂਟ ਦੇ ਟੇਬਲ 'ਤੇ ਪਏ ਆ ਜੀ, ਅਤੇ ਕਈ ਉਡੀਕਦੇ ਆ ਕਿ ਮੁੰਡਾ ਕੁੜੀ 18 ਦੇ ਹੋ ਜਾਣ ਫਿਰ ਬਣਾ ਲਈਏ ਪਾਸਪੋਰਟ। ਉਹਨਾਂ ਦੇ ਦਿਮਾਗ 'ਚ ਪਾਸਪੋਰਟ ਆ, ਸਾਰਿਆਂ ਦੇ ਨਹੀਂ ਪਰ ਬਹੁਤ ਗਿਣਤੀ ਦੇ। ਅਤੇ ਜਦੋਂ ਇੱਧਰਲੇ ਪਾਸਿਓਂ ਕਿਤੇ ਗੱਲ ਚੱਲਦੀ, ਹਲਚਲ ਹੁੰਦੀ ਹੈ ਜੀ, ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ। ਮੈਂ ਸਤਪਾਲ ਸਿੰਘ ਜੌਹਲ ਸਾਹਿਬ ਦੀ ਨਜ਼ਰ ਦੇ ਵਿੱਚ ਉਹਨਾਂ ਦੇ ਐਨਕ ਦੇ ਸ਼ੀਸ਼ੇ ਦੇ ਵਿੱਚੋਂ ਦੇਖਣਾ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਨੌਕਰੀਆਂ ਹੈ ਨਹੀਂ, ਕੀ ਕੈਨੇਡਾ ਦੇ ਵਿੱਚ ਮੌਕੇ ਹੈ ਨਹੀਂ, ਕੀ ਕੈਨੇਡਾ ਦਾ ਸੁਹੱਪਣ ਖਤਮ ਹੋ ਗਿਆ, ਕੀ ਨਿਆਗਰਾ ਫਾਲ ਦਾ ਪਾਣੀ ਮੁੱਕ ਗਿਆ, ਜਾਂ ਬੈਂਫ ਵਾਲੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਦੀ ਖੂਬਸੂਰਤੀ ਖਤਮ ਹੋ ਗਈ। ਜਾਣੀ ਗੱਲ ਕੀ ਆਪਣੇ ਭਾਈਚਾਰੇ 'ਚ ਚਰਚਾ ਬੜੀ ਹੈ। ਦੇਖੋ ਪਰਮਵੀਰ ਜੀ, ਵੀ ਇਸ ਤਰ੍ਹਾਂ ਕਿ ਸਾਰੀ ਦੁਨੀਆ ਹੁਣ ਆਪਾਂ ਦੇਖੀ ਹੈ, ਉਹ ਮੈਂ ਸਮਝਦਾ ਜੀ ਕਿ ਜਿਹੜਾ ਸਾਡਾ ਇਹ ਸੋਚਾਂ ਦਾ ਸਮੁੰਦਰ ਹੈ ਜੀ, ਉਹਦੇ ਵਿੱਚ ਹੀ ਸਾਡਾ ਨਰਕ ਜਾਂ ਸਵਰਗ ਹੈ। ਉਹਦੇ ਵਿੱਚ ਹੀ ਇਹ ਜੇ ਸਾਡੀ ਸੋਚ ਸੀ ਠੀਕ ਹੈ, ਸਾਡਾ ਕੰਮ ਠੀਕ ਹੈ, ਸਾਡਾ ਜੀਵਨ ਸਵਰਗ ਵੱਲ ਨੂੰ ਚੱਲਦਾ, ਯਾਨੀ ਅਸੀਂ ਕਿਸੇ ਬੁਲੰਦੀ ਨੂੰ ਛੂਹਣ ਵਾਲੇ ਪਾਸੇ ਨੂੰ ਤੁਰ ਪੈਂਦੇ ਹਾਂ। ਪਰ ਜੇ ਸਾਡੇ ਸਿਰ ਦੇ ਵਿੱਚ ਕੋਈ ਕ੍ਰਿਮੀਨਲ ਐਲੀਮੈਂਟ ਹੈ ਅਤੇ ਉਹਦੇ ਨਾਲ ਫਿਰ ਸਾਡਾ ਜਿਹੜਾ ਜੀਵਨ ਆ ਨਿਵਾਣਾ ਵੱਲ ਨੂੰ ਤੁਰ ਪੈਂਦਾ, ਭਾਵ ਕਿ ਨਰਕ ਵੱਲ ਨੂੰ ਤੁਰ ਪੈਂਦਾ। ਸੋ ਇਹ ਹੁਣ ਧਰਤੀ ਤਾਂ ਮੈਂ ਸਾਰਾ ਸੰਸਾਰ, ਤੁਸੀਂ ਵੀ ਬਹੁਤ ਜਗ੍ਹਾ 'ਤੇ ਗਏ ਹੋ, ਦੇਖ ਕੇ ਇਹ ਮਹਿਸੂਸ ਕੀਤਾ ਕਿ ਸਾਰੀ ਜਗ੍ਹਾ 'ਤੇ ਇੱਕੋ ਜਿਹੀ ਮਿੱਟੀ ਹੈ, ਇੱਕੋ ਜਿਹੀ ਹਵਾ ਆਪਣੇ ਆਪ ਦੇ ਵਿੱਚ। ਇਹ ਧਰਤੀ ਟੁਕੜਿਆਂ ਦੇ ਵਿੱਚ ਵੰਡ ਲਈ, ਕੋਈ ਇੰਡੀਆ ਹੋ ਗਿਆ, ਕੋਈ ਅਫਗਾਨਿਸਤਾਨ ਹੋ ਗਿਆ, ਕੋਈ ਗਾਂ ਇੱਧਰ ਕੈਨੇਡਾ ਹੋ ਗਿਆ, ਕੋਈ ਕੁਛ ਹੋ ਗਿਆ। ਸੋ ਲੇਕਿਨ ਕਿ ਲੈ ਦੇ ਕੇ ਕਿ ਕੁਦਰਤ ਦੀ ਰਚਨਾ ਇਹ ਧਰਤੀ ਇੱਕ ਹੈ ਜੀ। ਉਹ ਕਿਸੇ ਇੱਕ ਧਰਤੀ ਦੇ ਟੁਕੜੇ 'ਤੇ ਰਹਿਣ ਵਾਲੇ ਲੋਕਾਂ ਦੇ ਜਿਸ ਤਰ੍ਹਾਂ ਦੇ ਕੰਮ ਆ, ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚਣੀ ਹੈ, ਜਿਸ ਤਰ੍ਹਾਂ ਦੀ ਉਹਨਾਂ ਦੀ ਵਿਉਂਤਬੰਦੀ ਹੈ, ਜੋ ਉਹਨਾਂ ਦੀ ਦਿਮਾਗੀ ਹਾਲਤ ਹੈ, ਉਸ ਦੇ ਅਨੁਕੂਲ ਜਿਹੜਾ ਉਸ ਧਰਤੀ ਦੇ ਟੁਕੜੇ 'ਤੇ ਤੁਹਾਨੂੰ ਜੀਵਨ ਸਿਰਜਿਆ ਮਿਲਦਾ ਹੈ। ਹੁਣ ਇਹ ਕੈਨੇਡਾ ਵਰਗਾ ਦੇਸ਼, US ਵਰਗਾ ਦੇਸ਼ ਕਰੋੜਾਂ ਲੋਕਾਂ ਨੂੰ ਬਾਕੀ ਦੇਸ਼ਾਂ 'ਚ ਸਵਰਗ ਜਾਪਦਾ ਹੈ ਜੀ। ਹੁਣ ਇੱਥੇ ਦੇ ਲੋਕਾਂ ਦੀ ਕੋਈ ਵਿਸ਼ੇਸ਼ਤਾ ਰਹੀ ਹੋਏਗੀ ਜਿਨ੍ਹਾਂ ਦੇ ਕੰਮ ਦੀ ਉਹ ਮਹਿਕ ਦੁਨੀਆ ਭਰ ਦੇ ਵਿੱਚ ਗਈ ਹੈ ਕਿ ਇਹਨਾਂ ਨੂੰ ਕਿਸੇ ਨੂੰ ਜਾ ਕੇ ਢੋਲ ਵਜਾ ਕੇ ਦੱਸਣਾ ਨਹੀਂ ਪੈਂਦਾ ਵੀ ਸਾਡੇ ਮੁਲਕ ਬੜੇ ਕਮਾਲ ਦੇ ਆ, ਇੱਥੇ ਆ ਜਾਓ। ਦੁਨੀਆ ਆਪੇ ਹੀ ਜਾਣੀ ਕਿ ਵੀ ਜੀ ਜਹਾਜ਼ ਦੇ ਟਾਇਰਾਂ ਵਿੱਚ ਜਗ੍ਹਾ ਮਿਲ ਜੇ ਉੱਥੇ ਬਹਿਣ ਨੂੰ ਤਿਆਰ ਹੈ। ਕੋਈ ਕੰਧਾਂ ਕੋਲੇ ਟੱਪਣੇ ਪੈ ਜਾਣ ਉਹ ਤਿਆਰ ਹੈ। ਜੇ ਸਾਨੂੰ ਸਮੁੰਦਰ 'ਚ ਡੁੱਬ ਕੇ ਮਰਨ ਦਾ ਰਿਸਕ ਲੈਣਾ ਪੈ ਜੇ ਅਸੀਂ ਉਹਦੇ ਲਈ ਤਿਆਰ ਹਾਂ। ਜੇ ਸਾਨੂੰ ਕਿਸੇ ਟਰੱਕ ਦੇ ਪਿੱਛੇ ਆਪਣੀ ਜਾਨ ਰਿਸਕ ਦੇ ਵਿੱਚ ਪਾਉਣੀ ਪੈ ਗਈ ਅਸੀਂ ਉਹਦੇ 'ਚ ਆਉਣ ਨੂੰ ਤਿਆਰ ਹਾਂ। ਅਸੀਂ ਨਕਲੀ ਵਿਆਹ ਕਰਾਉਣ ਨੂੰ ਤਿਆਰ ਹਾਂ। ਪਹਿਲੀਆਂ 'ਚ ਨਕਲੀ ਵਿਆਹ ਦੀ ਗੱਲ ਚੱਲਦੀ ਸੀ, ਰਿਸ਼ਤੇਦਾਰੀਆਂ ਪਰਿਵਾਰਾਂ 'ਚ ਵਿਆਹ ਦੀ ਗੱਲ ਚੱਲਦੀ ਸੀ। ਹੁਣ ਸਮਾਂ ਬਦਲਦਿਆਂ ਅਸੀਂ ਜਾਣ ਕੇ ਕੰਟਰੈਕਟ ਮੈਰਿਜ ਦੀ ਕਾਰਡ ਕੱਢ ਲਈ ਹੋਈ ਹੈ। ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਮੁਲਕਾਂ ਦੇ ਲੋਕਾਂ ਦੇ ਕੰਮ ਦੀ ਮਹਿਕ ਸੰਸਾਰ 'ਚ ਇਸ ਕਦਰ ਪਰਮਵੀਰ ਜੀ ਫੈਲੀ ਹੋਈ ਹੈ ਕਿ ਲੋਕ ਜਾਨਾਂ ਤਲੀਆਂ 'ਤੇ ਲਈ ਫਿਰਦੇ ਆ ਕਿ ਅਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਈਏ ਜੀ। ਅੱਛਾ, ਜੇ ਸਿੱਧੀ ਤਰ੍ਹਾਂ ਕੰਮ ਹੋ ਗਿਆ ਤਾਂ ਵੀ, ਤੇ ਨਹੀਂ ਤੇ ਫਿਰ ਜਾਨ ਤਲੀ 'ਤੇ ਗੱਲ ਵਾਲੀ। ਕਹਿਣ ਦਾ ਮਤਲਬ ਇਹ ਆ ਵੀ ਇੱਥੇ ਆ ਕੇ
ਜੇ ਫਰਜ਼ ਕੀਤਾ ਵੀ ਕੰਮ ਅਸੀਂ ਉਹ ਨਹੀਂ ਰੱਖਿਆ ਜਿਹਦੇ ਨਾਲ ਕਿ ਸਾਡਾ ਜੀਵਨ ਨੰਬਰ 1 ਹੋਣ ਵਾਲੇ ਪਾਸੇ ਨੂੰ ਤੁਰ ਪਏ, ਜਿਸ ਤਰ੍ਹਾਂ ਦੀ ਸਾਨੂੰ ਸੰਗਤ ਮਿਲ ਗਈ ਉਸ ਦੀ ਰੰਗਤ ਅਸੀਂ ਗ੍ਰਹਿਣ ਕਰ ਲਈ, ਆਪਣੀ ਕੋਈ ਚੰਗਿਆਈ ਦੀ ਰੰਗਤ ਕਿਸੇ ਤੇ ਚਾੜ ਨਾ ਸਕੇ, ਕਿਸੇ ਦੀ ਬੁਰਾਈ ਜਿਹੜੀ ਉਹ ਗ੍ਰਹਿਣ ਕਰਕੇ ਆਪਣਾ ਜੀਵਨ ਨਿਵਾਣਾ ਵੱਲ ਨੂੰ ਲੈ ਗਏ, ਤੇ ਫਿਰ ਸਾਨੂੰ ਜਿੱਥੇ ਇਸ ਤਰ੍ਹਾਂ ਦੇ ਕੰਮਕਾਰ ਕਰਨ ਵਾਲੇ ਲੋਕ ਵੱਧ ਜਾਣਗੇ, ਜਿਸ ਇਲਾਕੇ ਦੇ ਵਿੱਚ ਮਤਲਬ ਉਹਨਾਂ ਕੰਮਾਂ ਦੀ ਬਦਬੂ ਫੈਲਣੀ ਸ਼ੁਰੂ ਹੋ ਜਾਏਗੀ, ਉੱਥੇ ਉਹ ਧਰਤੀ ਦਾ ਟੁਕੜਾ, ਉੱਥੇ ਦਾ ਜੀਵਨ ਵਿਗੜਿਆ ਹੋਇਆ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਤੁਸੀਂ ਜਰਾ ਆਹ ਮੌਂਟਰੀਅਲ ਤੋਂ, ਟੋਰਾਂਟੋ ਤੋਂ, ਸਰੀ ਤੋਂ 200-300 ਕਿਲੋਮੀਟਰ ਬਾਹਰ ਨੂੰ ਚਲੇ ਜਾਓ ਜੀ, ਅਜੇ ਵੀ ਕੈਨੇਡਾ ਬੜਾ ਖੂਬਸੂਰਤ ਹੈ, ਕੁਝ ਵੀ ਨਹੀਂ ਵਿਗੜਿਆ ਉੱਥੇ। ਲੋਕ ਸਾਨੂੰ ਦੱਸਦੇ ਵੀ ਅਸੀਂ ਤਾਲੇ ਵੀ ਨਹੀਂ ਲਾਉਂਦੇ ਜੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਮੁਲਕ ਜੇ ਆਪਰਚੁਨਿਟੀ ਦਿੰਦੇ ਹੈ, ਉਸ ਆਪਰਚੁਨਿਟੀ ਦਾ ਅਸੀਂ ਸਦ ਉਪਯੋਗ ਕਰਦੇ ਹਾਂ ਕਿ ਦੁਰ ਉਪਯੋਗ ਕਰਦੇ ਹਾਂ, ਉਹਦੇ ਆਧਾਰ ਤੇ ਉਸ ਇਲਾਕੇ 'ਚ ਉਹੋ ਜਿਹੇ ਜੀਵਨ ਦੀਆਂ ਬਾਤਾਂ ਸੁਣਨ ਨੂੰ ਮਿਲਦੀਆਂ ਜੀ। ਤੇ ਹੁਣ ਕੈਨੇਡਾ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਬਾਤਾਂ ਸੁਣਨ ਨੂੰ ਮਿਲਦੀਆਂ ਨੇ ਕਿ ਕੈਨੇਡਾ ਬੜਾ ਬਦਲ ਗਿਆ ਕਿਉਂਕਿ ਉੱਥੇ ਦੇ ਆਸ-ਪਾਸ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਦਾ ਸ਼ਾਇਦ ਦਿਮਾਗੀ ਤਵਾਜ਼ਨ ਬਦਲ ਗਿਆ ਜੀ, ਵੀ ਉਹਨਾਂ ਦੀ ਸੋਚ ਦੇ ਵਿੱਚ ਫਰਕ ਆਇਆ ਤਾਂ ਗੱਲ ਅੱਗੇ ਗਈ ਆ। ਦੇਸ਼ ਤਾਂ ਉਹੀ ਹੈ ਕਿਉਂਕਿ ਕ੍ਰਿਮੀਨਲ ਐਲੀਮੈਂਟ ਕਰਕੇ ਆ ਨਾ, ਜਿੱਥੇ ਲੋਕ ਅੱਛੇ ਕੰਮ ਕਰਨ ਵਾਲੇ ਵੱਧ ਹੈ ਉੱਥੇ ਤੁਹਾਨੂੰ ਖੁਸ਼ਬੂ ਆਉਂਦੀ ਹੈ ਵੀ ਬਹੁਤ ਵਧੀਆ ਮੁਲਕ ਹੈ ਜੀ। ਹੁਣ ਕੈਨੇਡਾ ਸਦੀਆਂ ਤੋਂ, ਦਹਾਕਿਆਂ ਤੋਂ ਨੰਬਰ 1 ਆਪਣੇ ਆਪ ਨੂੰ ਬਣਾ ਕੇ ਰੱਖ ਰਹੇ ਆ। ਕਿਤੇ ਨਹੀਂ, ਹੁਣ ਕਈ ਕੌਮਾਂ ਹੁੰਦੀਆਂ ਵੀ ਅਸੀਂ ਦੱਸਣ ਜਾਣਾ ਜੀ ਦੂਜੀਆਂ ਕੌਮਾਂ ਨੂੰ ਕਿ ਭਈ ਅਸੀਂ ਆਹ ਹੁੰਨੇ ਆ ਜੀ। ਤੁਸੀਂ ਕਦੀ ਦੇਖਿਆ ਵੀ ਇਹ ਕਿਸੇ ਨੂੰ ਦੱਸਣ ਜਾਣ ਵੀ ਅਸੀਂ ਕੌਣ ਹੁੰਨੇ ਆ? ਇਹ ਕੰਮ ਕਰੀ ਜਾਂਦੇ ਆ ਇਮਾਨਦਾਰੀ ਦੇ ਨਾਲ ਸਖਤ ਮਿਹਨਤ, ਤੇ ਉਹਦਾ ਸਿੱਟਾ ਸਾਹਮਣੇ ਆ ਹੀ ਜਾਂਦਾ ਹੈ। ਹੁਣ ਸ਼ਾਇਦ ਆ ਜਿੱਥੇ ਉੱਥੇ ਮੱਖੀਆਂ ਨੇ ਆ ਹੀ ਜਾਣਾ, ਜਿੱਥੇ ਗੋੜੇ ਆ ਜਾਂ ਜੋ ਵੀ ਜਿੱਥੇ ਮਿੱਠੀ ਜਗ੍ਹਾ ਹੈ ਉੱਥੇ ਭਿਣਕ ਜਿਹੜੀ ਉਹ ਪੈਣੀ ਆ। ਸੋ ਹੁਣ ਇੱਥੇ ਮਿੱਠਾ ਕੈਨੇਡਾ ਅਮਰੀਕਾ 'ਚ ਤੇ ਲੋਕਾਂ ਨੂੰ ਲੱਗਦਾ ਵੀ ਅਸੀਂ ਉੱਥੇ ਚਲੇ ਜਾਈਏ, ਪਰ ਜੇ ਆ ਕੇ ਉੱਥੇ ਆਪਣਾ ਕੰਮ, ਆਪਣੀ ਸੋਚ ਖੂਬਸੂਰਤ ਨਹੀਂ ਰੱਖੀ ਜੀ, ਤੇ ਫਿਰ ਉਸ ਕਹਿ ਲਓ ਵੀ ਉਸ ਜੋ ਵੀ ਅਸੀਂ ਉਸ ਆਪਣੀ ਬੁੱਧੀ ਦੇ ਨਾਲ ਕਰਾਂਗੇ ਉਸ ਕੰਮ ਦੇ ਬਦਬੂ ਫੈਲੇਗੀ, ਤੇ ਉਹ ਬਦਬੂ ਆਲੇ ਦੁਆਲੇ ਦੇ ਵਿੱਚ ਫੈਲੀ ਹੋਈ ਕਰਕੇ ਸਾਨੂੰ ਲੱਗਦਾ ਵੀ ਕੈਨੇਡਾ ਬਦਲਿਆ ਹੋਇਆ। ਨਹੀਂ ਤੇ ਕੈਨੇਡਾ ਤੇ ਦੁਨੀਆ ਭਰ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਭੂਗੋਲਿਕ ਪੱਖੋਂ ਧਰਤੀ ਦਾ ਦੂਸਰਾ ਵੱਡਾ ਦੇਸ਼ ਹੈ, ਕੋਈ ਛੋਟੀ ਮੋਟੀ ਗੱਲ ਥੋੜ੍ਹਾ ਹੈ। ਇਸ ਮੁਲਕ ਦੇ ਵਿੱਚ ਵਿਸ਼ਾਲ ਇਲਾਕੇ ਆ, ਧਰਾਤਲ ਹੈ। ਕਈ ਥਾਵਾਂ ਤੁਸੀਂ ਐਸੀਆਂ ਦੇਖੋਗੇ ਕਿ ਅਜੇ ਤੁਹਾਨੂੰ ਉੱਥੇ ਜਾ ਕੇ ਲੱਗੇਗਾ ਵੀ ਕਿਸੇ ਮਨੁੱਖ ਨੇ ਤੇ ਕਦੇ ਪੈਰ ਹੀ ਨਹੀਂ ਪਾਇਆ, ਇੰਨਾ ਵਿਸ਼ਾਲ ਦੇਸ਼ ਹੈ। ਸੋ ਇਸ ਕਰਕੇ ਮਤ ਇਹ ਸਮਝਿਆ ਕਿ ਕੈਨੇਡਾ ਖਤਮ ਹੋ ਗਿਆ, ਕੈਨੇਡਾ ਦੇ ਵਿੱਚ ਹੁਣ ਉਹ ਗੱਲ ਨਹੀਂ ਰਹੀ। ਇਹ ਹੋ ਸਕਦਾ ਵੀ ਕੁਝ ਇਲਾਕਿਆਂ ਦੇ ਵਿੱਚ ਆਬਾਦੀ ਦੀ ਕੁਰਬਲ ਇਸ ਤਰੀਕੇ ਦੇ ਨਾਲ ਅਸੀਂ ਵਧਾ ਲਈ ਹੋਵੇ, ਹਾਂਜੀ, ਅਨਿਯਮਿਤ ਤੌਰ ਤੇ ਉੱਥੇ ਕੁਝ ਲੋਕਾਂ ਦੇ ਕੰਮ ਜਿਹੜੇ ਬੇਢੱਬੇ ਹੋਣ, ਆਪੋ ਤਾਪੀ ਜਿਹੜੀ ਹੁਣ ਅਸੀਂ ਕਹਿੰਦੇ ਹੁੰਦੇ ਆ ਕਿ ਜੀ ਵੀ ਅਸੀਂ ਕੈਨੇਡਾ ਜਾਣਾ, ਇੰਗਲੈਂਡ ਜਾਣਾ, ਯੂਰਪ ਜਾਣਾ, ਅਮਰੀਕਾ ਜਾਣਾ, ਟੈਚੀ ਵੀ ਨਵੇਂ ਲੈ, ਉਹ 'ਚ ਕੱਪੜੇ ਵੀ ਨਵੇਂ ਪਾ, ਆਪ ਵੀ ਨਹਾ ਧੋ ਕੇ ਸਰੀਰ 'ਤੇ ਵੀ ਕੱਪੜੇ ਨਵੇਂ ਪਾ, ਪਰ ਉਹ ਜਿਹੜਾ ਕਰਨ ਵਾਲਾ ਕੰਮ ਸੀ ਉਹ ਨਹੀਂ ਕੀਤਾ ਜਹਾਜ਼ ਦੇ ਵਿੱਚ ਬੈਠਣ ਤੋਂ ਪਹਿਲਾਂ, ਕਿ ਆਪਣੇ ਸਿਰ ਦੇ ਹਾਲਾਤ, ਉਹ ਜਿਹੜੀ ਬੁੱਧੀ ਆ ਜਿਹਦੇ ਕਰਕੇ ਉੱਥੇ ਜੀਵਨ ਬੜਾ ਅਸਤ ਵਿਅਸਤ ਸੀ, ਆਪੋ ਧਾਪੀ ਵਾਲੀ ਮਾਨਸਿਕਤਾ ਸੀਗੀ, ਬੇਈਮਾਨੀਆਂ ਦੀਆਂ ਸਕੀਮਾਂ ਸਿਰਾਂ ਦੇ ਵਿੱਚ ਉਪਜਦੀਆਂ ਸੀਗੀਆਂ। ਪਰ ਜੇ ਹੁਣ ਸਿਰ ਦੇ ਵਿੱਚ ਉਹ ਸਾਰੀਆਂ ਸੋਚਾਂ ਤੁਸੀਂ ਨਵੇਂ ਸਮਾਨ ਦੇ ਨਾਲ ਇੰਪੋਰਟ ਕਰ ਲਈਆਂ, ਉਹ ਨਵਾਂ ਸਮਾਨ ਤੁਸੀਂ ਲਿਆਓ ਨਾ ਲਿਆਓ, ਪਰ ਕੋਈ ਨਵੀਂ ਸੋਚ ਲੈ ਕੇ ਆਓ ਤੇ ਧਰਤੀ ਦੇਸ਼ ਬਦਲੇ ਦਾ ਤਾਂ ਕੋਈ ਅਰਥ ਬਣਦਾ। ਬਿਲਕੁਲ ਠੀਕ ਹੈ ਜੀ। ਇੱਕ ਜੋਲ ਸਾਹਿਬ ਮੈਨੂੰ ਨਾਲ ਹੋਰ ਵੀ ਦੱਸਿਓ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਨੇ ਪੰਜਾਬੀ ਕੈਨੇਡਾ ਦੇ ਵਿੱਚ ਜੀ, ਆ ਪਿੱਛੇ 700 ਵਿਦਿਆਰਥੀਆਂ ਦਾ ਮਸਲਾ ਬੜਾ ਵੱਡਾ ਭਖਿਆ, ਕਿੰਨਿਆਂ ਨੂੰ ਡਿਪੋਰਟ ਕੀਤਾ ਗਿਆ, ਕਿੰਨੇ ਡਿਪੋਰਟ ਹੋਣ ਦੇ ਕੰਢੇ ਤੇ ਸੀ। ਫਿਰ ਬੜੀ ਚਰਚਾ ਚੱਲੀ ਕਿ ਕੈਨੇਡਾ ਦੇ ਵਿੱਚ ਧਰਨੇ ਥੋੜ੍ਹੀ ਲੱਗਦੇ ਹੁੰਦੇ ਆ, ਤੁਸੀਂ ਧਰਨੇ ਲਾਉਣੇ ਸ਼ੁਰੂ ਕਰਤੇ। ਕਈ ਸਰਕਾਰਾਂ ਤੱਕ ਗੱਲ ਪਹੁੰਚੀ। ਜਿਹੜੇ ਬੱਚੇ ਆਉਣ ਨੂੰ ਤਿਆਰ ਬੈਠੇ ਆ, ਅਸੀਂ ਨਹੀਂ ਕਹਿੰਦੇ ਕਿ ਜ਼ਰੂਰ ਆਓ, ਪਰ ਜੇ ਕਿਸੇ ਦਾ ਮਨ ਕਰਦਾ, ਜੇ ਕਿਸੇ ਨੇ ਧਾਰ ਹੀ ਰਿਹਾ, ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣ ਆਉਣ ਤੋਂ ਪਹਿਲਾਂ ਕਿ ਉਹਨਾਂ ਦੇ ਨਾਲ ਕੋਈ ਠੱਗੀ, ਕੋਈ ਧੋਖਾਧੜੀ ਨਾ ਹੋ ਸਕੇ। ਜਿਹੜੇ ਇੱਥੇ ਹੁਣ ਤੰਗ ਪਰੇਸ਼ਾਨ ਹੁੰਦੇ ਸੀ, ਉੱਦਾਂ ਦੀ ਤੰਗੀ ਹੋਰ ਬੱਚਿਆਂ ਨੂੰ ਨਾ ਆਵੇ, ਕਿਉਂਕਿ ਨਾਲ ਆਪਾਂ ਇਹ ਗੱਲ ਮੰਨ ਕੇ ਚੱਲਣਾ ਕਿ ਉਹਨਾਂ ਦੇ ਮਾਂ-ਬਾਪ ਹੋ ਸਕਦਾ ਖੇਤੀਬਾੜੀ ਕਰਦੇ ਆ, ਹਾਂਜੀ, ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਉਹ ਵੈਬਸਾਈਟ ਅਜੇ ਨਹੀਂ ਚੈੱਕ ਕਰ ਸਕਦੇ, ਉਹ ਕੈਨੇਡਾ ਦੇ ਵਿੱਚ ਲਾਅ 'ਚ ਕੀ ਤਬਦੀਲੀ ਹੋਈ ਹੈ ਉਹ ਨਹੀਂ ਪਤਾ ਕਰ ਸਕਦੇ। ਹਰ ਇੱਕ ਬੰਦੇ ਦੇ ਆਪਣਾ ਪੱਧਰ ਹੈ, ਹਾਂਜੀ, ਕਿ ਉਹ ਪਿੰਡਾਂ ਦੇ ਬੱਚੇ ਜਿਹੜੇ ਸਾਡੇ ਤੁਹਾਡੇ ਪਿੰਡਾਂ ਦੇ ਬੱਚੇ ਆ, ਜਿਹੜੇ ਸਧਾਰਨ ਘਰਾਂ ਦੇ ਨੇ, ਕਿ ਉਹ ਸਾਵਧਾਨੀ ਕੀ ਵਰਤਣ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਵੈਸੇ ਨਾ ਪਹਿਲਾਂ ਹੁਣ ਤੋਂ 20-25-30 ਸਾਲ ਪਹਿਲਾਂ ਵੀ ਇੱਦਾਂ ਸੀ ਵੀ ਅਜੇ ਵਾਹ ਨਹੀਂ ਸੀ ਵਗੀ ਜੀ। ਹੁਣ ਗੱਲ ਚੱਲਦੀ ਆ ਵੀ ਵਾਹ ਵਗ ਗਈ ਹੈ। ਬਜ਼ੁਰਗਾਂ ਦੀਆਂ ਗੱਲਾਂ ਵੀ ਬੱਚਿਆਂ ਨੂੰ ਇਹ ਹੁੰਦੀਆਂ, ਅੱਛਾ ਬਈ ਤੂੰ BA ਕਰ ਲਈ, ਅੱਛਾ ਨਹੀਂ ਤੂੰ MA ਕਰ ਲਈ, ਤੂੰ ਅਜੇ ਐਲਟਸ ਨਹੀਂ ਕੀਤਾ ਜੀ। ਮਤਲਬ ਐਲਟਸ ਇੱਕ ਬਹੁਤ ਵੱਡੀ ਐਜੂਕੇਸ਼ਨ ਸਾਡੇ ਸਿਰਾਂ 'ਚ ਡਿਗਰੀ ਬਣਾਤੀ ਹੈ ਨਾ, ਜਦੋਂ ਕਿ ਐਲਟਸ ਆਪਣੇ ਆਪ ਦੇ ਵਿੱਚ ਕੋਈ ਕੁਆਲੀਫਿਕੇਸ਼ਨ ਨਹੀਂ ਆ ਜੀ। ਸੋ ਇਹ ਕੋਈ ਐਂਟਰੈਂਸ ਟੈਸਟ ਤਾਂ ਮੰਨਿਆ ਜਾ ਸਕਦਾ, ਪਰ ਇਹ ਆਪਣੇ ਆਪ ਦੇ ਵਿੱਚ ਕੋਈ ਅਬਿਲਿਟੀ, ਕੋਈ ਯੋਗਤਾ, ਕੋਈ ਸਮਰੱਥਾ, ਕੋਈ ਸਕਿੱਲ ਨਹੀਂ ਆ।
ਇਹ ਸਿਰਫ ਤੇ ਸਿਰਫ ਵੀ ਤੁਸੀਂ ਆਪਣੀ ਪੜ੍ਹਾਈ ਜਿਹੜੀ ਕੀਤੀ 14 ਸਾਲ 12 ਸਾਲ 16 ਸਾਲ ਵੀ ਉਹਦੇ ਦੌਰਾਨ ਇੰਗਲਿਸ਼ ਦੀ ਨੌਲੇਜ ਤੁਸੀਂ ਕਿੰਨੀ ਅਕਵਾਇਰ ਕੀਤੀ, ਜਸਟ ਇੱਕ ਉਹਦਾ ਇੱਕ ਟੈਸਟ ਹੈ, ਦੈਟਸ ਵਾਟ ਇਟ ਇਜ਼। ਅੱਛਾ, ਲੇਕਿਨ ਕਿ ਵੀ ਹੁਣ ਉਹ ਜਿਹੜੀ ਵਾਹ ਵਗ ਗਈ ਹੋਣ ਕਰਕੇ ਇੱਕ ਭੇਡ ਚਾਲ ਆ, ਇੱਕ ਦੂਜੇ ਦੇ ਮਗਰ ਲੱਗ ਕੇ, ਹੈ ਨਾ, ਵੀ ਪੰਜਾਬ 'ਚ ਜਾਣੀ ਕਿ ਵੀ ਬਿਲਕੁਲ ਹੀ ਅਸੀਂ ਰਹਿਣਾ ਹੀ ਨਹੀਂ ਆ ਤੇ ਅਸੀਂ ਜਾਣਾ ਆ ਤੇ ਜਾਣਾ ਕੈਨੇਡਾ ਆ, ਹੈ ਨਾ। ਹੁਣ ਲੇਕਿਨ ਕਿ ਗੱਲ ਇਹ ਆ ਵੀ ਆਪਾਂ ਇਹ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਵੀ ਪਰਮਵੀਰ ਜੀ, ਜਿਸ ਦੇਸ਼ ਦੇ ਵਿੱਚ ਕੋਈ ਭੈਣ ਭਰਾ ਗਏ ਉੱਥੇ ਜਾ ਕੇ ਕਿਸ ਤਰ੍ਹਾਂ ਦੇ ਲੋਕ ਉਹਨਾਂ ਨੂੰ ਮਿਲੇ ਜੀ, ਹੈ ਨਾ, ਵੀ ਕਿਸ ਤਰ੍ਹਾਂ ਦਾ ਪਹਿਲੀ ਗੱਲ ਤੇ ਵੀ ਉਹਨਾਂ ਦੀ ਆਪਣੀ ਸੋਚਣ ਦੀ ਬੁੱਧੀ ਦੀ ਅਵਸਥਾ ਸੀਗੀ। ਵੀ ਜੇ ਤਾਂ ਥੋੜ੍ਹੀ ਜਿਹੀ ਲਾਈ ਲੱਗ ਸੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਨਹੀਂ, ਪਰ ਮੈਂ ਥੋੜ੍ਹਾ ਜਿਹਾ ਇਹ ਸਮਝਦਾ ਵੀ ਜੇ ਕੋਈ ਸਹੀ ਤੇ ਢੁਕਵੀਂ ਇਨਫੋਰਮੇਸ਼ਨ ਦੇਵੇ ਭੈਣ ਭਰਾਵਾਂ ਨੂੰ ਤੇ ਉਹ ਲੈਣ ਨੂੰ ਵੀ ਨਹੀਂ ਤਿਆਰ। ਉਹ ਸਿਰਫ ਇਹ ਲੈਣ ਨੂੰ ਇਨਫੋਰਮੇਸ਼ਨ ਤਿਆਰ ਆ ਵੀ ਹਾਂਜੀ ਉੱਥੇ ਜਹਾਜ਼ ਖੜਾ ਤੇ ਤੁਸੀਂ ਪਾਓ ਨਵੇਂ ਕੱਪੜੇ ਤੇ ਬਹਿ ਜਾਓ ਤੇ ਉਤਰ ਜਾਓਗੇ ਕੈਨੇਡਾ। ਜਿਹੜਾ ਤੇ ਉਹਨਾਂ ਨੂੰ ਕੋਈ ਇਦਾਂ ਦੀ ਗੱਲ ਕਹਿ ਦੇਵੇ ਉਹ ਬਹੁਤ ਵਧੀਆ ਗੱਲ ਉਹਨਾਂ ਨੂੰ ਲੱਗਦੀ ਆ। ਜਿਹੜਾ ਕੋਈ ਸੱਚੀ ਗੱਲ ਕਰ ਦੇਵੇ ਵੀ ਉੱਥੇ ਸਟਰਗਲ ਵੀ ਆ, ਉੱਥੇ ਜਾ ਕੇ ਕੰਮ ਵੀ ਕਰਨਾ ਪੈਣਾ, ਉੱਥੇ ਮਿਹਨਤ ਵੀ ਕਰਨੀ ਪੈਣੀ ਆ, ਉੱਥੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਜੀ ਵੀ ਤੁਹਾਨੂੰ ਸਟਰਗਲਸ ਦੇ ਵਿੱਚੋਂ ਗੁਜ਼ਰਨਾ ਪੈਣਾ। ਉਹ ਵੀ ਇੱਥੇ ਬਹੁਤ ਔਖਾ, ਕਈ ਵਾਰੀ ਭੈਣ ਭਰਾ ਕਹਿਣਗੇ ਵੀ ਇੱਥੇ ਜੋਬਾਂ ਨਹੀਂ ਮਿਲਦੀਆਂ, ਫਿਰ ਅੱਗੋਂ ਅਕਸਰ ਉਹਨਾਂ ਦਾ ਜਵਾਬ ਹੁੰਦਾ ਵੀ ਤੁਸੀਂ ਆਪ ਤਾਂ ਉੱਥੇ ਬੈਠੇ ਆ, ਤੁਸੀਂ ਚਾਹੁੰਦੇ ਵੀ ਹੁਣ ਸਾਡਾ ਕੋਈ ਭੈਣ ਭਰਾ, ਸਾਡਾ ਕੋਈ ਬੱਚਾ ਨਾ ਪਹੁੰਚ ਜਾਏ। ਸੋ ਇਸ ਕਰਕੇ ਉਹਨਾਂ ਨੂੰ ਥੋੜ੍ਹ ਜਿਹੀਆਂ ਉਹ ਗੱਲਾਂ ਚੰਗੀਆਂ ਲੱਗਦੀਆਂ ਜਿਹੜੇ ਉਹਨਾਂ ਨੂੰ ਉਸ ਪਾਸੇ ਨੂੰ ਫੈਸਿਲਿਟੇਟ ਕਰਨ ਵਾਲੀਆਂ ਹੋਣ ਕਿ ਹਾਂਜੀ ਬੈਠੋ ਜਹਾਜ਼ ਦੇ ਵਿੱਚ ਪਹੁੰਚ ਜਾਓਗੇ। ਅੱਜ ਅਸੀਂ ਕਹਿੰਦੇ ਹਾਂ, ਪਹਿਲਿਆਂ ਸਮਿਆਂ 'ਚ ਨਹੀਂ ਸੀ, ਅੱਜ ਇੰਟਰਨੈਟ ਗੂਗਲ ਦਾ ਜ਼ਮਾਨਾ ਜੀ, ਫੋਨ ਹਰ ਇੱਕ ਦੇ ਹੱਥ ਵਿੱਚ ਹੈ, ਵਾਈਫਾਈ ਦੀ ਫੈਸਿਲਿਟੀ ਉਹਦੇ ਵਿੱਚ ਹੈ, ਤੁਸੀਂ ਬਾਕੀ ਸਾਰਾ ਕੁਝ ਗੂਗਲ ਕਰ ਰਹੇ ਹੋ, ਤੁਸੀਂ ਕੈਨੇਡਾ ਦਾ ਜੀਵਨ ਵੀ ਕਰ ਸਕਦੇ ਹੋ। ਇੱਥੇ ਕੀ ਕੀ ਸਟਰਗਲਸ ਆ, ਇੱਥੇ ਇੰਪਲੋਇਮੈਂਟ ਮਾਰਕੀਟ ਕੀ ਆ, ਜੋ ਵੀ ਚੈਲੰਜਸ ਆ, ਵੀ ਤੁਹਾਡੀ ਸਟੱਡੀ ਦਾ ਉੱਥੇ ਕੀ ਜਾ ਕੇ ਬਣੂਗਾ, ਤੁਸੀਂ ਬਾਕੀ ਸਭ ਕੁਝ ਗੂਗਲ ਕਰ ਰਹੇ ਹੋ। ਮੈਂ ਕਹਿੰਦਾ ਵੀ ਅਸੀਂ ਇੱਥੇ ਆਉਣ ਤੋਂ ਪਹਿਲਾਂ ਕੈਨੇਡਾ ਤੇ ਅਮਰੀਕਾ ਦੇ ਸੁਪਨੇ ਦੇਖਦੇ ਹਾਂ ਵੀ ਉੱਥੇ ਜਾਣਾ ਹੀ ਜਾਣਾ, ਕਮਾਲ ਹੋ ਜਾਏਗੀ ਜਾ ਕੇ ਉੱਥੇ, ਹੈ ਨਾ ਜੀ। ਵੀ ਅੱਛਾ, ਜਿੱਥੇ ਅਸੀਂ ਹੋਰ ਕਈ ਕੁਛ ਉੱਥੇ ਫਿਰ ਪਹੁੰਚਣ ਲਈ ਗੂਗਲ ਕਰਦੇ ਹਾਂ, ਕਿਉਂ ਨਹੀਂ ਵੀ ਇੱਥੇ ਆ ਕੇ ਚੈਲੰਜਸ ਕੀ ਕੀ ਹੋ ਸਕਦੇ ਆ ਉਹ ਵੀ ਗੂਗਲ ਕਰ ਸਕਦੇ ਹਨ। ਇੱਥੇ ਆ ਕੇ ਕਈ ਭੈਣ ਭਰਾ ਕਹਿਣਗੇ ਵੀ ਬਹੁਤ ਗਲਤੀ ਹੋ ਗਈ, ਮੈਨੂੰ ਇਸ ਗੱਲ ਦਾ ਪਤਾ ਹੁੰਦਾ ਮੈਂ ਕਦੇ ਨਾ ਆਉਂਦੀ, ਮੈਨੂੰ ਇੱਦਾਂ ਪਤਾ ਲੱਗ ਜਾਂਦਾ ਫੇਰ ਨਾ ਮੈਂ ਆਉਂਦਾ, ਹੈ ਨਾ। ਅੱਛਾ, ਹੁਣ ਇਹ ਸਭ ਕੁਝ ਲਿਖਣ ਕੇ ਚਲੋ ਠੀਕ ਹੈ, ਸਵਾਗਤ ਸਭ ਦਾ ਕਰਦੇ ਹਾਂ, ਪਰ ਇਹ ਨਹੀਂ ਇੱਥੇ ਆ ਕੇ ਅੱਜ ਦੇ ਤਕਨੀਕ ਦੇ ਜ਼ਮਾਨੇ ਵਿੱਚ ਕਹਿਣ ਦੀ ਲੋੜ ਵੀ ਮੈਨੂੰ ਪਤਾ ਨਹੀਂ ਸੀ ਲੱਗਾ ਤੇ ਜਾਂ ਮੈਂ ਪਤਾ ਕਰ ਨਹੀਂ ਸੀ ਸਕਦਾ। ਪਰ ਕਿਉਂਕਿ ਪਤਾ ਕਰਨਾ ਨਹੀਂ ਆਪਾਂ ਚਾਹੁੰਦੇ ਹੁੰਦੇ ਜਾਂ ਇੰਨਾ ਸਮਾਂ ਕੱਢਦੇ ਨਹੀਂ, ਉਸ ਵੇਲੇ ਇੰਨੇ ਸੰਵੇਦਨਸ਼ੀਲ ਨਹੀਂ ਹੁੰਦੇ, ਤਦ ਕਰਕੇ ਵੀ ਅਸੀਂ ਅਗਿਆਨੀ ਦੇ ਅਗਿਆਨੀ ਰਹਿੰਦੇ ਹਾਂ। ਵੱਡੀ ਤਾਦਾਦ ਦੇ ਵਿੱਚ ਅਸੀਂ ਵੀ ਉੱਥੇ ਪੰਜਾਬ ਦੇ ਸਕੂਲਾਂ ਦੇ ਵਿੱਚ ਲੈਕਚਰ ਜਾ ਕੇ ਦੇਖੇ ਆ, ਲੋਕਾਂ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਦੇ ਦਿਲਾਂ ਦੇ ਵਿੱਚ ਇਹੀ ਹੁੰਦਾ ਵੀ ਸਾਨੂੰ ਕੋਈ ਭੈਣ ਭਰਾ ਉਹ ਆਵੇ ਜਿਹੜਾ ਕਵੇ ਕਿ ਹਾਂਜੀ ਬੰਨੋ ਆਪਣਾ ਟੈਚੀ ਤੇ ਤੁਰੀਏ, ਹੈਗਾ ਬਾਈਪਾਸ। ਉਹ ਗੱਲ ਜਾਣੀ ਕਿ ਬਹੁਤ ਵਧੀਆ ਆ, ਠੀਕ ਆ, ਉਹ ਵੀ ਬਹੁਤ ਵਧੀਆ ਲੱਗਣੀ ਚਾਹੀਦੀ ਆ। ਪਰ ਇਹਦੇ ਨਾਲ ਹੀ ਜੇ ਅਸੀਂ ਚਾਹੁੰਦੇ ਹਾਂ ਵੀ ਉੱਥੇ ਜਾ ਕੇ ਸਾਨੂੰ ਚੈਲੰਜਸ, ਸਾਨੂੰ ਚੁਣੌਤੀਆਂ ਘੱਟ ਪੇਸ਼ ਹੋਣ, ਚੁਣੌਤੀਆਂ ਤੇ ਹਰ ਜਗ੍ਹਾ ਪੇਸ਼ ਹੋਣਗੀਆਂ, ਪੰਜਾਬ 'ਚ ਆਪਣੇ ਪਿੰਡਾਂ 'ਚ ਚੁਣੌਤੀਆਂ ਪੇਸ਼ ਆਈ ਜਾਂਦੀਆਂ, ਹੈ ਨਾ। ਉੱਥੇ ਹਾਲੇ ਕਿ ਸਾਨੂੰ ਕੋਈ ਲੈਂਗੁਏਜ ਦਾ ਐਡਾ ਵੱਡਾ ਕੋਈ ਚੈਲੰਜ ਨਹੀਂ, ਕੋਈ ਅਦਰਵਾਈਜ਼। ਸੋ ਉਹ ਸਾਡੀ ਆਪਣੀ ਜਨਮ ਭੂਮੀ ਆ, ਸਾਡੀ ਆਪਣੀ ਉੱਥੇ ਬੋਲੀ ਆ। ਪਰ ਇਹ ਹੁਣ ਅਸੀਂ ਜਦੋਂ ਵਿਦੇਸ਼ ਦੀ ਧਰਤੀ 'ਤੇ ਜਾਣਾ, ਸਾਡੇ ਵਾਸਤੇ ਸਭ ਕੁਝ ਨਵਾਂ, ਤੇ ਸਭ ਤੋਂ ਪਹਿਲਾਂ ਉੱਥੇ ਫਿਰ ਜਿਹੜੀ ਆ ਲੈਂਗੁਏਜ ਆ ਵੱਡਾ ਬੈਰੀਅਰ ਬਣ ਕੇ ਸਾਹਮਣੇ ਆਉਂਦਾ। ਤੁਹਾਨੂੰ ਪਤਾ ਜੀ ਵੀ ਕੰਪੀਟੀਸ਼ਨ ਦਾ ਇਹ ਪਰਮਵੀਰ ਜੀ ਯੁੱਗ ਹੈ, ਆਪਣੀ ਜਗ੍ਹਾ 'ਤੇ ਖੜੇ ਰਹਿਣ ਲਈ ਵੀ ਕੰਪੀਟੀਸ਼ਨ ਦੇ ਯੁੱਗ ਵਿੱਚ ਨੌਜਵਾਨਾਂ ਨੂੰ ਦੌੜਦੇ ਰਹਿਣਾ ਪੈਂਦਾ, ਫਿਰ ਅੱਗੇ ਵਧਣਾ ਦੂਰ ਦੀ ਗੱਲ ਆ। ਫਿਰ ਜਦੋਂ ਬਿਲਕੁਲ ਜਦੋਂ ਤੁਹਾਡਾ ਉਦੋਂ ਕੰਪੀਟੀਸ਼ਨ ਉਹਨਾਂ ਲੋਕਾਂ ਨਾਲ ਹੋਵੇ ਕਿਸੇ ਬੇਗਾਨੀ ਧਰਤੀ 'ਤੇ ਜਾ ਕੇ, ਜਿੱਥੇ ਕਿ ਜਨਮੇ ਪਲੇ ਨੌਜਵਾਨ ਜਿਹੜੇ ਲੋਕ ਹੈਗੇ ਹੈ, ਉਹਨਾਂ ਨਾਲ ਤੁਸੀਂ ਕੰਪੀਟ ਕਰਨਾ, ਤੇ ਫਿਰ ਤੁਹਾਨੂੰ ਉਹਨਾਂ ਨਾਲੋਂ ਵੀ ਤੇਜ਼ ਦੌੜਨਾ ਪੈਣਾ ਹੈ, ਭਾਵ ਕਿ ਉਹਨਾਂ ਨਾਲੋਂ ਵੀ ਆਪਣੇ ਅੰਦਰ ਵੱਧ ਯੋਗਤਾ ਲਿਆਉਣੀ ਪੈਣੀ ਹੈ। ਸੋ ਇਸ ਕਰਕੇ ਇਹ ਹੈ ਜੀ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਸਟਰਗਲ ਦੇ ਲਈ ਤਿਆਰ ਕਰਕੇ ਜਿਹੜੇ ਨੌਜਵਾਨ ਘਰਾਂ ਤੋਂ ਤੁਰਨਗੇ, ਉਹ ਜ਼ਰੂਰ ਇੱਥੇ ਆਪਾਂ ਦੇਖ ਰਹੇ ਹਾਂ ਵੱਡੀ ਤਾਦਾਦ ਦੇ ਵਿੱਚ ਆ ਕੇ ਨੌਜਵਾਨ ਕਾਮਯਾਬ ਵੀ ਹੁੰਦੇ ਆ। ਅਸੀਂ ਦੇਖਿਆ ਕਿ ਕੰਪਿਊਟਰ ਦੇ ਕਈ ਐਸੇ ਪ੍ਰੋਫੈਸ਼ਨ ਹੈ ਜਿਨ੍ਹਾਂ ਦੇ ਵਿੱਚ ਸਟੱਡੀ ਆਪਣੀ ਕੰਪਲੀਟ ਕਰਦਿਆਂ ਸਾਰੀ $1 ਲੱਖ $1.25 ਲੱਖ ਤੱਕ ਦੇ ਜਿਹੜੇ ਪੈਕੇਜਸ ਆ ਨੌਜਵਾਨਾਂ ਨੇ ਲਏ ਹੋਏ ਨੇ ਜੀ। ਸੋ ਤਦ ਕਰਕੇ ਇਹ ਹੈ ਜੀ ਵੀ ਕਿੰਨਾ ਕੁ ਆਪਣੇ ਸੋਚ ਦਾ ਦਾਇਰਾ ਰੱਖਿਆ। ਜੇ ਤਾਂ ਇੰਨਾ ਕੀ ਰੱਖਿਆ ਵੀ ਥੋੜ੍ਹਾ ਬਹੁਤਾ ਚਲੋ ਪੜ੍ਹਾਈ ਬਹਾਨਾ ਸੀ ਵੀ ਮੈਂ ਵਰਕ ਪਰਮਿਟ ਹੈ, ਉਸ ਤੋਂ ਬਾਅਦ ਫਿਰ ਹੁਣ ਮੈਂ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਲੈ ਲਿਆ, ਜਾਂ ਫਿਰ ਉਸ ਤੋਂ ਬਾਅਦ ਮੈਂ ਟਰੱਕਿੰਗ 'ਚ ਚਲਾ ਗਿਆ। ਸੋ ਜੇ ਤੇ ਉੱਥੇ ਫਿਰ ਚੱਕਰ ਬਾਅਦ ਦੇ ਵਿੱਚ ਕੱਟੇ, ਟੈਕਸੀ ਤੱਕ, ਟਰੱਕ ਤੱਕ, ਵੀ ਉਹਨੂੰ ਕੁਝ ਸਮਾਂ ਕਰਕੇ ਉਸ ਤੋਂ ਅੱਗੇ ਆਪਣੀ ਜਿਹੜੀ ਐਜੂਕੇਸ਼ਨ ਆ ਵੀ ਉਹਨੂੰ ਨਹੀਂ ਹੋਰ ਅੱਗੇ ਫਰਦਰ ਡਿਵੈਲਪ ਕੀਤਾ ਗਿਆ, ਇੰਪਰੂਵ ਨਹੀਂ ਕੀਤਾ ਗਿਆ, ਜਿਹੜੇ ਕੋਰਸਿਸ ਦੀ ਲੋੜ ਸੀ ਉਹ ਨਹੀਂ ਲਏ ਗਏ। ਸੋ ਕਹਿਣ ਦਾ ਮਤਲਬ ਇਹ ਆ ਪਰਮਵੀਰ ਜੀ ਵੀ ਜ਼ਮੀਨ ਤੋਂ ਭਾਫ ਬਣ ਕੇ ਉੱਪਰ ਪਾਣੀ ਉਹ ਉੱਠਦਾ ਜਿਹੜਾ ਸੇਕ ਸਹਿੰਦਾ। ਸੋ ਜਿਹਨੇ ਐਜੂਕੇਸ਼ਨ ਦਾ ਸੇਕ ਸਹਿਣਾ, ਤਰੱਕੀ ਜੀਵਨ ਦੇ ਵਿੱਚ ਉਹਨੇ ਕਰਨੀ ਹੈ। ਤੇ ਜੇ ਫਿਰ ਆਪਾਂ ਇੱਧਰ ਉੱਧਰ ਹੇਰਾ ਫੇਰੀਆਂ ਜਾਂ ਬਾਕੀ ਸਕੀਮਾਂ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਆ, ਤੇ ਉਸ ਸਕਾਈ ਦੀ ਬੁਲੰਦੀ ਜਿਹੜੀ ਉਹ ਸੀਮਤ ਹੈ ਜੀ, ਮੁਸ਼ਕਲ ਹੋ ਜੂਗੀ। ਮੈਨੂੰ ਇਹ ਵੀ ਲੱਗਦਾ ਹੁੰਦਾ ਜੌਲ ਸਾਹਿਬ ਕਿ ਜਿਹੜੇ ਬੰਦੇ ਨੂੰ ਐਂ ਲੱਗਦਾ ਕਿ ਮੈਂ ਆ ਕੇ ਫਸ ਗਿਆ,
ਕਿ ਜਿੰਨੇ ਘੰਟੇ ਜਹਾਜ਼ ਇੱਥੇ ਆਉਣ ਨੂੰ ਲਾਉਂਦਾ ਉਨੇ ਹੀ ਮੁੜ ਕੇ ਜਾਣ ਨੂੰ ਵੀ ਲਾਉਂਦਾ। ਬਿਲਕੁਲ ਸਾਰੀ ਉਮਰ ਉੱਬਲਦੇ ਰਹਿਣ ਨਾ। ਬਿਲਕੁਲ ਦੇਖੋ ਤੁਸੀਂ ਹੁਣ ਪਰਮਵੀਰ ਜੀ ਕਿੰਨੀ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਹੈ, ਉੱਥੇ ਵੀ ਤੁਸੀਂ ਆਪਣਾ ਇੱਕ ਸਥਾਨ ਬਣਾਇਆ ਪੰਜਾਬ ਦੇ ਵਿੱਚ, ਤੇ ਇੱਥੇ ਵੀ ਦਰਸ਼ਕਾਂ ਤੇ ਸਰੋਤਿਆਂ ਦੇ ਮਨਾਂ ਦੇ ਵਿੱਚ, ਵੈਸੇ ਦੁਨੀਆ ਭਰ ਦੇ ਸਰੋਤਿਆਂ ਦਰਸ਼ਕਾਂ ਦੇ ਮਨਾਂ 'ਚ ਹੀ ਤੁਹਾਡਾ ਬੜਾ ਸਤਿਕਾਰ ਬਣ ਗਿਆ ਹੈ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਹੁਣ ਵਰਲਡ ਵਾਈਡ ਜਾਂਦਾ ਜੀ। ਸੋ ਉਹਦੇ ਨਾਲ ਇਹ ਹੈ ਜੀ, ਇੱਥੇ ਜਦੋਂ ਕੋਈ ਭੈਣ ਭਰਾ ਆ ਕੇ ਇਹ ਗੱਲ ਕਰੇ ਵੀ ਪੰਜਾਬ 'ਚ ਬੈਠਿਆਂ ਅਸੀਂ ਕੈਨੇਡਾ ਦੇ ਢੋਲ ਸਾਨੂੰ ਸੁਹਾਵਣੇ ਲੱਗਦੇ ਜੀ, ਅੱਛਾ ਅਸੀਂ 14 ਘੰਟੇ ਦੀ ਫਲਾਈਟ ਲੈ ਕੇ ਇੱਥੇ ਉਤਰ ਗਏ ਤੇ ਬੜੀ ਛੇਤੀ ਸਾਨੂੰ ਪੰਜਾਬ ਉਹੀ ਜਿਹੜਾ ਉੱਥੇ ਰਹਿੰਦਿਆਂ ਨਰਕ ਸੀ ਉਹ ਸਾਨੂੰ ਰੰਗਲਾ ਲੱਗਣ ਲੱਗ ਜਾਂਦਾ, ਉੱਥੋਂ ਦੇ ਸਾਨੂੰ ਢੋਲ ਸੁਹਾਵਣੇ ਲੱਗਣ ਲੱਗ ਜਾਂਦੇ ਆ। ਸੋ ਕਹਿਣ ਦਾ ਮਤਲਬ ਇਹ ਕੰਧ ਪਿੱਛੇ ਹਨੇਰੇ ਵਾਲੀ ਗੱਲ ਹੈ ਜੀ। ਸੋ ਕਿਤੇ ਨਾ ਕਿਤੇ ਜਾਣੀ ਕਿ ਫਿਰ ਜਿਹੜੇ ਇੱਥੇ ਮੰਝੇ ਹੋਏ ਲੋਕ ਆ ਉਹ ਇਹੀ ਕਹਿੰਦੇ ਆ ਵੀ ਜੇ ਇਹਨੂੰ ਭਾਈ ਜਿਹੜੇ ਕੰਮ 'ਚ ਸਾਡੇ ਕੋਲ ਕਿਤੇ ਗਲਤੀ ਜੀਵਨ 'ਚ ਹੋ ਗਈ ਵੀ ਅਸੀਂ ਜੀ ਵੀ ਆਪਣਾ ਗਲਤੀ ਦੇ ਨਾਲ ਆ ਗਏ ਵੀ ਕੈਨੇਡਾ ਅਸਲ ਦੇ ਵਿੱਚ ਉਹ ਨਹੀਂ ਸੀ ਜੋ ਅਸੀਂ ਸਮਝਦੇ ਸੀ, ਤੇ ਫਿਰ ਵਾਪਸ ਜਾਣ ਨੂੰ ਤਾਂ ਕੋਈ ਏਅਰਪੋਰਟ ਨਹੀਂ ਕਹਿੰਦੀ ਵੀ ਇੱਥੇ ਨਾ ਆਇਓ ਵਾਪਸ ਮੁੜ ਕੇ ਜਾਣ ਨੂੰ, ਹੈ ਨਾ। ਹੁਣ ਵਾਪਸ ਜਾਣ ਨੂੰ ਕਿਹਦਾ ਹੌਸਲਾ ਪੈਂਦਾ ਕੈਨੇਡਾ 'ਚੋਂ, ਜਿਹਨੂੰ ਇਹ ਪਤਾ ਪਰਮਵੀਰ ਜੀ ਕਿ ਮੈਂ ਕਦੇ ਵਾਪਸ ਵੀ ਆ ਸਕਦੀ ਹਾਂ, ਮੈਂ ਕਦੇ ਵਾਪਸ ਵੀ ਆ ਸਕਦਾ ਜੀ। ਜਾਂ ਤਾਂ ਕਦੀ ਪੱਕੇ ਤੌਰ ਤੇ ਜਾਣ ਦੀ ਕੈਨੇਡਾ 'ਚੋਂ ਗੱਲ ਹੋਵੇ ਤੇ ਉੱਥੇ ਰੋਣੇ ਵਿਲਕਣੇ ਤੇ ਵਕੀਲਾਂ ਦੀਆਂ ਸਰਦਨਾਂ ਅਸੀਂ ਗਾਉਣੀਆਂ ਨਹੀਂ ਸ਼ੁਰੂ ਕਰ ਦਿੰਦੇ ਜੀ। ਸੋ ਇਸ ਕਰਕੇ ਗੱਲ ਇਹ ਆ ਵੀ ਕੈਨੇਡਾ ਆਉਣ ਵੇਲੇ ਆਪਾਂ ਕਹਿੰਦੇ ਸੀ ਵੀ ਬੱਚੇ ਦੇ ਜਨਮ ਤੇ ਬੜੀ ਖੁਸ਼ੀ ਹੁੰਦੀ ਆ, ਵਿਆਹ ਤੇ ਬੜੀ ਖੁਸ਼ੀ ਹੁੰਦੀ ਹੈ। ਹੁਣ ਕੈਨੇਡਾ ਦੀ ਰਵਾਨਗੀ ਹੋਣੀ ਹੋਵੇ ਤੇ ਘਰਾਂ ਦੇ ਵਿੱਚ ਵਿਆਹ ਵਰਗੇ ਸਮਾਗਮ ਨਹੀਂ ਹੁੰਦੇ ਜੀ। ਹਾਂਜੀ, ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ ਤੇ ਬਾਕੀ ਸਭ ਕੁਝ ਕਰਦੇ ਹਾਂ। ਸੋ ਇਸ ਕਰਕੇ ਕੈਨੇਡਾ ਨੂੰ ਪ੍ਰਸਥਾਨ ਕਰਨਾ ਪੰਜਾਬ ਦੇ ਵਿੱਚ ਸ਼ਾਇਦ ਸਾਡੇ ਇਹ ਕਲਚਰ ਦਾ ਹਿੱਸਾ ਬਣ ਚੁੱਕਾ ਹੈ, ਜਿਹਦੇ ਵਿੱਚ ਕਿ ਇਹ ਮਾੜੀ ਪ੍ਰਥਾ ਅਸੀਂ ਕੰਟਰੈਕਟ ਮੈਰਿਜ ਵੀ ਸ਼ੁਰੂ ਕੀਤੀ ਹੈ। ਸੋ ਕੁੱਲ ਮਿਲਾ ਕੇ ਜੀ ਵੀ ਇਹ ਮੈਂ ਇਹ ਦੇਖਿਆ ਕਿ ਪੰਜਾਬੀਆਂ ਦੇ ਵਿੱਚ ਜਿਹੜਾ ਵੈਸੇ ਦੁਨੀਆ ਭਰ ਦੇ ਵਿੱਚ ਜਿਹੜੇ ਦੇਸ਼ ਉਹ ਜਿਹੜੇ ਦੇਸ਼ਾਂ ਤੋਂ ਲੋਕ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਆ, ਪੀੜ੍ਹੀ ਦਰ ਪੀੜ੍ਹੀ ਇਮੀਗ੍ਰੇਸ਼ਨ ਤੇ ਵੀਜ਼ਾ ਦਾ ਫਰਾਡ ਚੱਲਦਾ ਜੀ। ਉਹ ਇੱਕ ਪੀੜ੍ਹੀ ਤੋਂ ਲੈ ਕੇ ਦੂਜੀ ਪੀੜ੍ਹੀ ਦੇ ਵਿੱਚ ਉਸ ਫਰਾਡ ਨੂੰ ਟਰਾਂਸਫਰ ਕੀਤਾ ਜਾਂਦਾ ਰਹਿੰਦਾ, ਭਾਵੇਂ ਕਿ ਅਸੀਂ ਇੱਕ ਪੀੜ੍ਹੀ ਹੁਣ ਪਿਛਲੀਆਂ ਪੀੜ੍ਹੀਆਂ ਦਾ ਨੁਕਸ ਕੱਢੀਏ ਵੀ ਉਹ ਇਦਾਂ ਵਿਆਹ ਕਰਾ ਕੇ ਆਏ ਸੀ ਜਾਂ ਆਈਆਂ ਸੀ, ਪਰ ਦੇਖਿਆ ਜਾਵੇ ਵੀ ਅੱਜ ਉੱਦਾਂ ਵਿਆਹ ਕਰਾ ਕੇ ਆਉਣ ਦਾ ਪ੍ਰਚਲਨ ਪਹਿਲੇ ਸਾਰੇ ਸਮਿਆਂ ਨਾਲੋਂ ਜ਼ਿਆਦਾ ਜੀ। ਕੰਟਰੈਕਟ ਮੈਰਿਜ ਨੂੰ ਮਾਨਤਾ ਪੰਜਾਬ ਦੇ ਸੱਭਿਆਚਾਰ 'ਚ ਪਹਿਲਾਂ ਕਦੇ ਵੀ ਨਹੀਂ ਸੀ ਦਿੰਦੇ ਕਿ ਅੱਜ ਆ ਜੀ। ਸੋ ਇਸ ਕਰਕੇ ਇਹ ਦੇਖਣਾ ਬਣਦਾ ਹੈ ਕਿ ਸਾਡਾ ਡਾਊਨਫਾਲ ਇਹ ਅਸੀਂ ਕਿਹੜੀ ਨਿਵਾਣ ਨੂੰ ਛੂਹਣ ਦੇ ਯਤਨ ਦੇ ਵਿੱਚ ਆ, ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਨੂੰ ਆਪਣੇ ਸਮਾਜ ਦਾ ਆਪਣੇ ਸੱਭਿਆਚਾਰ ਦਾ ਹਿੱਸਾ ਬਣਾ ਕੇ ਅਸੀਂ ਮਾਣਮੱਤੇ ਸਮਾਜ ਨੂੰ ਜੀ ਭਈ ਅਸਲ ਦੇ ਵਿੱਚ ਕਿੱਡਾ ਕੁ ਸ਼ਾਨਾ ਮੱਤਾ ਰੱਖ ਰਹੇ ਹਾਂ। ਇਹ ਕੰਟਰੈਕਟ ਮੈਰਿਜ ਦੱਸਦੇ ਕਿ ਜਿਸ ਨੂੰ ਕਿ ਹੁਣ ਖਾਨਦਾਨਾਂ ਤੋਂ ਖਾਨਦਾਨਾਂ ਤੱਕ ਮਾਨਤਾ ਪ੍ਰਾਪਤ ਹੋਈ ਹੋਈ ਆ। ਸੋ ਇਹ ਕੁਝ ਇੱਕ ਗੱਲਾਂ ਹੈਗੀਆਂ ਜਿਹਦੇ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ। ਮੈਂ ਸਮਝਾਂਗਾ ਕਿ ਜਿਹੜਾ ਇਹ ਵੀਜ਼ਾ ਤੇ ਇਮੀਗ੍ਰੇਸ਼ਨ ਦਾ ਫਰਾਡ ਆ, ਕਿਤੇ ਨਾ ਕਿਤੇ ਸਾਨੂੰ ਲੱਗਦਾ ਹੁੰਦਾ ਵੀ ਕੈਨੇਡਾ ਵਰਗੇ ਅਮਰੀਕਾ ਵਰਗੇ ਯੂਰਪੀਅਨ ਦੇਸ਼ਾਂ ਦੇ ਪਾਸਪੋਰਟ ਲੈ ਕੇ ਵੀ ਅਸੀਂ ਕਰਨੋਂ ਹਟਦੇ ਨਹੀਂ ਜੀ, ਹਨਾ। ਸਾਡਾ ਆਪਣਾ ਕੰਮ ਮੁੱਕ ਗਿਆ ਤੇ ਫਿਰ ਗਾਂ ਹੋਰ ਸਾਡੇ ਗਾਂ ਕੰਮ ਸ਼ੁਰੂ ਹੋ ਜਾਂਦੇ ਵੀ ਹੁਣ ਫਲਾਨਿਆਂ ਨੂੰ ਕਿੱਦਾਂ ਲੈ ਆਈਏ। ਸਿੱਧਾ ਰਸਤਾ ਲੰਬਾ ਸਾਨੂੰ ਉਹ ਅਖਤਿਆਰ ਕਰਨਾ ਔਖਾ ਲੱਗਦਾ। ਵੈਰੀ ਗੁੱਡ। ਅਸੀਂ ਆਪ ਵੀ ਆਈਏ, ਅਸੀਂ ਹੋਰਨਾਂ ਨੂੰ ਵੀ ਲਿਆਈਏ, ਸਭ ਦਾ ਬੜਾ ਸਤਿਕਾਰ ਹੈ, ਪਰ ਕਿਤੇ ਨਾ ਕਿਤੇ ਜਾ ਕੇ ਅਸੀਂ ਇਹ ਵੀਜ਼ਾ ਇਮੀਗ੍ਰੇਸ਼ਨ ਦਾ ਜਿਹੜਾ ਫਰਾਡ ਆ ਨਾ, ਇਹ ਪੀੜ੍ਹੀ ਦਰ ਪੀੜ੍ਹੀ ਟਰਾਂਸਫਰ ਕਰਨਾ ਪੰਜਾਬੀ ਸੱਭਿਆਚਾਰ 'ਚ ਬੰਦ ਕਰੀਏ ਜੀ। ਕਿਤੇ ਨਾ ਕਿਤੇ ਤਾਂ ਅਸੀਂ ਸਮਝੀਏ ਕਿਸੇ ਦੇ ਤਾਂ ਹੋ ਜਾਈਏ, ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲਈ, ਅਮਰੀਕਾ ਦੀ ਲੈ ਲਈ, ਫਿਰ ਤੇ ਅਮਰੀਕਾ ਕੈਨੇਡਾ ਦੇ ਹੋ ਜਾਈਏ ਵੀ ਹੁਣ ਇਸ ਦੇਸ਼ ਨਾਲ ਘੱਟੋ ਘੱਟ ਵੀਜ਼ਾ ਇਮੀਗ੍ਰੇਸ਼ਨ ਦਾ ਫਰਾਡ ਮੈਂ ਨਹੀਂ ਕਰੂੰ, ਜਾਂ ਫਿਰ ਜਾਣੀ ਕਿ ਕਿਸੇ ਨੂੰ ਇਦਾਂ ਮੈਂ ਫਰਾਡ ਕਰਕੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕਰੂੰ। ਪਰ ਸਾਨੂੰ ਲੱਗਦਾ ਹੁੰਦਾ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰ ਭੈਣ ਭਰਾ ਨਹੀਂ ਪਸੰਦ ਕਰਦੇ, ਉਹਨਾਂ ਨੂੰ ਇਹ ਹੁੰਦਾ ਜਿਹੜਾ ਲੱਗਾ ਦਾ ਉਹ ਲੱਗ ਜਾਣਾ ਚਾਹੀਦਾ। ਸੋ ਲੱਗਾ ਦਾ ਲੱਗ ਜਾਣਾ ਚਾਹੀਦਾ ਕਰਕੇ ਸ਼ਾਇਦ ਸਾਡੇ ਇਹ ਸਮਾਜ ਦੀ ਅੱਜ ਜੋ ਉੱਥੇ ਧਾਰਨਾ ਜਿਹੜੀ ਉਹ ਸਿਚੁਏਸ਼ਨ ਬਣੀ ਹੋਈ ਹੈ, ਹਾਲਾਤ ਨੇ ਜਿਹੜੇ ਵੀ ਘਰਾਂ ਦੇ ਘਰੇ, ਮਹੱਲਾਂ ਦੇ ਮਹੱਲੇ, ਪਿੰਡਾਂ ਦੇ ਪਿੰਡ ਜਿਹੜੇ ਉਹ ਖਾਲੀ ਹੋ ਰਹੇ ਆ, ਨਾਲ ਦੀ ਨਾਲ ਹੀ ਸਾਨੂੰ ਦੁੱਖ ਹੋ ਰਿਹਾ ਕਿ ਅਸੀਂ ਇੱਕ ਪਾਸੇ ਤੇ ਆਪੇ ਛੱਡ ਕੇ ਸਾਨੂੰ ਕੋਈ ਕਹਿੰਦਾ ਥੋੜ੍ਹਾ ਜੀ। ਭਾਰਤ ਜਦੋਂ ਪਾਕਿਸਤਾਨ ਬਣੇ ਹੋਣਗੇ ਉਦੋਂ ਤਾਂ ਸੀਗਾ ਨਾ ਜੀ ਵੀ ਹੁਣ ਆਪਾਂ ਦੇਸ਼ ਬਦਲਣਾ ਪੈਣਾ, ਬਹੁਤ ਸਾਰੇ ਲੋਕਾਂ ਨੂੰ ਕਮਿਊਨਿਟੀ ਨੂੰ ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚੋਂ ਸਾਡੀ ਕਮਿਊਨਿਟੀ ਨੂੰ ਛੱਡਣਾ ਪਿਆ। ਪਰ ਲੇਕਿਨ ਕਿ ਹੁਣ ਅੱਜ ਤਾਂ ਸਾਨੂੰ ਕੋਈ ਕਹਿੰਦਾ ਨਹੀਂ ਛੱਡਣ ਨੂੰ, ਅਸੀਂ ਆਪਣੀ ਮਰਜ਼ੀ ਨਾਲ ਗੁਰੂਆਂ ਦੀ ਵਰਸੋਈ ਜਿਹੜੀ ਧਰਤੀ ਉਹ ਛੱਡ ਰਹੇ ਹਾਂ। ਤਾਂ ਫਿਰ ਇਹਦੇ ਵਿੱਚ ਹੁਣ ਇਹ ਨਹੀਂ ਸਾਨੂੰ ਅਫਸੋਸ ਹੋਣਾ ਚਾਹੀਦਾ ਵੀ ਉੱਥੇ ਹੋਰ ਰਾਜਾਂ ਤੋਂ ਆ ਕੇ ਲੋਕ ਵਸੀ ਜਾ ਰਹੇ ਆ, ਹਨਾ। ਸੋ ਅਕਸਰ ਜੇ ਹੁਣ ਘਰ ਅਸੀਂ ਖਾਲੀ ਛੱਡ ਕੇ ਭੱਜਾਂਗੇ ਇਸ ਤਰੀਕੇ ਦੇ ਨਾਲ, ਫਿਰ ਕੋਈ ਨਾ ਕੋਈ ਇੱਦਾਂ ਹੁੰਦਾ ਜੀ ਵੀ ਕਿਸੇ ਨਾ ਕਿਸੇ ਨੇ ਆ ਕੇ ਉਹ ਖਾਲੀ ਥਾਂ ਮੱਲਣੀ ਹੈ। ਪਰ ਛੱਡ ਅਸੀਂ ਹੁਣ ਆਪਣੀ ਮਰਜ਼ੀ ਨਾਲ ਹੀ ਰਹੇ ਹਾਂ ਗੁਰੂਆਂ ਦੀ ਵਰਸੋਈ ਧਰਤੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਇਹ ਸੱਚ ਹੈ। ਬਿਲਕੁਲ ਗੱਲਬਾਤ ਚੱਲ ਰਹੀ ਹੈ ਜੀ ਸਰਦਾਰ ਸਤਪਾਲ ਸਿੰਘ ਜੌਲ ਸਾਹਿਬ ਦੇ ਨਾਲ ਬਰੈਂਪਟਨ ਸਟੂਡੀਓ ਦੇ ਵਿੱਚੋਂ। ਇਸ ਵੇਲੇ ਅਸੀਂ ਕੀ ਕੈਨੇਡਾ ਪਹਿਲਾਂ ਵਰਗਾ ਹੈ, ਕੈਨੇਡਾ ਦੇ ਵਿੱਚ ਓਪਰਚੁਨਿਟੀਜ਼ ਨੇ ਕਿ ਨਹੀਂ, ਠੀਕ ਹੈ ਘਰਾਂ ਦੇ ਬੇਸਮੈਂਟਾਂ ਦੇ ਕਿਰਾਏ ਜਿਹੜੇ ਉਹ ਵਧੇ ਹੋਏ ਨੇ, ਠੀਕ ਹੈ ਥੋੜ੍ਹੀ ਜਿਹੀ ਮਹਿੰਗਾਈ ਵੈਸੇ ਤਾਂ ਉਹ ਸਾਰੀ ਦੁਨੀਆ ਦੇ ਵਿੱਚ ਹੀ ਹੈ ਜਿੱਥੇ ਜਿੱਥੇ ਘੁੰਮਣ ਦਾ ਮੌਕਾ ਮਿਲਿਆ, ਪਰ ਬਹੁਤ ਸਾਰੀਆਂ ਗੱਲਾਂ ਨੇ। ਜੌਲ ਸਾਹਿਬ ਭੰਗ ਦੇ ਉੱਤੇ ਬੜੀ ਚਰਚਾ ਹੁੰਦੀ ਹੈ, ਪਾਰਕਾਂ 'ਚ ਬਹਿ ਜਾਈਏ, ਪਰਿਵਾਰਾਂ 'ਚ ਬਹਿ ਜਾਈਏ, ਯਾਨੀ ਕੈਨੇਡਾ ਤੋਂ ਬਾਹਰ ਵੀ ਕਿ ਕੈਨੇਡਾ ਦੇ ਵਿੱਚ ਭੰਗ ਦੇ ਠੇਕੇ ਖੁੱਲ੍ਹ ਗਏ ਜੀ, ਉੱਥੇ ਤਾਂ ਹੁਣ ਸ਼ਰੇਆਮ ਮਿਲਦੀ ਹੈ ਜੀ।
ਖਾਸ ਤੌਰ ਦੇ ਉੱਤੇ ਜਿਹੜਾ ਯੂਥ ਹੈ, ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ, ਉਹਦੇ ਲਈ ਸਾਡੇ ਵੱਡੇ ਬਹੁਤ ਚਿੰਤਤ ਨੇ ਕਿ ਭਾਈ ਉਧਰਲੇ ਪਾਸੇ ਨੂੰ ਗੱਲ ਜਾਈ ਜਾਂਦੀ ਹੈ। ਕਿਉਂ ਖੋਲ੍ਹਣੇ ਪਏ, ਪਹਿਲੀ ਗੱਲ ਸਰਕਾਰ ਨੂੰ, ਦੂਸਰੀ ਗੱਲ ਕਿ ਕੀ ਖੋਲ੍ਹਣੇ ਚਾਹੀਦੇ, ਤੀਸਰੀ ਗੱਲ ਕਿ ਕੀ ਭੰਗ ਨੇ ਸਾਡਾ ਕਹਾਣੀ ਕਰ ਦੇਣਾ ਹੈ ਨਹੀਂ। ਦੇਖੋ ਪਰਮਵੀਰ ਜੀ, ਇਹਨਾਂ ਸਮਾਜਾਂ ਦੀ ਜਿੰਨਾ ਕੁ ਮੈਨੂੰ ਸਮਝ ਆਈ ਆ, ਪਰ ਵੈਸੇ ਜੇ ਹੁਣ ਭੰਗ ਦੀ ਗੱਲ ਹੀ ਸਭ ਤੋਂ ਪਹਿਲਾਂ ਕਰ ਲਈਏ ਵੀ ਸਭ ਤੋਂ ਸੌਖੀ ਇਹ ਕਿੱਥੇ ਮਿਲਦੀ ਆ ਜੀ। ਤੁਸੀਂ ਵੀ ਸੰਸਾਰ ਦੇਖਿਆ, ਮੈਂ ਵੀ, ਤੇ ਮੈਨੂੰ ਤੇ ਦੇਖ ਕੇ ਇਹ ਲੱਗਦਾ ਵੀ ਪੰਜਾਬ ਨਾਲੋਂ ਸੌਖੀ ਭੰਗ ਕਿਤੇ ਨਹੀਂ ਮਿਲਦੀ। ਸੜਕ ਦੇ ਇੱਧਰਲੇ ਪਾਸੇ ਵੀ ਭੰਗ, ਸੜਕ ਦੇ ਇੱਧਰਲੇ ਪਾਸੇ ਵੀ ਭੰਗ, ਘਰਾਂ ਤੋਂ 10 ਫੁੱਟ ਦੂਰੀ ਸ਼ੁਰੂ ਹੋ ਜਾਂਦੀ ਹੈ, ਹਨਾ। ਤੇ ਸਾਡੇ ਲੇਕਿਨ ਕਿ ਸੱਭਿਆਚਾਰ ਦੀ ਖੂਬਸੂਰਤੀ ਕੀ ਸੀ, ਸਾਡੇ ਮਾਪਿਆਂ ਦੀ ਸਾਨੂੰ ਸਿੱਖਿਆ ਕੀ ਸੀ ਵੀ ਅਸੀਂ ਉਹ ਭੰਗ ਵੱਲ ਦੇਖਦੇ ਵੀ ਨਹੀਂ ਸੀ। ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ ਵੀ ਦੁਕਾਨ ਖੁੱਲੀ ਦਾ ਮਤਲਬ ਇਹ ਨਹੀਂਗਾ ਵੀ ਉੱਥੇ ਸਾਰੇ ਮਹੱਲੇ ਨੇ ਚਲੇ ਜਾਣਾ ਜੀ। ਇਹਨਾਂ ਨੇ ਦੁਕਾਨਾਂ ਇਹ ਖੋਲ੍ਹੀਆਂ, ਐਕਸੈਸਿਬਿਲਿਟੀ ਇਸ ਕਰਕੇ ਰੱਖੀ ਹੁੰਦੀ ਆ ਵੀ ਇਹ ਚੋਰਾਂ ਦੇ ਬਾਜ਼ਾਰਾਂ ਵਿੱਚੋਂ ਲੈ ਕੇ ਲੋਕ ਉਜੜਨ ਨਾ, ਉੱਥੋਂ ਗਲਤ ਮਿਲਾਵਟੀ ਚੀਜ਼ਾਂ ਖਾ ਕੇ ਮਰਨ ਨਾ। ਹੁਣ ਓਵਰਡੋਜ਼ ਦੇ ਨਾਲ ਮੌਤਾਂ ਅਸੀਂ ਦੇਖ ਰਹੇ ਸੀ ਸਾਡੇ ਬਰੈਂਪਟਨ, ਮਿਸਿਸਾਗਾ, ਕੈਲੇਡਨ ਦੇ ਵਿੱਚ ਹੀ ਪਿਛਲੇ 1 ਸਾਲ ਦੇ ਵਿੱਚ ਹੀ 150 ਤੋਂ ਜ਼ਿਆਦਾ ਲੋਕ ਸਿਰਫ ਜ਼ਿਆਦਾ ਓਵਰਡੋਜ਼ ਨਸ਼ਾ ਕਰ, ਜਿੰਨਾ ਤੁਹਾਡੇ ਸਰੀਰ ਦੀ ਝੱਲਣ ਦੀ ਸਮਰੱਥਾ ਹੈ ਉਹਦੇ ਤੋਂ ਵੱਧ ਕੋਈ ਚੀਜ਼ ਅੰਦਰ ਪਾਓਗੇ ਤੇ ਉਹਨੇ ਅੰਦਰ ਜਾ ਕੇ ਕੁਝ ਕਰਨਾ ਹੈ। ਯਾਨੀ ਹਰ ਦੂਸਰੇ ਤੀਸਰੇ ਦਿਨ ਇੱਕ ਬੰਦਾ ਮਰ ਰਿਹਾ ਇੰਨੇ ਛੋਟੇ ਏਰੀਏ 'ਚ। ਬਿਲਕੁਲ ਠੀਕ ਹੈ। ਸੋ ਪੂਰੇ ਕੈਨੇਡਾ ਦੀ ਤਾਂ ਗੱਲ ਹੀ ਵੱਖਰੀ ਹੈ। ਕੋਵਿਡ ਦੇ ਸਮੇਂ ਦੇ ਵਿੱਚ ਕੋਵਿਡ ਨਾਲੋਂ ਵੱਧ ਓਵਰਡੋਜ਼ ਦੇ ਨਾਲ ਮੌਤਾਂ ਹੁੰਦੀਆਂ ਰਹੀਆਂ ਬ੍ਰਿਟਿਸ਼ ਕੋਲੰਬੀਆ ਵਰਗੇ ਇਲਾਕਿਆਂ ਦੇ ਵਿੱਚ। ਪਰ ਲੇਕਿਨ ਕਿ ਹੁਣ ਦੇਖੋ ਵੀ ਇਹ ਨਸ਼ਾ ਆਪਾਂ ਸਾਰੀ ਦੁਨੀਆ ਦੇਖੀ ਹੈ, ਸਾਨੂੰ ਨਾ ਕਦੀ ਕਿਸੇ ਨੇ ਖਿਲਾਇਆ ਨਾ ਕਦੀ ਕਿਸੇ ਨੇ ਪਿਲਾਇਆ ਜੀ। ਹੁਣ ਕਿਉਂ ਨਹੀਂ ਕਿਸੇ ਨੇ ਖਿਲਾਇਆ ਜਾਂ ਕਿਉਂ ਨਹੀਂ ਕਿਸੇ ਨੇ ਪਿਲਾਇਆ? ਕਿਉਂ ਆਪਾਂ ਨਹੀਂ ਸੀ ਖਾਣਾ, ਸਾਡੀ ਨੀਤ ਨਹੀਂ ਸੀ ਇੰਨੀ, ਸਾਡੀ ਨੀਤ ਨਹੀਂ ਸੀ ਗਿਰੀ ਹੋਈ ਵੀ ਅਸੀਂ ਖਾਧੇ ਬਿਨਾਂ ਪੀਤੇ ਬਿਨਾਂ ਰਹਿ ਨਹੀਂ ਸਕਦੇ। ਰਹੇ ਆ ਬੜੇ ਵਧੀਆ। ਜਿਹੜੀ ਪੰਜਾਬੀ ਕਲਚਰ 'ਚ ਗੱਲ ਚੱਲਦੀ ਆ ਵੀ ਮੇਰੇ ਤੇ ਮਿੱਤਰਾਂ ਨੇ, ਦੋਸਤਾਂ ਨੇ ਪੜਾਤੀ, ਮੇਰੇ ਨਾਲ ਨਹੀਂ ਤੇ ਉਹਨਾਂ ਨੇ ਗੁੱਸੇ ਹੋ ਜਾਣੇ ਸੀ। ਹੁਣ ਤੁਸੀਂ ਦੇਖੋ ਵੀ ਸਾਡੇ ਨਾਲ ਕਿੰਨੇ ਕੁ ਮਿੱਤਰ ਗੁੱਸੇ ਹੋ ਗਏ ਵੀ ਜੇ ਅਸੀਂ ਕਿਸੇ ਦੇ ਕਹਿਣ ਤੇ ਨਹੀਂ ਪੀਤੀ, ਸਗੋਂ ਉਹਨਾਂ ਨੇ ਸਨਮਾਨ ਕੀਤਾ। ਗਿਣਤੀਆਂ ਵਧੀਆਂ ਹੀ ਨੇ। ਇਹ ਪੀਣ ਖਾਣ ਵਾਲੇ ਲੋਕਾਂ ਨੂੰ ਲੱਗਦਾ ਰਹਿੰਦਾ ਵੀ ਕਿਤੇ ਨਾ ਕਿਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਕੰਮ ਅਜਿਹਾ ਕਰ ਰਹੇ ਹਾਂ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ। ਤੇ ਉਹਨਾਂ ਦੀ ਸੰਗਤ ਦੇ ਵਿੱਚ ਜੇ ਕੋਈ ਵਿਅਕਤੀ ਐਸੀ ਰੰਗਤ ਲੈ ਕੇ ਆ ਜਾਏ ਕਿ ਉਹ ਨਾ ਖਾਵੇ ਪੀਵੇ ਤੇ ਅਸਲ 'ਚ ਉਹਨੂੰ ਸਤਿਕਾਰ ਮਿਲਦਾ ਹੈ। ਇਹ ਸਾਡੇ ਮਨ ਦੇ ਵਿੱਚ ਗਲਤ ਡਰ ਬਣਿਆ ਹੋਇਆ ਵੀ ਸ਼ਾਇਦ ਮੇਰੇ ਨਾਲ ਮੇਰੇ ਮਿੱਤਰ ਨੂੰ ਗੁੱਸੇ ਹੋ ਜਾਣਗੇ। ਭੰਗ ਦੀਆਂ ਦੁਕਾਨਾਂ ਜੇ ਖੁੱਲ੍ਹ ਵੀ ਗਈਆਂ, ਠੇਕੇ ਜੇ ਸ਼ਰਾਬ ਦੇ ਖੁੱਲ੍ਹੇ ਵੀ ਹੋਏ ਆ, ਤੁਸੀਂ ਦੇਖ ਲਓ, ਭਾਵੇਂ ਭਾਰਤ ਹੋਵੇ, ਭਾਵੇਂ ਕੈਨੇਡਾ ਹੋਵੇ, ਅਮਰੀਕਾ ਹੋਵੇ, ਯੂਰਪ ਹੋਵੇ, ਸਰਕਾਰ ਨੇ ਉਹ ਚੀਜ਼ਾਂ ਖੋਲ੍ਹੀਆਂ ਪਰ ਕਿਸੇ ਨੂੰ ਉੱਥੇ ਉਹ ਰੱਸੇ ਨਾਲ ਬੰਨ੍ਹ ਕੇ ਨਹੀਂ ਲੈ ਕੇ ਗਏ ਵੀ ਇੱਥੇ ਖਰੀਦੋ ਵੀ ਜ਼ਰੂਰ ਜੀ। ਆਪਣੀ ਮਰਜ਼ੀ ਨਾਲ ਹੀ ਅਸੀਂ ਘਰੋਂ ਗੱਡੀ ਤਿਆਰ ਕਰਦੇ ਹਾਂ, ਆਪਣੀ ਮਰਜ਼ੀ ਨਾਲ ਹੀ ਬਟੂਆ ਜੇਬ 'ਚ ਪਾਉਂਦੇ ਹਾਂ ਤੇ ਮਰਜ਼ੀ ਨਾਲ ਹੀ ਉੱਥੋਂ ਲਿਆ ਕੇ ਬੋਤਲਾਂ ਬੇਸਮੈਂਟਾਂ 'ਚ ਜਾਂ ਜਿੱਥੇ ਵੀ ਜਗ੍ਹਾ ਘਰ ਦੇ ਵਿੱਚ ਉਹਨੂੰ ਅਸੀਂ ਸਜਾਉਂਦੇ ਹਾਂ ਤਰ੍ਹਾਂ ਦੀਆਂ ਨੂੰ, ਹੈ ਨਾ ਜੀ। ਸੋ ਇਸ ਕਰਕੇ ਸਰਕਾਰ ਦਾ ਕਸੂਰ ਵੀ ਕੱਢ ਲਈਏ ਪਰ ਥੋੜ੍ਹਾ ਜਿਹਾ ਦੇਖ ਲਈਏ ਵੀ ਅਖੀਰ ਤੇ ਜਾਣੀ ਕਿ ਵੀ ਉਹਨਾਂ ਨੂੰ ਖੋਲ੍ਹਣਾ। ਓਨਟਾਰੀਓ ਦੇ ਵਿੱਚ ਸ਼ਰਾਬਾਂ ਦੇ ਠੇਕਿਆਂ ਦੀ ਕਦੀ ਹਿਸਟਰੀ ਪੜ੍ਹਨਾ ਵੀ ਉਹਨਾਂ ਨੇ ਕਿਉਂ ਖੋਲ੍ਹੇ ਸੀ, ਉਹ ਉਹਨਾਂ ਨੇ ਕਿਉਂ ਖੋਲ੍ਹੇ। ਤੁਸੀਂ ਹੁਣ ਦੇਖੋ, ਉਹਨਾਂ ਨੇ ਕਹਿੰਦੇ ਜੀ ਵੀ ਹਰਿਆਣੇ 'ਚ ਪਾਬੰਦੀ ਲਾਤੀ, ਯੂਪੀ 'ਚ ਪਾਬੰਦੀ ਲਾਤੀ, ਪਰ ਉਹ ਹੁਣ ਹੋਰ ਸਟੇਟਾਂ ਵੱਲ ਨੂੰ ਝਾਕ ਕੇ ਲੋਕ ਆਪਣੀ ਝਾਕ ਪੂਰੀ ਕਰ ਹੀ ਲੈਂਦੇ ਆ ਨਾ ਜੀ। ਇੱਦਾਂ ਹੀ ਆ ਵੀ ਇੱਥੇ ਕੋਈ ਸਮਾਂ ਐਸਾ ਸੀ ਪਰਮਵੀਰ ਜੀ ਵੀ ਲੋਕ ਸ਼ਰਾਬ ਉਹ ਘਰ ਦੀ ਕੱਢੀ ਬੇਹਿਸਾਬੀ ਪੀ ਕੇ ਮਰੀ ਜਾਂਦੇ ਸੀ। ਅੱਛਾ, ਕੈਨੇਡਾ ਦੇ ਵਿੱਚ ਵੀ? ਬਿਲਕੁਲ ਜੀ। ਉੱਥੋਂ ਇਹ ਜਿਹੜਾ LCBO ਆ ਸਾਡਾ, ਉਹਦੀ ਹਿਸਟਰੀ ਸ਼ੁਰੂ ਹੁੰਦੀ ਹੈ। ਇਸ ਕਰਕੇ ਸ਼ਰਾਬ ਦੀ ਸੇਲ ਨੂੰ ਰੈਗੂਲੇਟ ਕੀਤਾ ਗਿਆ ਵੀ ਇੰਨੀ ਕੁ ਡਿਗਰੀ ਤੋਂ ਵੱਧ ਜਿਹੜੀ ਉਹ ਨਾ ਵਿਕੇ, ਉਸ ਤਰੀਕੇ ਦੇ ਨਾਲ ਵੀ ਲੋਕ ਇਹ ਬੇਹਿਸਾਬੀ ਪੀ ਕੇ ਮਰਨ ਨਾ। ਇਹ ਸਦੀਆਂ ਪੁਰਾਣੀ ਗੱਲ ਹੋਊਗੀ। ਇਹ ਸ਼ਰਾਬ ਦੇ ਠੇਕਿਆਂ ਦੀ ਹਿਸਟਰੀ ਹੈ। ਕਦੀ LCBO ਦੀ ਹਿਸਟਰੀ ਤੁਸੀਂ ਕੱਢ ਕੇ ਪੜ੍ਹੋ ਵੀ ਕਿਉਂ ਬਣੇ ਇਹ। ਅੱਜ ਵੀ LCBO ਜਿਹੜਾ ਪ੍ਰਾਈਵੇਟ ਠੇਕਾ ਨਹੀਂ, ਉਹ ਮਤਲਬ ਸ਼ਰਾਬ ਉਹਨੂੰ ਗਵਰਨਮੈਂਟ ਰੈਗੂਲੇਟ ਕਰਦੀ ਹੈ। ਸੋ ਤਦ ਕਰਕੇ ਇਹ ਹੈ ਭੈਣ ਭਰਾਓ, ਸਰਕਾਰਾਂ ਤੇ ਹੁਣ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੇ ਚੁਣੀਆਂ ਹੁੰਦੀਆਂ ਜੀ, ਲੋਕ ਹੀ ਆਪਣੇ ਵਿੱਚੋਂ ਚੁਣ ਕੇ ਭੇਜਦੇ ਆ। ਸੋ ਸਰਕਾਰ ਵੀ ਉਹ ਹੀ ਹੋਏਗੀ, ਉਹ ਹੀ ਕਰੇਗੀ ਜੋ ਲੋਕ ਕਰ ਰਹੇ ਨੇ ਜਾਂ ਜੋ ਲੋਕ ਚਾਹੁੰਦੇ ਨੇ ਡੈਮੋਕ੍ਰੇਸੀ ਵਿੱਚ। ਸੋ ਸਿੰਪਲ ਇਜ਼ ਦੈਟ। ਸਰਕਾਰਾਂ ਦੇ ਵੀ ਕਸੂਰ ਵੀ ਕੱਢ ਲਈਏ ਪਰ ਇਹ ਨਸ਼ਿਆਂ 'ਚ, ਇਹ ਭੰਗਾਂ 'ਚ, ਇਹ ਸ਼ਰਾਬਾਂ 'ਚ ਮੈਂ ਨਹੀਂ ਸਮਝਦਾ ਕਿ ਨਿਰਾ ਕਸੂਰ ਸਰਕਾਰਾਂ ਦਾ, ਲੋਕਾਂ ਦਾ, ਕੰਜ਼ਿਊਮਰ ਦਾ। ਅਖੀਰ ਤੇ ਕੋਈ ਉਹਨਾਂ ਨੂੰ ਉੱਥੇ ਰੱਸੇ ਨਾਲ ਬੰਨ੍ਹ ਕੇ ਨਹੀਂ ਲੈ ਕੇ ਜਾਂਦਾ। ਭੈਣ ਭਰਾ ਆਪੇ ਹੀ ਉੱਥੇ ਬੜੀ ਖੂਬਸੂਰਤੀ ਦੇ ਨਾਲ ਜਾ ਕੇ ਬੋਤਲਾਂ ਅਸੀਂ ਜਿਹੜੀਆਂ ਸਜਾ ਕੇ ਜਾਂ ਭੰਗ ਦੀਆਂ ਦੁਕਾਨਾਂ 'ਤੇ ਵੀ ਜਿੱਥੇ ਕਿਤੇ ਵੀ ਅਸੀਂ ਜਾਂਦੇ ਹਾਂ ਆਪਣੀ ਮਰਜ਼ੀ ਨਾਲ ਜਾਂਦੇ ਹਾਂ। ਸੋ ਇਸ ਕਰਕੇ ਥੋੜ੍ਹਾ ਜਿਹਾ ਲੱਗਦਾ ਵੀ ਸਾਨੂੰ ਆਪਣੀ ਚੋਇਸ ਜਿਹੜੀ ਆ ਉਹਦੇ ਤੇ ਕੰਮ ਕਰਨ ਦੀ ਲੋੜ ਹੈ। ਇਹ ਤਪਣਾ ਥੋੜ੍ਹਾ ਜਿਹਾ ਹੀ ਪੈਂਦਾ ਹੈ, ਉਸ ਤੋਂ ਬਾਅਦ ਮਨ ਵੀ ਨਹੀਂ ਕਰਦਾ। ਅਸੀਂ ਸਾਰੀ ਜ਼ਿੰਦਗੀ ਦੇਖੀ ਆ, ਸਾਰੀ ਦੁਨੀਆ 'ਚ ਗਏ ਆ, ਸ਼ਰਾਬ ਦੇ ਠੇਕੇ ਮੂਹਰੇ ਗੱਡੀ ਚੁੱਪ ਕਰਕੇ ਲੰਘ ਜਾਂਦੀ ਹੈ। ਕਦੀ ਕਿਸੇ ਠੇਕੇ ਨੇ ਸਾਡੀ ਗੱਡੀ ਦਾ ਟਾਇਰ ਨਹੀਂ ਫੜਿਆ, ਤੁਸੀਂ ਅੱਗੇ ਨਹੀਂ ਜਾ ਸਕਦੇ, ਗੱਡੀ ਨੇ ਬ੍ਰੇਕ ਨਹੀਂ ਲਾਈ, ਹੈ ਨਾ। ਸੋ ਇਸ ਕਰਕੇ ਖੋਲ੍ਹੇ ਹੋਣਗੇ ਸਰਕਾਰ ਨੇ ਠੇਕੇ ਜਾਂ ਭੰਗ ਦੀਆਂ ਦੁਕਾਨਾਂ ਵੀ, ਪਰ ਉੱਥੇ ਕਦੇ ਕਿਸੇ ਨੂੰ ਕੋਈ ਰੱਸੇ ਨਾਲ ਬੰਨ੍ਹ ਕੇ ਨਹੀਂ ਲੈ ਕੇ ਗਿਆ। ਜੌਹਲ ਸਾਹਿਬ, ਹੁਣ ਇਹਦੇ ਵਿੱਚੋਂ ਜਿਹੜਾ ਸਵਾਲ ਨਿਕਲਦਾ, ਜਿੱਥੇ ਆ ਕੇ ਹੁਣ ਗੱਲ ਮੁੱਕਣੀ ਆ, ਹਾਂਜੀ, ਆਪਣੇ ਬੰਦੇ ਆਏ, ਰੱਜ ਕੇ ਮਿਹਨਤਾਂ ਕੀਤੀਆਂ ਕੈਨੇਡਾ ਦੇ ਵਿੱਚ, ਚਾਹੇ ਪਹਿਲਾਂ ਲੰਬਰ ਵਾਲੀਆਂ ਮਿੱਲਾਂ ਦੇ ਵਿੱਚ ਸੀ, ਉਹਦੇ ਤੋਂ ਬਾਅਦ ਚਾਹੇ ਟਰੱਕਿੰਗ, ਟੈਕਸੀ, ਫਿਰ ਹੋਟਲ ਇੰਡਸਟਰੀ ਦੇ ਵਿੱਚ, ਯਾਨੀ ਕੋਈ ਛੱਡਿਆ ਨਹੀਂ ਐਸਾ ਜਿੱਥੇ ਇਹਨਾਂ ਨੇ ਦਿਨ ਰਾਤ ਇੱਕ ਨਹੀਂ ਕੀਤਾ। ਹਾਂਜੀ,
ਹੁਣ ਘਰ ਬਣ ਗਏ, ਗੱਡੀਆਂ ਆ ਗਈਆਂ, ਪੈਸੇ ਧੇਲੇ ਪੱਖੋਂ ਵੀ ਬਹੁਤ ਸਾਰੇ ਸਾਡੇ ਪੰਜਾਬੀ ਮਿਹਨਤਕਸ਼ ਸੌਖੇ ਹੋ ਗਏ ਇੱਥੇ। ਹੁਣ ਮਸਲਾ ਅਗਲੀ ਪੀੜ੍ਹੀ ਦਾ, ਮਸਲਾ ਬੱਚਿਆਂ ਦਾ। ਬਹੁਤ ਸਾਰੀ ਜਗ੍ਹਾ ਤੇ ਲੱਗਦਾ ਕਈਆਂ ਨੇ ਤਾਲਮੇਲ ਬਿਠਾਇਆ, ਬਹੁਤ ਸੋਹਣਾ, ਬਹੁਤ ਵਧੀਆ। ਬੱਚਿਆਂ ਨੇ ਮੁੜ ਕੇ ਬਾਪੂ ਦਾ ਮਾਂ ਦਾ ਕੰਮ ਵੀ ਸਾਂਭ ਲਿਆ। ਕਈ ਬੱਚੇ ਬਹੁਤ ਵਧੀਆ ਡਿਗਰੀਆਂ ਲੈ ਕੇ ਹੋਰ ਪ੍ਰੋਫੈਸ਼ਨ ਦੇ ਵਿੱਚ ਗਏ, ਬੜੇ ਸਫਲ, ਵਧੀਆ। ਪਰ ਬਹੁਤ ਸਾਰੇ ਪੰਜਾਬੀ ਐਸੇ ਨੇ ਜਿਹੜੇ ਕਹਿੰਦੇ ਜੀ ਨਿਆਣੇ ਨਹੀਂ ਹੱਥਾਂ 'ਚ ਰਹੇ, ਅਸੀਂ ਨਿਆਣਿਆਂ ਲਈ ਸਾਰਾ ਕੁਛ ਕੀਤਾ, ਹੁਣ ਨਿਆਣੇ ਸਾਡੇ ਵੱਲ ਝਾਕਦੇ ਨੇ। ਨਿਆਣੇ ਕਹਿੰਦੇ ਤੁਸੀਂ ਸਾਡੇ ਕੋਲ ਬੈਠੇ ਨਹੀਂ, ਤੁਸੀਂ ਸਾਨੂੰ ਕੁਛ ਦੱਸਿਆ ਹੀ ਨਹੀਂ। ਉਹ ਮਿਹਨਤ ਕਰਦੇ ਰਹੇ, ਜਾਣੀ ਉਹ ਵੀ ਮੈਨੂੰ ਲੱਗਦਾ ਕਿ ਉਸ ਵੇਲੇ ਉਹਦੀ ਮਜਬੂਰੀ ਸੀ ਕੰਮ ਕਰਨਾ। ਬੱਚੇ ਹੋਰ ਪਾਸੇ ਚਲੇ ਗਏ। ਮੈਂ ਤੁਹਾਡੇ ਤੋਂ ਹੁਣ ਜਾਣਨਾ ਇਹ ਚਾਹੁੰਦਾ, ਕਿਉਂਕਿ ਪੀਲ ਸਕੂਲ ਬੋਰਡ ਦੇ ਟਰਸਟੀ ਹੋਣ ਦੇ ਨਾਤੇ ਹੁਣ ਤੁਹਾਡਾ ਮਾਪਿਆਂ ਨਾਲ ਵੀ ਵਾਹ ਪੈਂਦਾ ਤੇ ਬੱਚਿਆਂ ਨਾਲ ਵੀ ਪੈਂਦਾ, ਅੰਦਰਲੀਆਂ ਗੱਲਾਂ ਵੀ ਪਤਾ ਲੱਗਦੀਆਂ ਕਿ ਇਸ ਵੇਲੇ ਮਾਂ-ਬਾਪ ਬੱਚਿਆਂ ਦੇ ਪ੍ਰਤੀ ਕਿਹੜਾ ਫਰਜ਼ ਨਿਭਾਉਣ। ਕਿਉਂਕਿ ਰੌਲਾ ਇਹ ਨਹੀਂ ਹੈ ਕਿ ਤੁਸੀਂ ਬੱਚੇ ਨੂੰ ਕਹੋ ਕਿ ਆਹ 2 ਦਰਵਾਜ਼ੇ ਨੇ, ਆਹ ਠੀਕ ਹੈ ਤੇ ਆਹ ਗਲਤ ਹੈ। ਰੌਲਾ ਹੈ ਕਿ ਬੱਚਾ ਅਸੀਂ ਇੱਥੇ ਖੜਾ ਕਰਨਾ, ਉਹ ਆਪਣੇ ਆਪ ਉਹਦੀ ਸਮਝ ਸ਼ਕਤੀ ਐਡੀ ਚਾਹੀਦੀ ਹੈ, ਆਹ ਗਲਤ ਹੈ ਮੈਂ ਨਹੀਂ ਜਾਣਾ ਠੇਕੇ ਵੱਲ, ਆਹ ਸਹੀ ਹੈ ਮੈਂ ਇੱਧਰਲੇ ਪਾਸੇ ਨੂੰ ਜਾਣਾ। ਜਾਣੀ ਕਿ ਕਿੱਥੇ ਇੱਕ ਕਮਜ਼ੋਰੀ ਲੱਗਦੀ ਹੈ। ਹਰ ਇੱਕ ਬੰਦੇ ਦਾ ਕੈਲੀਬਰ ਓਨਾ ਉੱਚਾ ਨਹੀਂ ਹੁੰਦਾ ਕਿ ਭਾਈ ਉਹ ਆਪਣੇ ਬੱਚਿਆਂ ਦੇ ਨਾਲ ਤਾਲਮੇਲ ਵੀ ਚੰਗਾ ਰੱਖੇ, ਉਹਨੂੰ ਸਹੀ ਰਸਤੇ ਪਾ ਦੇ। ਬਾਕੀ ਭਾਈਚਾਰਿਆਂ ਦੇ ਮੁਕਾਬਲੇ ਕਿੱਥੇ ਸਾਡੀ ਕਮਜ਼ੋਰੀ, ਨਟ ਕਿੱਥੇ ਕੱਸਣ ਵਾਲਾ। ਦੇਖੋ ਜੀ, ਤੁਸੀਂ ਖੂਬਸੂਰਤ ਗੱਲ ਕਹੀ ਹੈ ਵੀ ਬੱਚਿਆਂ ਨਾਲ ਵਾਹ ਪੈਂਦਾ, ਪੇਰੈਂਟਸ ਨਾਲ, ਕਮਿਊਨਿਟੀ ਨਾਲ ਵਾਹ ਪੈਂਦਾ, ਤੇ ਨਾਲ ਤੁਸੀਂ ਕਿਹਾ ਵੀ ਅੰਦਰਲੀ ਗੱਲ ਪਤਾ ਲੱਗਦੀ ਹੈ ਜੀ। ਹੁਣ ਸਾਡਾ ਜੀਵਨ ਗੁਜ਼ਰਿਆ ਜਰਨਲਿਜ਼ਮ 'ਚ, ਬਿਲਕੁਲ ਠੀਕ, ਬੱਚਿਆਂ ਨਾਲ, ਕਮਿਊਨਿਟੀ ਨਾਲ, ਪੇਰੈਂਟਸ ਨਾਲ ਸਾਡਾ ਸਾਰੀ ਉਮਰ ਵਾਹ ਪੈਂਦਾ ਰਿਹਾ ਜੀ। ਅੰਦਰਲੀ ਗੱਲ ਹੁਣ ਪਤਾ ਲੱਗਣੀ ਸ਼ੁਰੂ ਹੋਈ ਹੈ। ਠੀਕ ਹੈ ਜੀ। ਅੰਦਰਲੀ ਗੱਲ ਹੁਣ ਪਤਾ ਲੱਗਣੀ ਸ਼ੁਰੂ ਹੋਈ ਕਰਕੇ ਅਸੀਂ ਦੱਸ ਸਕਦੇ ਹਾਂ ਵੀ ਕਮੀ ਕਿੱਥੇ ਰਹਿ ਰਹੀ ਹੈ। ਕਿਉਂਕਿ ਸਕੂਲ ਸਿਸਟਮ ਦੇ ਵਿੱਚ ਇੱਥੇ ਅਸੀਂ ਦੇਖਿਆ ਹੈ ਵੀ ਇਹ ਨਾ ਕੋਈ ਅਸੀਂ ਫਰਜ਼ ਕੀਤਾ ਕਿ ਇਹ ਵੀ 3 ਪਹੀਆਂ ਵਾਲੀ ਗੱਡੀ ਹੈ। 3 ਪਹੀਆਂ ਵਾਲੀ ਗੱਡੀ ਦੇ ਵਿੱਚ ਇੱਕ ਸਵਾਰੀ ਹੈ, ਸਵਾਰੀ ਹੈਗਾ ਜੀ ਸਟੂਡੈਂਟ, ਬੱਚਾ ਹੈ, ਤੇ 3 ਪਹੀਏ ਕਿਹੜੇ ਕਿਹੜੇ ਹੈ? ਇੱਕ ਹੈਗਾ ਜੀ ਬੋਰਡ, ਇੱਕ ਹੈਗਾ ਜੀ ਸਕੂਲ, ਤੇ ਤੀਸਰੀ ਹੈਗੀ ਕਮਿਊਨਿਟੀ। ਹੁਣ 3 ਪਹੀਆਂ ਦੇ ਵਿੱਚੋਂ ਇੱਕ ਦੇ ਵਿੱਚ ਵੀ ਹਵਾ ਘੱਟ ਹੋਵੇ ਤੇ ਗੱਡੀ ਨੇ ਡਿੱਕੇ ਡੋਲੇ ਖਾਣੇ। ਅੱਛਾ, ਹੁਣ ਜਿਹੜੇ ਪਹੀਏ 'ਚ ਹਵਾ ਜੇ ਘੱਟ ਆ ਤੇ ਅਸੀਂ ਦੂਜੇ ਪਹੀਆਂ ਦੇ ਵਿੱਚ ਹੀ ਥੋੜ੍ਹੀ ਥੋੜ੍ਹੀ ਹੋਰ ਹਵਾ ਐਡਜਸਟ ਕਰਦੇ ਰਹੀਏ, ਹੈ ਨਾ, ਤੇ ਉਹ ਜਿਹੜੇ ਘੱਟ ਪਹੀਏ ਵਾਲੇ ਹਵਾ ਵਾਲੇ ਪਹੀਏ ਨੂੰ ਅਸੀਂ ਐਡਰੈਸ ਨਾ ਕਰੀਏ ਤੇ ਉੱਥੇ ਫਿਰ ਪ੍ਰੋਬਲਮ ਆਏਗੀ। ਸੋ ਮੈਂ ਅੰਦਰਲੀਆਂ ਗੱਲਾਂ ਜਦੋਂ ਪਤਾ ਕਰਨ ਦੇ ਸਮਰੱਥ ਹੋਏ ਤਾਂ ਜਾ ਕੇ ਦੇਖਿਆ ਵੀ ਕਿਤੇ ਨਾ ਕਿਤੇ ਜਿਹੜਾ ਇਹ ਕਮਿਊਨਿਟੀ ਵਾਲਾ ਪਹੀਆ ਆ, ਇਹਦੇ ਪੇਚ ਢਿੱਲੇ ਆ ਤੇ ਇੱਧਰ ਸ਼ਾਇਦ ਕਮਿਊਨਿਟੀ ਨੂੰ ਧਿਆਨ ਨਹੀਂ ਦਵਾਇਆ ਗਿਆ। ਸੋ ਹੁਣ ਜਦੋਂ ਤੋਂ ਆਪਾਂ ਧਿਆਨ ਦਵਾ ਰਹੇ ਹਾਂ, ਕਮਿਊਨਿਟੀ ਦਾ ਇੰਨਾ ਵੱਡਾ ਪਰਮਵੀਰ ਜੀ ਸਹਿਯੋਗ ਮਿਲ ਰਿਹਾ, ਸਾਥ ਮਿਲ ਰਿਹਾ ਤੇ ਉਹ ਥੈਂਕ ਯੂ ਵੀ ਕਰ ਰਹੇ ਤੇ ਇਸ ਪਾਸੇ ਸਾਡਾ ਧਿਆਨ ਦਵਾਇਆ। ਉਹਦੇ ਵਿੱਚ ਇਹ ਹੈ ਵੀ ਜਿਹੜੇ ਬੱਚੇ ਆ ਨਾ, ਆਪਾਂ ਸਦਾ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਭਾਲ ਹੁੰਦੀ ਹੈ ਇੱਕ ਰੋਲ ਮਾਡਲ ਦੀ। ਬਿਲਕੁਲ ਠੀਕ। ਉਹਨਾਂ ਨੂੰ ਲੈਕਚਰਾਂ ਦੀ ਲੋੜ ਨਹੀਂ ਹੁੰਦੀ ਵੀ ਜੇ ਤੁਸੀਂ ਕਹੋ ਵੀ ਬੱਚੇ ਸ਼ਰਾਬ ਬਹੁਤ ਮਾੜੀ ਗੱਲ ਆ ਤੇ ਨਾਲ ਤੁਸੀਂ ਸ਼ਰਾਬ ਦਾ ਮਿੰਨੀ ਠੇਕਾ ਘਰ ਦੀ ਬੇਸਮੈਂਟ 'ਚ ਖੋਲਿਆ ਹੋਇਆ, ਠੀਕ ਹੈ, ਰੋਲ ਮਾਡਲ ਹੈ ਨਹੀਂ ਨਾ। ਬੱਚੇ ਨੂੰ ਰੋਲ ਮਾਡਲ ਚਾਹੀਦਾ। ਉਹਨੂੰ ਕਹੀਏ ਵੀ ਨਸ਼ੇ ਬਹੁਤ ਮਾੜੀ ਗੱਲ ਆ ਤੇ ਨਸ਼ੇ ਮਾੜੀ ਗੱਲ ਆ ਤੇ ਫਿਰ ਉਹਦਾ ਆਪ ਪੇਰੈਂਟ ਆ ਜਿਹੜਾ ਉਹ ਰੋਲ ਮਾਡਲ ਹੋਣਾ ਚਾਹੀਦਾ, ਹੈ ਨਾ। ਸੋ ਤਦ ਕਰਕੇ ਆ ਵੀ ਇਹ ਹੁਣ ਪਹਿਲਿਆਂ ਸਮਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਵੀ ਇੱਕ ਹੁੰਦਾ ਸੀ ਜੀ ਸਕੂਲ, ਇੱਕ ਹੁੰਦਾ ਸੀ ਘਰ ਪੇਰੈਂਟਸ, ਹੈ ਨਾ। ਵੀ ਬੱਚਾ ਸਵੇਰੇ ਸਕੂਲੇ ਭੇਜ ਦਿੱਤਾ, ਜੋ ਕੁਝ ਸਕੂਲੇ ਹੋ ਗਿਆ ਪੇਰੈਂਟਸ ਨੂੰ ਕੋਈ ਪਤਾ ਨਹੀਂ, ਮੁੜ ਕੇ ਬੱਚਾ ਘਰੇ ਆ ਗਿਆ, ਜੋ ਕੁਝ ਘਰੇ ਹੋ ਰਿਹਾ ਉਹ ਟੀਚਰਸ ਨੂੰ ਕੋਈ ਪਤਾ ਨਹੀਂ। ਪਰ ਹੁਣ ਜਿਹੜਾ ਇਹ ਕਮਿਊਨਿਟੀ ਤੇ ਐਜੂਕੇਸ਼ਨ ਸਿਸਟਮ, ਇਹ ਆਪਸ ਵਿੱਚ ਤਾਲਮੇਲ ਨਾਲ ਇੱਥੇ ਚੱਲਦੇ। ਵੈਸੇ ਉੱਥੇ ਵੀ ਹੁਣ ਤਾਂ ਇਹ ਸਭ ਕੁਝ ਆਉਂਦਾ ਜਾਂਦਾ, ਪੇਰੈਂਟਸ ਕੌਂਸਲ ਉੱਥੇ ਵੀ ਬਣਦੀਆਂ, ਸਾਡੇ ਵੀ ਇੱਥੇ ਪੇਰੈਂਟਸ ਕੌਂਸਲ ਜਿਹੜੀਆਂ ਪ੍ਰਿੰਸੀਪਲਸ ਦੀਆਂ ਹੁੰਦੀਆਂ, ਉਹਦੇ ਵਿੱਚ ਫਿਰ ਹੁਣ ਇਹ ਦੇਖਣ ਦੀ ਓਪਰਚੁਨਿਟੀ ਮਿਲੀ ਕਿ ਜਿਹੜਾ ਇੱਕ ਤੀਸਰੀ ਧਿਰ ਸੋਸ਼ਲ ਮੀਡੀਆ ਸੈੱਲ ਫੋਨ ਆ ਗਿਆ। ਪਹਿਲੇ ਸਮਿਆਂ 'ਚ ਇਹ ਨਹੀਂ ਹੁੰਦਾ ਸੀ ਇੰਟਰਨੈਟ। ਹੁਣ ਇਹ ਇੰਟਰਨੈਟ ਆ ਗਿਆ ਹੋਣ ਕਰਕੇ, ਇਹ ਸੈੱਲ ਫੋਨ ਆ ਗਏ ਹੋਣ ਕਰਕੇ, ਇਹ ਵਾਈਫਾਈ ਦੀ ਫੈਸਿਲਿਟੀ ਬੱਚੇ ਦੇ ਹੱਥਾਂ ਵਿੱਚ ਆ ਗਈ ਹੋਣ ਕਰਕੇ, ਤੇ ਹੁਣ ਸੈੱਲ ਫੋਨ 'ਤੇ ਫਿਰ ਡਿਪੈਂਡ ਕਰੇਗਾ ਕਿ ਅਸੀਂ ਕੰਜ਼ਿਊਮ ਕੀ ਕਰਦੇ ਹਾਂ। ਅਸੀਂ ਚੈਟ ਗਰੁੱਪਾਂ ਦੇ ਵਿੱਚ ਕਿਸ ਤਰ੍ਹਾਂ ਕਮਿਊਨੀਕੇਟ, ਕਿਸ ਤਰ੍ਹਾਂ ਦੇ ਲੋਕਾਂ ਨਾਲ ਕਰ ਰਹੇ ਹਾਂ। ਉੱਥੇ ਹੁਣ ਬਹੁਤ ਕੁਝ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ 'ਤੇ ਮਾੜਾ ਵੀ ਹੋ ਰਿਹਾ, ਉੱਥੇ ਬਹੁਤ ਕੁਝ ਚੰਗਾ ਵੀ ਹੋ ਰਿਹਾ। ਵੈਸੇ ਤਾਂ ਜਿਹੜੀ ਇਹ ਇੰਟਰਨੈਟ, ਕੰਪਿਊਟਰ ਤੇ ਸਾਰੀ ਤਰ੍ਹਾਂ ਦੀ ਇਹ ਜਿਹੜੀ ਟੈਕਨੋਲੋਜੀ ਦੀ ਮਹਾਨ ਖੋਜ ਹੈ, ਇਨੋਵੇਸ਼ਨ ਹੈ, ਇਹ ਇਸ ਕਰਕੇ ਆ ਵੀ ਸਾਡੀਆਂ ਜ਼ਿੰਦਗੀਆਂ ਨੂੰ ਆਸਾਨ ਕਰਨ ਦੇ ਲਈ। ਜੀ ਹੁਣ ਆਸਾਨ ਅਸੀਂ ਤਾਂ ਕਰਾਂਗੇ ਜੇ ਇਸ ਦਾ ਫਾਇਦਾ ਅਸੀਂ ਉਹ ਲਵਾਂਗੇ ਜਿਹੜਾ ਸਾਨੂੰ ਲੈਣ ਦੀ ਲੋੜ ਆ, ਜਿਹੜਾ ਸਾਨੂੰ ਪ੍ਰੋਗਰੈਸ ਵਾਲੇ ਪਾਸੇ ਨੂੰ ਲੈ ਕੇ ਜਾਵੇ। ਤੇ ਉੱਥੇ ਜੇ ਅਸੀਂ ਜਾਣੀ ਕਿ ਇਹੋ ਜਿਹੇ ਚੈਟ ਗਰੁੱਪਾਂ ਦੇ ਵਿੱਚ ਸ਼ਾਮਲ ਹੋ ਕੇ ਹਰਾਸਮੈਂਟ ਕਰ ਰਹੇ ਹਾਂ, ਕਰਵਾ ਰਹੇ ਹਾਂ, ਉੱਥੋਂ ਗਰੂਮਿੰਗ ਹੋ ਰਹੀ ਆ, ਜਾਂ ਹੋਰ ਤਰ੍ਹਾਂ ਉੱਥੋਂ ਨੰਗ ਧੜੰਗਾ ਅਸੀਂ ਸਾਰਾ ਸਮਾਨ ਕੰਜ਼ਿਊਮ ਕਰ ਰਹੇ ਹਾਂ, ਤੇ ਫਿਰ ਨੈਚੁਰਲੀ ਆ ਵੀ ਅਸੀਂ ਇਹਨਾਂ ਮਹਾਨ ਖੋਜਾਂ ਦਾ ਨਾਲੇ ਤੇ ਅਪਮਾਨ ਕਰ ਰਹੇ ਹਾਂ ਤੇ ਨਾਲੇ ਇਹਨਾਂ ਦਾ ਦੁਰਉਪਯੋਗ ਹੋਣ ਦੇ ਨਾਤੇ ਆਪਣੀ ਜ਼ਿੰਦਗੀ ਦਾ ਆਪੇ ਸਤਿਆਨਾਸ਼ ਕਰ ਰਹੇ ਹਾਂ। ਸੋ ਇਸ ਕਰਕੇ ਮੇਰੇ ਧਿਆਨ ਵਿੱਚ ਇਹ ਗੱਲ ਆਈ
ਵੀ ਬੱਚੇ ਸਕੂਲਾਂ ਤੋਂ ਸਸਪੈਂਡ ਹੋ ਰਹੇ ਆ। ਪਹਿਲਾਂ ਹੁੰਦਾ ਸੀਗਾ ਸਾਡੇ ਨਾਲ ਰੇਸਿਜ਼ਮ ਬਹੁਤ ਹੋ ਰਿਹਾ, ਮੈਂ ਜਾ ਕੇ ਦੇਖਿਆ ਜੀ ਵੀ ਉੱਥੇ ਤਾਂ ਸਾਡੀ ਕਮਿਊਨਿਟੀ ਦੇ ਬੱਚੇ ਬਹੁਤ ਸਸਪੈਂਡ ਹੋ ਰਹੇ ਆ। ਪਹਿਲਾਂ ਹੁੰਦਾ ਸੀਗਾ ਜੀ ਵੀ ਜਿਹੜੇ ਬਲੈਕ ਕਮਿਊਨਿਟੀ ਦੇ ਜਾਂ ਦੂਸਰੀਆਂ ਕਮਿਊਨਿਟੀਜ਼ ਦੇ ਨਾਲ ਪੰਜਾਬੀ ਬੱਚਿਆਂ ਦੀ ਲੜਾਈ ਹੋ ਜਾਂਦੀ ਹੈ ਜੀ। ਹੁਣ ਫਿਰ ਪਤਾ ਲੱਗਾ ਨਹੀਂ ਜੀ ਪੰਜਾਬੀ ਬੱਚੇ ਹੀ ਇੰਨੇ ਆ ਵੀ ਉਹਨਾਂ ਦੇ ਕਾਂ ਗਰੁੱਪ ਬਣੇ ਹੋਏ ਆਪਸ ਵਿੱਚ ਲੜ ਕੇ ਸਸਪੈਂਡ ਹੋ ਜਾਂਦੇ ਆ। ਅੱਛਾ, ਕਹਿਣ ਦਾ ਮਤਲਬ ਇਹ ਆ ਵੀ ਫਿਰ ਦੇਖਿਆ ਉਹ ਜਦੋਂ ਅਸੀਂ ਨਾ ਇਲੈਕਸ਼ਨ ਵਿੱਚ ਕਹਿ ਕੇ ਗਏ ਸੀ ਪਰਮਵੀਰ ਜੀ ਵੀ ਅਸੀਂ ਫੜਨੀ ਸਮੱਸਿਆਵਾਂ ਦੀ ਜੜ, ਅਸੀਂ ਉਹ ਕੋਈ ਡੀਲਾ ਘਾਹ ਉੱਤੋਂ ਤੋੜ ਕੇ ਨਹੀਂ ਤਸੱਲੀਆਂ ਕਰੀ ਜਾਣੀਆਂ, ਫੇਰ ਫੁੱਟੀ ਜਾਵੇ, ਅਗਲੇ ਦਿਨ ਫਿਰ ਉਹ ਓਡਾ ਫੇਰ ਤੋੜਿਆ, ਉਹ ਅਗਲੇ ਦਿਨ ਫੇਰ ਓਡਾ। ਅਸੀਂ ਕਿਹਾ ਸੀ ਵੀ ਡੂੰਘਾ ਰੰਬਾ ਮਾਰਾਂਗੇ, ਡੀਲੇ ਘਾਹ ਦੀ ਜੜ ਨੂੰ ਅਸੀਂ ਪਟਾਂਗੇ ਤੇ ਫਿਰ ਉਹ ਦੁਬਾਰਾ ਉੱਗੇਗਾ ਨਹੀਂ। ਇੱਦਾਂ ਹੀ ਫਿਰ ਦੇਖਿਆ ਵੀ ਇਹ ਜਿਹੜਾ ਹਰਾਸਮੈਂਟ ਹੈ, ਜਿਹੜੀ ਵਾਇਲੈਂਸ ਆ, ਜਾਂ ਜਿਸ ਵੀ ਕਿਸੇ ਦੇ ਨਾਲ ਇਹ ਜਿਹੜੀਆਂ ਲੜਾਈਆਂ ਵਗੈਰਾ, ਵੀ ਇਹਦੀ ਜੜ ਕਿੱਥੇ ਆ, ਹੈ ਨਾ। ਤੇ ਜਾਂ ਫਿਰ ਜਿਹੜੇ ਇਹ ਬੱਚੇ ਨਸ਼ਾ ਕਰਦੇ ਆ, ਜਾਂ ਫਿਰ ਇਹ ਨਸ਼ਾ ਖਰੀਦਣਾ ਕਿੱਦਾਂ, ਜਾਂ ਫਿਰ ਇੱਕ ਦੂਜੇ ਗਰੁੱਪਾਂ ਨਾਲ ਲੜਨਾ ਆ ਤੇ ਗਰੁੱਪ ਬਣਾਉਣੇ ਕਿੱਦਾਂ, ਉਹ ਸਭ ਕੁਝ ਜਿਹੜੀ ਬੱਚਿਆਂ ਦੀ ਗਰੂਮਿੰਗ, ਵੀ ਪੇਰੈਂਟਸ ਨਹੀਂ ਚੰਗੇ ਹੁੰਦੇ, ਵੀ ਆ ਜਿਹੜਾ ਲਾਭ ਆ ਇਹ ਬਹੁਤ ਵਧੀਆ ਗੱਲ ਹੁੰਦੀ ਨਿੱਕੇ ਜਿਹੇ ਬੱਚੇ ਨੂੰ, ਟੀਨੇਜਰ ਨੂੰ, 10 ਸਾਲ ਦੇ 12 ਸਾਲ ਦੇ ਬੱਚੇ ਨੂੰ, ਹੈ ਨਾ, ਵੀ ਜਾਣੀ ਬੱਚੇ ਨੂੰ ਪੇਰੈਂਟਸ ਦੇ ਹੱਥਾਂ ਵਿੱਚੋਂ ਕੱਢਣਾ ਤੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਹਨੂੰ ਭਰਮਾ ਕੇ ਜਾਣੀ ਕੋਈ ਸੈਕਸ ਟ੍ਰੇਡ ਕਹਿ ਲਓ ਜਾਂ ਇਸ ਤਰ੍ਹਾਂ ਦੇ ਉਹਨਾਂ ਨੇ ਧੰਦਿਆਂ ਦੇ ਵਿੱਚ ਪਾਉਣਾ, ਡਰੱਗ ਦੇ ਵਗੈਰਾ ਦੇ ਵਿੱਚ, ਉਹਦੀ ਗਰੂਮਿੰਗ ਇੰਨੇ ਪਿਆਰ ਨਾਲ ਕਰਨੀ ਵੀ ਬੱਚੇ ਨੂੰ ਲੱਗਦਾ ਵੀ ਇਹ ਜਿਹਦੇ ਨਾਲ ਮੇਰੀ ਚੈਟਿੰਗ ਚੱਲ ਰਹੀ ਹੈ ਇਹ ਬਹੁਤ ਵਧੀਆ ਇਨਸਾਨ ਆ, ਤੇ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਪੇਰੈਂਟਸ ਇਹ ਤੇ ਐਵੇਂ ਹੀ ਆ। ਸੋ ਇਸ ਕਰਕੇ ਮੈਂ ਇਹ ਦੇਖਿਆ, ਫਿਰ ਪ੍ਰਿੰਸੀਪਲਸ ਟੀਚਰ ਸਾਹਿਬਾਨਾਂ ਨਾਲ ਗੱਲ ਕੀਤੀ ਡੀਟੇਲ ਦੇ ਵਿੱਚ ਵੀ ਇਹ ਸਾਰਾ ਕੁਝ ਹੋ ਰਿਹਾ, ਕਮਿਊਨਿਟੀ ਕਹਿ ਰਹੀ ਹੈ ਵੀ ਸਕੂਲ ਕੁਛ ਨਹੀਂ ਕਰਦਾ, ਤੁਸੀਂ ਕਹੀ ਜਾ ਰਹੇ ਆ ਵੀ ਟੀਚਰ ਅਸੀਂ ਆਪਣੀ ਪੂਰੀ ਵਾਹ ਲਾਈ ਬੈਠੇ ਆ, ਵੀ ਪ੍ਰੋਬਲਮ ਹੈ ਕਿੱਥੇ ਆ। ਕੁਝ ਟੀਚਰਸ ਨੇ ਫਿਰ ਪਰਮਵੀਰ ਜੀ ਮੈਨੂੰ ਇਹ ਦੱਸਿਆ ਵੀ ਅਸਲ ਦੇ ਵਿੱਚ ਜਿਹੜੀ ਪੁਆੜੇ ਦੀ ਜੜ ਇਹ ਸੋਸ਼ਲ ਮੀਡੀਆ, ਵਾਈਫਾਈ, ਸੈੱਲਫੋਨ ਦਾ ਅਬਿਊਜ਼ ਆ ਜੀ। ਫਿਰ ਉਹਨਾਂ ਨੇ ਕਿਹਾ ਵੀ ਸਾਡੇ ਸਕੂਲਾਂ ਦੇ ਵਿੱਚ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਸੈੱਲਫੋਨ ਦੀ ਕੋਈ ਲੋੜ ਹੀ ਨਹੀਂ ਹੈ। ਅਸੀਂ ਕਿਸੇ ਨੂੰ ਕਹਿੰਦੇ ਹੀ ਨਹੀਂ ਵੀ ਤੁਸੀਂ ਸੈੱਲਫੋਨ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਲੈ ਕੇ, ਗ੍ਰੇਡ 12 ਤੱਕ ਲੋੜ ਹੀ ਨਹੀਂ, ਸਾਡੇ ਸਕੂਲਾਂ 'ਚ ਕਿਸੇ ਸੈੱਲਫੋਨ ਦੀ ਲੋੜ ਨਹੀਂ ਹੈ ਜੀ। ਪੇਰੈਂਟਸ ਕਿਉਂ ਲੈ ਕੇ ਦਿੰਦੇ ਆ, ਪੇਰੈਂਟਸ ਜਾਣਨ। ਪੇਰੈਂਟਸ ਸੈੱਲਫੋਨ ਲੈ ਕੇ ਦੇ ਕੇ 24 ਘੰਟੇ ਉੱਥੇ ਵਾਈਫਾਈ ਦੀ ਫੈਸਿਲਿਟੀ ਦੇ ਕੇ, ਬੱਚੇ ਨੂੰ ਵੱਖਰਾ ਬੈਡਰੂਮ ਦੇ ਕੇ, ਬੈਡਰੂਮ ਦੇ ਵਿੱਚ ਉਹਨੂੰ ਇਹ ਵਾਈਫਾਈ ਤੇ ਸੈੱਲਫੋਨ ਕੰਪਿਊਟਰ ਨਾਲ ਨਿਵਾਜ ਕੇ, ਉਹਨਾਂ ਨੂੰ ਸੁਪਰਵਾਈਜ਼ ਨਾ ਕਰਕੇ, ਉਹਨਾਂ ਨੂੰ ਮੋਨੀਟਰ ਪ੍ਰੋਪਰਲੀ ਨਾ ਕਰਕੇ, ਬੱਚਾ ਤਾਂ ਬੱਚਾ ਨਾ ਜੀ, ਬੱਚੇ ਦਾ ਕਸੂਰ ਨਹੀਂ ਕੱਢ ਸਕਦੇ। ਜੇ ਬੱਚਾ, ਹੁਣ ਤੁਸੀਂ ਦੇਖੋ ਆਪਾਂ ਵੀ ਛੋਟੇ ਟੀਨੇਜ ਚੋਂ ਲੰਘੇ ਆ, ਜਦੋਂ ਸਾਨੂੰ ਟੀਚਰ ਦੇਖਦੇ ਸੀਗੇ, ਟੀਚਰ ਕਲਾਸ 'ਚ ਹੁੰਦਾ ਸੀ, ਉਦੋਂ ਸਾਡਾ ਬਿਹੇਵੀਅਰ ਕੀ ਹੁੰਦਾ ਸੀ, ਜਦੋਂ ਸਾਡੇ ਸਿਰ ਤੇ ਪੇਰੈਂਟਸ ਖੜੇ ਸੀ ਉਦੋਂ ਸਾਡਾ ਬਿਹੇਵੀਅਰ ਕੀ ਹੁੰਦਾ ਸੀ, ਜਦੋਂ ਉਹ ਜਰਾ ਕੁ ਪਰੇ ਹੁੰਦੇ ਸੀ ਉਦੋਂ ਸਾਡਾ ਬਿਹੇਵੀਅਰ ਕੀ ਹੁੰਦਾ ਸੀ, ਕਮਰਾ ਸਿਰ ਤੇ ਚੱਕ ਲੈਣਾ। ਤੇ ਉਹ ਗੱਲ ਹੁਣ ਵੀ ਇਦਾਂ ਹੀ ਹੈ ਜੀ, ਉਹ ਗੱਲ ਹੁਣ ਵੀ ਇਦਾਂ ਹੀ ਹੈ ਵੀ ਬੱਚੇ ਜੇ ਉਹਨਾਂ ਦਾ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਚੈਟਿੰਗ ਮੋਨੀਟਰ ਕਰ ਰਹੇ ਹੋ ਵੀ ਹਾਂਜੀ ਤੂੰ ਆ ਲਿਖਿਆ, ਤੈਨੂੰ ਅੱਗੋਂ ਕੀ ਜਵਾਬ ਆਇਆ, ਅੱਛਾ ਇਹ ਗੱਲ ਹੋ ਰਹੀ ਹੈ, ਇਹ ਗੱਲ ਦਾ ਕੀ ਮਤਲਬ ਹੈ, ਜੇ ਉਹਦੀ ਟ੍ਰਾਂਸਕ੍ਰਿਪਟ ਤੁਸੀਂ ਨਾਲ ਦੀ ਨਾਲ ਮੋਨੀਟਰ ਕਰੀ ਜਾ ਰਹੇ ਹੋ ਤੇ ਬੱਚਾ ਬਚਿਆ ਰਹੇਗਾ, ਨਹੀਂ ਤੇ ਫਿਰ ਬੱਚਾ ਹੈ। ਜੇ ਤੁਸੀਂ ਆਪਣੀ ਜਗ੍ਹਾ, ਹੁਣ ਬਹੁਤ ਸਾਰੇ ਪੇਰੈਂਟਸ ਹੈ ਜਿਨ੍ਹਾਂ ਕੋਲ ਪਰਮਵੀਰ ਜੀ ਕੋਈ ਇੰਨੀ ਤਰਬੀਅਤ ਹੀ ਹੈ ਨਹੀਂ ਵੀ ਉਹ ਸੋਸ਼ਲ ਮੀਡੀਆ ਵਾਚ ਕਰ ਸਕਣ ਬੱਚੇ ਦਾ ਵੀ ਉੱਥੇ ਹੋ ਕੀ ਰਿਹਾ। ਜਿਹੜੇ ਪੇਰੈਂਟਸ ਇਹੋ ਜਿਹੇ ਆ ਵੀ ਉਹਨਾਂ ਕੋਲ ਨੌਲੇਜ ਹੀ ਨਹੀਂ ਹੈ ਵੀ ਉਹਨਾਂ ਨੇ ਆਪਣੇ ਬੱਚੇ ਦਾ ਸੋਸ਼ਲ ਮੀਡੀਆ ਅਬਿਊਜ਼ ਮੋਨੀਟਰ ਜਾਂ ਸੁਪਰਵਾਈਜ਼ ਕਿੱਦਾਂ ਕਰਨਾ, ਉਹ ਬੱਚਾ ਭਾਵੇਂ ਉਹਨਾਂ ਦੇ ਸਾਹਮਣੇ ਚੰਦ ਚੜ੍ਹ ਜਾਵੇ ਜੀ, ਉਹ ਕਵੇ ਜੀ ਘਰ ਦਾ ਕੰਮ ਚੱਲ ਰਿਹਾ, ਪਰ ਹੁਣ ਅਸਲ 'ਚ ਘਰ ਦਾ ਕੰਮ ਚੱਲ ਰਿਹਾ ਕਿ ਨਹੀਂ, ਇਹ ਉਹ ਪੇਰੈਂਟ ਪਤਾ ਕਰ ਸਕੂਗਾ ਜਿਹੜਾ ਉਸ ਨੂੰ ਕੰਟਰੋਲ ਕਰ ਸਕਦਾ ਹੈ ਜੀ। ਸੋ ਮੇਰੀ ਸਮਝ ਵਿੱਚ ਫਿਰ ਇਹ ਗੱਲ ਆਈ ਕਿ ਵੀ ਜਿਹੜਾ ਇਹ ਸੋਸ਼ਲ ਮੀਡੀਆ ਦਾ ਅਬਿਊਜ਼ ਆ, ਇਹ ਵੱਡੀ ਤਾਦਾਦ ਦੇ ਵਿੱਚ ਸਕੂਲਾਂ ਦੇ ਵਿੱਚ ਪੁਆੜੇ ਦੀ ਜੜ ਆ। ਬਹੁਤ ਸਾਰੀਆਂ ਸਮੱਸਿਆਵਾਂ ਸਕੂਲਾਂ 'ਚ ਜਾ ਕੇ ਵੱਡੀਆਂ ਹੁੰਦੀਆਂ ਹੋ ਸਕਦੀਆਂ, ਪਰ ਉਹ ਪੈਦਾ ਉਦੋਂ ਹੋ ਰਹੀਆਂ ਜਦੋਂ ਬੱਚਾ ਸੋਸ਼ਲ ਮੀਡੀਆ ਯੂਜ਼ ਘਰ ਦੇ ਵਿੱਚ ਉਹ ਸਕੂਲ ਤੋਂ ਬਾਹਰ ਕਰ ਰਿਹਾ ਜੀ। ਸੋ ਸਕੂਲ ਤੋਂ ਬਾਹਰ ਦਾ ਮਤਲਬ ਵੀ ਜ਼ਿਆਦਾ, ਹੁਣ ਦੇਖੋ ਸਕੂਲ ਦੇ ਤੇ 6 ਘੰਟੇ ਆ ਜੀ, ਹਾਂਜੀ 6 ਘੰਟੇ ਲਾ ਕੇ ਬਾਕੀ ਸਾਰੇ ਜਿਹੜੇ ਘੰਟੇ ਆ ਉਹ ਬੱਚਾ ਜਾਂ ਘਰ ਵਿੱਚ ਆ ਜਾਂ ਸੁਸਾਇਟੀ ਵਿੱਚ ਜਾਂ ਪੇਰੈਂਟਸ ਕੋਲ ਆ। ਹੁਣ ਸਕੂਲ ਦੇ ਵਿੱਚ ਤਾਂ ਸੋਸ਼ਲ ਮੀਡੀਆ ਉਹਨੇ ਯੂਜ਼ ਕਰਨਾ ਨਹੀਂ ਆ, ਜੇ ਕਰਨਾ ਤੇ ਉੱਥੇ ਟੀਚਰ ਮੌਕੇ ਤੇ ਮੌਜੂਦ ਆ, ਮਤਲਬ ਉਹਨੇ ਸੈੱਲਫੋਨ ਨਹੀਂ ਯੂਜ਼ ਕਰਨਾ ਕਿਉਂਕਿ ਸੈੱਲਫੋਨ ਦੀ ਸਾਡੇ ਰਿਕੁਆਇਰਮੈਂਟ ਹੀ ਨਹੀਂ ਆ। ਤੇ ਉੱਥੇ ਤਾਂ ਸਗੋਂ ਸੈੱਲਫੋਨ ਉਹ ਪੇਰੈਂਟਸ ਨੂੰ ਖਬਰਦਾਰ ਕੀਤਾ ਜਾਂਦਾ ਵੀ ਚੱਲਦੀ ਕਲਾਸ ਦੇ ਵਿੱਚ ਕਈ ਪੇਰੈਂਟਸ ਜਿਹੜੇ ਬੱਚੇ ਨੂੰ ਟੈਕਸਟ ਕਰਨਗੇ ਵੀ ਤੂੰ ਠੀਕ ਠਾਕ ਆ, ਤੂੰ ਰੋਟੀ ਖਾ ਲਈ ਆ, ਟੀਚਰ ਉਹਦੇ ਨਾਲ ਕਹਿੰਦੇ ਵੀ ਲਰਨਿੰਗ ਟਾਈਮ ਕਿੰਨਾ ਵੇਸਟ ਹੁੰਦਾ ਜੀ। ਟੀਚਰ ਪਹਿਲਾਂ ਟੈਕਸਟ ਪੜ੍ਹਦਾ, ਬੱਚਾ ਪਹਿਲਾਂ ਟੈਕਸਟ ਪੜ੍ਹਦਾ, ਫਿਰ ਉਹਦਾ ਜਵਾਬ ਦਿੰਦਾ, ਉਹਦੇ ਨਾਲ ਦੇ ਬੱਚੇ ਵੀ ਸਾਰੇ ਲਰਨਿੰਗ ਤੋਂ ਡਿਸਟਰਬ ਹੋ ਗਏ। ਸੋ ਇਸ ਕਰਕੇ ਥੋੜ੍ਹਾ ਜਿਹਾ ਇਹ ਜਿਹੜਾ ਹੁਣ ਅਸੀਂ ਸੋਸ਼ਲ ਮੀਡੀਆ ਦੇ ਇਹ ਅਬਿਊਜ਼ ਦਾ ਕਲਚਰ ਚਲਾਇਆ ਹੋਇਆ, ਜਿਹੜਾ ਇਹ ਡਿਵਾਈਸਿਸ ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਦੀ ਬੱਚੇ ਤੱਕ ਈਜ਼ੀ ਐਕਸੈਸ ਤਾਂ ਕਰਵਾ ਦਿੱਤੀ, ਪਰ ਉਹਨੂੰ ਮੋਨੀਟਰ ਨਾ ਕੀਤਾ, ਇਹਦੇ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋਈਆਂ। ਇੱਕ ਗੱਲ ਵੀ ਸਕੂਲਾਂ ਦੇ ਵਿੱਚ ਸਾਡੇ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਜੇ ਕਿਸੇ ਡਿਵਾਈਸ ਦੀ ਲੋੜ ਆ ਤੇ ਉਹ ਬੋਰਡ ਨੇ ਦੇਣੀ ਆ,
ਪੇਰੈਂਟਸ ਨੂੰ ਦੇਣ ਦੀ ਲੋੜ ਕੋਈ ਨਹੀਂ, ਸੈੱਲ ਫੋਨ ਦੇਣ ਦੀ ਲੋੜ ਕੋਈ ਨਹੀਂ। ਨੰਬਰ 1 ਜਿਹੜਾ ਕਿਹਾ ਜਾਂਦਾ ਵੀ ਬੋਰਡ ਪਾਬੰਦੀ ਲਾਵੇ, ਪਾਬੰਦੀ ਤਾਂ ਹੈ ਹੀ ਹੈ, ਉਹ ਤਾਂ ਕਹਿ ਹੀ ਰਿਹਾ ਵੀ ਇੱਥੇ ਲੋੜ ਨਹੀਂ ਹੈ, ਨਾ ਲਿਆਓ। ਇਹ ਹੁਣ ਪਾਬੰਦੀ ਜੇ ਤੁਸੀਂ ਆਪਣੇ ਆਪ ਤੇ ਆਪ ਹੀ ਨਹੀਂ ਲਾ ਸਕਦੇ, ਪੇਰੈਂਟਸ ਨੂੰ ਕਿਸੇ ਟੀਚਰ ਨੇ, ਕਿਸੇ ਪ੍ਰਿੰਸੀਪਲ ਨੇ ਨਹੀਂ ਕਿਹਾ ਵੀ ਬੱਚੇ ਨੂੰ ਸੈੱਲ ਫੋਨ ਜ਼ਰੂਰ ਲੈ ਕੇ ਦਿਓ, ਤੇ ਇਹ ਪਾਬੰਦੀ ਹੀ ਹੈ, ਇਹ ਕੀ ਹੈ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਇੱਧਰ ਧਿਆਨ ਦੇਣਾ। ਦੂਸਰਾ, ਨਸ਼ਾ ਕਹਿੰਦੇ ਜੀ ਬਹੁਤ ਵਿਕਦਾ, ਬੜਾ ਰੌਲਾ ਪੈਂਦਾ ਪੇਰੈਂਟਸ ਕਹਿੰਦੇ ਵੀ ਸਕੂਲਾਂ ਤੱਕ ਨਸ਼ਾ ਪਹੁੰਚ ਗਿਆ। ਮੈਂ ਕਿਹਾ ਟੀਚਰਸ ਵੀ ਕੌਣ ਇਹ ਕਿਹੜੇ ਬੱਚੇ ਖਰੀਦਦੇ ਆ, ਕਿਉਂਕਿ ਸਕੂਲਾਂ ਦੇ ਵਿੱਚ ਹੁਣ ਆਪਣੇ ਇੱਥੇ ਟੀਚਰ ਥੋੜਾ ਨਸ਼ਾ ਲਿਆ ਕੇ ਦਿੰਦੇ ਬੱਚੇ ਨੂੰ, ਹਨਾ, ਵੀ ਉਹ ਬੱਚਿਆਂ ਦੇ ਰਾਹੀਂ ਬੱਚਿਆਂ ਤੱਕ ਹੋ ਸਕਦਾ। ਕੀ ਸਿਸਟਮ ਆ ਉਹ? ਹੁਣ ਮੇਰੀ ਸਮਝ ਵਿੱਚ ਇਹ ਸਕੂਲਾਂ ਦਾ ਸਾਰਾ ਉਹ ਰਿਸਰਚ ਕਰਨ ਤੋਂ ਬਾਅਦ ਗੱਲ ਸਮਝ ਆਉਣ ਲੱਗੀ ਪਰਮਵੀਰ ਜੀ, ਜਿਹੜੀ ਕਿ ਜਰਨਲਿਜ਼ਮ ਕਰਦਿਆਂ ਨਹੀਂ ਸਮਝ ਆਈ, ਜਿਹੜੀ ਕਿ ਕਿਉਂਕਿ ਅੰਦਰਲੀ ਗੱਲ ਨਹੀਂ ਸੀ ਪਤਾ ਲੱਗਦੀ। ਅੰਦਰਲੀ ਗੱਲ ਇਹ ਪਤਾ ਲੱਗੀ ਵੀ ਸਾਨੂੰ ਤੇ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਬੱਚੇ ਦੀ ਜੇਬ ਵਿੱਚ ਇੱਕ ਆਨਾ ਵੀ ਨਹੀਂ ਹੋਣਾ ਚਾਹੀਦਾ, ਕੈਸ਼ ਦੀ ਲੋੜ ਹੀ ਨਹੀਂ ਹੈ। ਦੁਬਾਰਾ ਫਿਰ ਦੱਸਿਓ, ਕਿੱਥੋਂ ਤੱਕ ਸੈਂਟ ਵੀ ਨਹੀਂ ਚਾਹੀਦਾ? ਪਹਿਲੇ ਦਿਨ ਸਕੂਲ ਜਾਣ ਤੋਂ ਲੈ ਕੇ ਅਖੀਰਲੇ ਦਿਨ ਤੱਕ, ਸਕੂਲ ਛੱਡਣ ਤੱਕ, ਕਿੰਡਰਗਾਰਟਨ ਗ੍ਰੇਡ 1 ਤੋਂ ਲੈ ਕੇ 12ਵੀਂ ਤੱਕ, ਸਾਰੇ ਸਕੂਲ ਦੇ ਸਮੇਂ 'ਚ ਸਾਡੇ ਸਕੂਲਾਂ 'ਚ $1 ਇੱਕ ਆਨੇ ਦੀ ਵੀ ਸਕੂਲ 'ਚ ਬੱਚੇ ਦੇ ਜੇਬ 'ਚ ਹੋਣ ਦੀ ਲੋੜ ਨਹੀਂ, ਕੋਈ ਲੋੜ ਨਹੀਂ ਹੈ। ਬਿਲਕੁਲ ਉਹਦੀ ਪੜ੍ਹਾਈ 'ਚ ਕੋਈ ਵਿਘਨ ਨਹੀਂ, ਕੋਈ ਵਿਘਨ ਨਹੀਂ। ਸਿਸਟਮ ਇਦਾਂ ਸਟੈਬਲਿਸ਼ ਕੀਤਾ ਹੋਇਆ ਹੈ ਵੀ ਜੇ ਕੋਈ ਆਈਟਮ ਬਾਈ ਕਰਨੀ ਹੈ, ਤੁਸੀਂ ਉਹਦਾ ਲੰਚ ਡੇ ਵੀ ਬਾਈ ਕਰਨਾ ਹੈ, ਪੇਰੈਂਟ ਨੇ ਘਰੋਂ ਆਨਲਾਈਨ ਪੇ ਕਰਨਾ ਹੈ। ਆਉਂਦੀਆਂ ਚਿੱਠੀਆਂ ਚਿੱਠੀਆਂ ਆਉਂਦੀਆਂ ਵੀ ਆਨਲਾਈਨ ਪੇ ਕਰ ਦਿਓ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਈਮੇਲ ਤੇ। ਅੱਛਾ, ਇਹਦੇ ਨਾਲ ਹੀ ਫਿਰ ਵੀ ਤੁਹਾਨੂੰ ਕ੍ਰੈਡਿਟ ਕਾਰਡ ਤੇ ਕੈਸ਼ ਕਾਰਡ ਉਹਨੂੰ ਕੁਝ ਵੀ ਨਹੀਂ ਦੇਣ ਦੀ ਲੋੜ, ਕਿਉਂਕਿ ਉੱਥੇ ਜਾ ਕੇ ਬਾਈ ਉਹਨੇ ਕੁਝ ਕਰਨਾ ਹੀ ਨਹੀਂ ਜੀ। ਹੁਣ ਬਹਾਨਾ ਕੀ ਹੈ? ਉਹਨੇ ਲੰਚ ਖਰੀਦਣਾ ਹੈ। ਹੁਣ ਜੇ ਅਸੀਂ ਲੰਚ ਖਰੀਦਣ ਲਈ ਉਹਨੂੰ ਆਪਣਾ ਦੇਤਾ ਕ੍ਰੈਡਿਟ ਕਾਰਡ, ਕੈਸ਼ ਕਾਰਡ ਦੇਤਾ, ਡੈਬਿਟ ਕਾਰਡ ਦੇਤਾ, ਬਹੁਤ ਸਾਰੇ ਡਾਲਰ ਜੇਬ ਵਿੱਚ ਪਾਤੇ, ਤੇ ਹੁਣ ਡਿਪੈਂਡ ਕਰੂਗਾ ਵੀ ਉਹਦੀ ਸੰਗਤ ਕਿਹੋ ਜਿਹੀ ਆ, ਕਿਉਂਕਿ ਜੇ ਉਹਨੇ ਪੀਜ਼ਾ ਖਰੀਦਣਾ ਨਾਲ ਹੀ ਭੰਗ ਵਾਲੀ ਦੁਕਾਨ ਵੀ ਹੈ। ਜੇ ਉਹਦੀ ਜੇਬ 'ਚ ਬਾਇੰਗ ਪਾਵਰ ਤੁਸੀਂ ਪਾਈ ਹੋਈ ਹੈ ਤੇ ਤੁਹਾਡਾ ਹੁਣ ਉੱਥੇ ਕੰਟਰੋਲ ਥੋੜ੍ਹਾ, ਕੋਈ ਪੇਰੈਂਟ ਸਿਰ ਤੇ ਥੋੜ੍ਹਾ ਖੜਾ ਵੀ ਉਹ ਭੰਗ ਨਾ ਖਰੀਦੇ। ਉਹਨੇ ਮੈਸੇਜ ਕਰਨਾ ਮੈਂ ਰੋਟੀ ਖਾ ਲਈ ਆ, ਮੈਂ ਪੀਜ਼ਾ ਲੈ ਕੇ ਖਾ ਲਿਆ, ਵਾਟਐਵਰ, ਹਨਾ, ਉਹਨੇ ਕੁਝ ਵੀ ਕਹਿ ਦੇਣਾ। ਹੁਣ ਬਹੁਤ ਸਾਰੇ ਬੱਚੇ ਘਰਾਂ ਦੇ ਵਿੱਚ ਆ ਕੇ ਕਹਿ ਦੇਣਗੇ ਮੇਰੇ ਟੀਚਰ ਨੇ ਕਿਹਾ ਜੀ ਸੈੱਲ ਫੋਨ ਚਾਹੀਦਾ। ਹੁਣ ਪੇਰੈਂਟ ਨੇ ਸੈੱਲ ਫੋਨ ਲੈਣ ਤੋਂ ਪਹਿਲਾਂ ਉਹਦੇ ਦਿਮਾਗ 'ਚ ਕਲਿੱਕ ਕਰਨਾ ਚਾਹੀਦਾ ਵੀ ਮੈਂ ਟੀਚਰ ਨੂੰ ਪੁੱਛ ਤੇ ਲਵਾਂ ਵੀ ਤੁਸੀਂ ਇਹ ਕਿਹਾ ਸਕੂਲੇ ਸੈੱਲ ਫੋਨ ਦੀ ਲੋੜ ਹੈਗੀ ਆ, ਪ੍ਰਿੰਸੀਪਲ ਨਾਲ ਗੱਲ ਕਰ ਲਵਾਂ। ਕੋਈ ਪ੍ਰਿੰਸੀਪਲ ਇਹ ਗੱਲ ਕਨਫਰਮ ਹੀ ਨਹੀਂ ਕਰੇਗਾ ਵੀ ਜ਼ਰੂਰੀ ਆ, ਕਿਉਂਕਿ ਜ਼ਰੂਰੀ ਹੈ ਨਹੀਂ। ਸੋ ਇਸ ਕਰਕੇ ਜਿਹੜੇ ਬੱਚੇ ਕੋਲ ਡਿਵਾਈਸ ਨਹੀਂ, ਉਹ ਬੋਰਡ ਉਹਨੂੰ ਸਕੂਲ ਡਿਵਾਈਸ ਪ੍ਰੋਵਾਈਡ ਕਰਾਏਗਾ। ਜੌਲ ਸਾਹਿਬ, ਮੈਂ ਇੱਕ ਮਿੰਟ, ਕੀ ਸਕੂਲਾਂ 'ਚ ਬੱਚੇ ਡਾਲਰ ਲੈ ਕੇ ਆਉਂਦੇ ਆ? ਬਿਲਕੁਲ, ਡਾਲਰ ਲੈ ਕੇ ਆਉਂਦੇ ਆ, ਡੈਬਿਟ ਕਾਰਡ ਲੈ ਕੇ ਆਉਂਦੇ ਆ, ਕੈਸ਼ ਕਾਰਡ ਲੈ ਕੇ ਆਉਂਦੇ ਆ। ਉਹ ਸਿਤਮ ਜਰੀਫੀ ਇਹ ਆ ਵੀ ਉਹਨੇ ਕਿੱਥੇ ਯੂਜ਼ ਕੀਤਾ। ਪੇਰੈਂਟਸ ਕੋ ਇੰਨਾ ਸਮਾਂ ਨਹੀਂ ਵੀ ਆਪਣੇ ਕ੍ਰੈਡਿਟ ਕਾਰਡ ਦੀ ਪ੍ਰੋਪਰਲੀ ਸਟੇਟਮੈਂਟ ਚੈੱਕ ਕਰ ਲੈਣ, ਹਿਸਟਰੀ ਚੈੱਕ ਕਰ ਲੈਣ, ਕਿੰਨੇ ਪੈਸੇ ਕਿੱਥੇ ਖਰਚੇ, ਹੈ ਨਾ, ਕੀ ਲਿਆ ਇਹਨੇ। ਸੋ ਇਸ ਕਰਕੇ ਬਹੁਤ ਸਾਰੀਆਂ ਹੁਣ ਤੇ ਟੌਫੀਆਂ ਹੀ ਇੱਦਾਂ ਦੀਆਂ ਆਈਆਂ ਹੋਈਆਂ, ਪਰ ਅਮਰ ਜੀ ਤੁਹਾਨੂੰ ਪਤਾ ਵੀ ਉਹ ਭੰਗ ਵਾਲੀਆਂ ਟੌਫੀਆਂ ਜੀ, ਉਹ ਭੰਗ ਵਾਲੀ ਦੁਕਾਨ ਤੋਂ ਮਿਲਣੀਆਂ। ਉਹ ਟੌਫੀਆਂ ਕਈ ਵਾਰੀ ਕੀ ਹੁੰਦਾ, ਬੱਚੇ ਨੇ ਉੱਥੋਂ ਖਰੀਦੀਆਂ, ਉਹ ਪੈਂਟ ਦੀ ਜੇਬ 'ਚ ਹੀ ਰਹਿ ਗਈਆਂ। ਜਦੋਂ ਮਦਰ ਨੇ ਪੈਂਟ ਧੋਣੀ ਸੀ, ਉਹ 2 ਟੌਫੀਆਂ ਵਿੱਚੋਂ ਨਿਕਲ ਆਈਆਂ। ਉਹ ਮਦਰ ਨੇ ਕਿਹਾ ਚਲੋ ਕੈਂਡੀ ਆ, ਇੱਕ ਆਪ ਖਾ ਲਈ, ਇੱਕ ਨਾਲ ਕੁੜੀ ਨੂੰ ਵੀ ਦੇਤੀ, ਦੋਨੇ ਜਣੀਆਂ ਬੇਹੋਸ਼ ਹੋ ਗਈਆਂ। ਇੱਦਾਂ ਘਟਨਾਵਾਂ ਹੋਈਆਂ, ਇਨਸੀਡੈਂਟ ਹੁੰਦਾ ਬਾਅਦ ਦੇ ਵਿੱਚ, ਫਿਰ ਸਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਨਾ ਜੀ। ਸੋ ਇਸ ਕਰਕੇ ਵੱਡੀ ਤਾਦਾਦ ਦੇ ਵਿੱਚ ਪੇਰੈਂਟਸ ਦੀਆਂ ਜਿਹੜੀਆਂ ਇਹ ਅਣਗਹਿਲੀਆਂ ਸੀਗੀਆਂ, ਵੱਡੀ ਤਾਦਾਦ ਦੇ ਵਿੱਚ ਅੱਛੇ ਬੱਚੇ ਨੇ, ਅੱਛੇ ਪੇਰੈਂਟਸ ਨੇ, ਪਰ 10-12% ਬੱਚੇ ਲੀਹੋਂ ਲੱਥੇ ਹੋਏ ਨੇ, ਕਿਉਂਕਿ ਉਹਨਾਂ ਦੇ ਪੇਰੈਂਟਸ ਹੀ ਲੀਹੋਂ ਲੱਥੇ ਹੋਏ ਨੇ। ਪੇਰੈਂਟਸ ਲੀਹੋਂ ਲੱਥੇ ਹੋਏ ਦਾ ਮਤਲਬ ਇਹ ਹੈ ਵੀ ਉਹ ਸੈੱਲ ਫੋਨ ਨਾ ਮੋਨੀਟਰ ਕਰਕੇ ਅਣਗਹਿਲੀ ਕਰ ਰਹੇ ਆ, ਉਹ ਕੈਸ਼ ਅੰਨ੍ਹੇਵਾਹ ਉਹਨਾਂ ਨੂੰ ਦੇ ਕੇ ਗਲਤੀ ਕਰ ਰਹੇ ਆ, ਉਹਨੂੰ $50 ਦੀ ਜੈਕਟ ਦੀ ਬਜਾਏ $300-500 ਦੀ ਜੈਕਟ ਦੇ ਰਹੇ ਆ, ਕਿਉਂਕਿ ਬੱਚਾ ਤੇ ਬੱਚਾ ਕੱਲ ਨੂੰ ਜੈਕਟ ਖਰਾਬ ਵੀ ਹੋਣੀ ਹੈ। ਜਿੰਨੀ ਜ਼ਿਆਦਾ ਮਹਿੰਗੀ ਜੈਕਟ ਹੋਊਗੀ ਓਨਾ ਹੀ ਬਾਅਦ ਦੇ ਵਿੱਚ ਪੇਰੈਂਟਸ ਨੂੰ ਦੁੱਖ ਜ਼ਿਆਦਾ ਲੱਗੇਗਾ। ਸੋ ਇਹ ਫੈਸ਼ਨ ਕਰਨ ਦਾ ਕੋਈ ਅੱਡਾ ਥੋੜ੍ਹਾ ਆ ਸਕੂਲ ਤੇ ਅਸੀਂ ਇੱਕ ਨੌਲੇਜ ਇੱਕ ਗ੍ਰਹਿਣ ਕਰਨ ਵਾਸਤੇ, ਆਪਣੇ ਜੀਵਨ ਨੂੰ ਬੈਟਰ ਕਰਨ ਵਾਸਤੇ ਗਏ ਆ। ਉਹ ਅਸੀਂ $50-20 ਦੀ ਜੈਕਟ ਨਾਲ ਵੀ ਕਰ ਆਵਾਂਗੇ, $500 ਦੀ ਜੈਕਟ ਦੇ ਨਾਲ ਵੀ ਅਸੀਂ ਉਹੀ ਲੈਕਚਰ ਜਿਹੜਾ ਅਟੈਂਡ ਕਰਨਾ ਜੀ। ਸੋ ਇਸ ਕਰਕੇ ਇਹ ਆ ਵੀ ਬੱਚਿਆਂ ਨੂੰ ਸੈੱਲ ਫੋਨ ਦੇ ਕੇ ਤੇ ਉਹਨੂੰ ਮੋਨੀਟਰ ਨਾ ਕਰਕੇ, ਬੱਚਿਆਂ ਨੂੰ ਕੈਸ਼ ਦੇ ਕੇ, ਡੈਬਿਟ ਕ੍ਰੈਡਿਟ ਕਾਰਡ ਦੇ ਕੇ ਤੇ ਉਹਨਾਂ ਦੀ ਸਟੇਟਮੈਂਟ ਪ੍ਰੋਪਰਲੀ ਨਾ ਚੈੱਕ ਕਰਕੇ, ਉਦੋਂ ਜਦੋਂ ਕਿ ਇਹਨਾਂ ਦੋਨਾਂ ਹੀ ਚੀਜ਼ਾਂ ਦੀ ਸਕੂਲ ਵਿੱਚ ਲੋੜ ਨਹੀਂ ਜੀ, ਕੈਸ਼ ਦੀ ਲੋੜ ਨਹੀਂ ਤੇ ਸੈੱਲ ਫੋਨ ਦੀ ਲੋੜ ਨਹੀਂ। ਅੱਛਾ, ਕੈਸ਼, ਜੇ ਤੁਸੀਂ ਕੈਸ਼ ਹੈ ਜਿਹੜਾ ਉਹ ਬੱਚੇ ਦੀ ਜੇਬ 'ਚ ਪਾਇਆ, ਪਰ ਨਾਲ ਤੁਹਾਨੂੰ ਪਤਾ ਨਹੀਂ ਵੀ ਉਹਨੇ ਖਰਚਿਆ ਕਿੱਥੇ ਆ। ਟੀਚਰ ਕਹਿ ਰਹੇ ਆ ਵੀ ਇੱਥੇ ਤਾਂ ਕੈਸ਼ ਦੀ ਲੋੜ ਕੋਈ ਨਹੀਂ ਸੀ, ਲੰਚ ਖਰੀਦਣ ਲਈ ਜੇ ਦਿੱਤਾ, ਉਹਦੀ ਬਜਾਏ ਜਿਹੜੇ ਘਰਾਂ ਨੇ ਪਰਮਵੀਰ ਜੀ ਇਹ ਰੂਲ ਅਪਣਾਇਆ ਹੋਇਆ ਹੈ ਵੀ ਅਸੀਂ ਲੰਚ ਖਰੀਦਣ ਲਈ ਪੈਸੇ ਨਹੀਂ ਦੇਣੇ, ਅਸੀਂ ਲੰਚ ਘਰੋਂ ਦੇ ਕੇ ਤੋਰਨਾ ਬੱਚੇ ਨੂੰ। ਇਹ ਸਕੂਲ ਵਾਲੇ ਮਨਾ ਕਰਦੇ ਵੀ ਘਰੋਂ ਰੋਟੀ ਨਹੀਂ ਲਿਆਉਣੀ? ਕੋਈ ਵੀ ਨਹੀਂ ਮਨਾ ਕਰਦਾ ਜੀ। ਤਾਂ ਫਿਰ ਜਾਣੀ ਫਿਰ ਵੀ ਦਿੰਦੇ ਨਹੀਂ ਪੇਰੈਂਟਸ? ਆਪੋ ਆਪਣੀ ਚੁਆਇਸ ਹੈ ਨਾ ਜੀ। ਅੱਛਾ, ਇਹ ਫ੍ਰੀ ਕੰਟਰੀ ਆ, ਫ੍ਰੀ ਸੋਸਾਇਟੀ ਹੈ, ਇਹ ਤੁਹਾਨੂੰ ਕੋਈ ਕੁਝ ਕਹਿ ਨਹੀਂ ਸਕਦਾ।
ਇਹ ਮੈਂ ਤੁਹਾਡਾ ਨੁਮਾਇੰਦਾ ਹੋਣ ਕਰਕੇ ਕਹਿ ਸਕਦਾ ਜੀ ਕਿਸੇ ਟੀਚਰ ਨੇ ਇਹ ਗੱਲ ਨਹੀਂ ਦੱਸਣੀ ਕਿਉਂਕਿ ਉਹਦੀ ਡਿਊਟੀ ਵਿੱਚ ਇਹ ਗੱਲ ਨਹੀਂ ਆਉਂਦੀ। ਸਾਡੇ ਇੱਥੇ ਚਾਰਟਰ ਆਫ ਰਾਈਟ ਹੈ, ਕੁਝ ਗੱਲਾਂ ਉਹ ਦੱਸ ਸਕਦੇ ਨੇ, ਕੁਝ ਉਹ ਨਹੀਂ ਦੱਸ ਸਕਦੇ ਨੇ। ਉਹ ਕੀ ਕਹਿ ਸਕਦੇ ਨੇ ਭਈ ਜੇ ਸੈੱਲ ਫੋਨ ਇੱਥੇ ਗਵਾਚ ਗਿਆ ਤਾਂ ਅਸੀਂ ਜ਼ਿੰਮੇਵਾਰ ਨਹੀਂ। ਅਸਲ 'ਚ ਉਹ ਸੰਦੇਸ਼ ਦੇਣਾ ਚਾਹੁੰਦੇ ਵੀ ਇੱਥੇ ਦੀ ਲੋੜ ਨਹੀਂ ਜੀ। ਅਸਲ 'ਚ ਉਹ ਸੰਦੇਸ਼ ਦੇਣਾ ਚਾਹੁੰਦੇ ਵੀ ਇੱਥੇ ਲੋੜ ਨਹੀਂ, ਵੀ ਤੁਸੀਂ ਕਿਉਂ ਦਿੰਦੇ ਹੋ, ਹਨਾ। ਸੋ ਇਸ ਕਰਕੇ ਥੋੜਾ ਜਿਹਾ ਭੈਣ ਭਰਾਓ ਇਸ ਪਾਸੇ ਸਾਨੂੰ ਬਹੁਤ ਸਹਿਯੋਗ ਭੈਣ ਭਰਾਵਾਂ ਦਾ ਮਿਲਿਆ। ਸਾਨੂੰ ਚਾਹੀਦਾ ਜੇ ਆਪਾਂ ਚਾਹੁੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਮੈਨੂੰ ਲੱਗ ਰਿਹਾ ਹੈ ਕਿ ਹੁਣ ਇਸ ਪਾਸੇ ਆਪਾਂ ਕੰਮ ਕਰ ਰਹੇ ਹਾਂ ਪਿਛਲੇ 8 ਮਹੀਨਿਆਂ ਤੋਂ ਬਰਮਵੀਰ ਜੀ, ਵੀ ਇਹ 2-3 ਸਾਲਾਂ ਦੇ ਵਿੱਚ ਇਹ ਸਮੱਸਿਆਵਾਂ ਕਾਫੀ ਆਪਾਂ ਨੂੰ ਘਟਦੀਆਂ ਨਜ਼ਰ ਆਉਣਗੀਆਂ। ਕਿਉਂਕਿ ਕਮਿਊਨਿਟੀ ਨੂੰ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਕਿਸੇ ਲੀਡ ਦੀ, ਸਾਨੂੰ ਇਨਫੋਰਮੇਸ਼ਨ ਦੀ ਜ਼ਰੂਰਤ ਹੀ ਹੁੰਦੀ ਹੈ। ਮੈਨੂੰ ਵੀ ਪਹਿਲੀ ਵਾਰ ਪਤਾ ਲੱਗਾ ਕੈਸ਼ ਨਹੀਂ ਦੇਣਾ, ਸੈੱਲਫੋਨ ਨਹੀਂ ਦੇਣਾ, ਕੈਸ਼ ਨਹੀਂ ਦੇਣਾ, ਸੈੱਲਫੋਨ ਨਹੀਂ ਦੇਣਾ। ਹੁਣ ਤੁਸੀਂ ਮੈਨੂੰ ਦੱਸੋ ਵੀ ਆਪਾਂ ਸਾਰੀ ਜ਼ਿੰਦਗੀ, ਸਾਨੂੰ ਪੇਰੈਂਟਸ ਨੇ ਵੱਖਰਾ ਬੈਡਰੂਮ ਨਹੀਂ ਦਿੱਤਾ, ਸਾਰਾ ਸੰਸਾਰ ਗਾ ਲਿਆ, ਉੱਚਤਮ ਵਿਦਿਆ ਅਸੀਂ ਹਾਸਲ ਕੀਤੀ ਹੈ, ਕਿਹੜੀ ਗੱਲ ਦੀ ਕਮੀ ਹੈ? ਸਰਕਾਰੀ ਸਕੂਲਾਂ 'ਚ ਪੜ੍ਹੇ, ਸਰਕਾਰੀ ਸਕੂਲਾਂ 'ਚ ਕਿੱਡਾ ਕਿਤੇ ਪ੍ਰਾਈਵੇਸੀ ਦਾ ਘਾਣ ਹੋ ਗਿਆ, ਕੁਝ ਵੀ ਨਹੀਂ ਹੋਇਆ। ਨਾਲੇ ਆਪਣੇ ਪਰਿਵਾਰ ਤੋਂ ਕਾਹਦੀ ਪ੍ਰਾਈਵੇਸੀ। ਯੈਸ, ਇਸ ਕਰਕੇ ਅੱਜ ਜਿਹੜਾ ਅਸੀਂ ਬੱਚਿਆਂ ਨੂੰ ਵੱਖਰਾ ਬੈਡਰੂਮ ਦੇਣ ਦਾ ਕਲਚਰ ਚਲਾਇਆ, ਬੈਡਰੂਮ 'ਚ ਉਹਨਾਂ ਨੂੰ ਡਿਵਾਈਸਾਂ ਨਿਵਾਜ ਕੇ 24 ਘੰਟੇ ਉੱਥੇ ਵਾਈਫਾਈ ਦੀ ਐਕਸੈਸ ਹੈ, ਕੰਟਰੋਲ ਉੱਥੇ ਮੋਨੀਟਰਿੰਗ ਸੁਪਰਵਾਈਜ਼ ਤੁਸੀਂ ਕਰ ਨਹੀਂ ਰਹੇ ਹੋ, ਤੇ ਫਿਰ ਬੱਚਾ ਜੀ ਉਹਦੇ ਭਟਕਣ ਦੇ ਚਾਂਸ ਵੱਧ ਹੁੰਦੇ ਆ। ਜਦੋਂ ਬੱਚਾ ਇਕੱਲਾ, ਉਹਦੇ ਭਟਕਣ ਦੇ ਚਾਂਸ ਵੱਧ ਹੈ ਕਿਉਂਕਿ ਅਜੇ ਡਿਸੀਜਨ ਮੇਕਿੰਗ ਉਹਦੀ ਜਿਹੜੀ ਐਬਿਲਿਟੀ ਆ ਬ੍ਰੇਨ ਦੀ ਉਹ ਡਿਵੈਲਪ ਨਹੀਂ ਹੋਈ। ਸੋ ਜਿਹਦੇ ਕਰਕੇ ਹੀ ਤੇ ਪੇਰੈਂਟਸ ਦੀ ਉਹਨੂੰ ਲੋੜ ਸੀ। ਪੇਰੈਂਟਸ ਦਾ ਮਤਲਬ ਇੱਕ ਅਗਵਾਈ ਦੀ ਲੋੜ ਹੈ ਜੀ। ਇੱਕ ਅਗਵਾਈ ਜੇ ਤੁਸੀਂ ਨਹੀਂ ਉਹਨੂੰ ਦੇ ਪਾ ਰਹੇ ਹੋ, ਘਰ ਦੇ ਕਾਮਨ ਏਰੀਆ ਤੱਕ ਡਿਵਾਈਸਸ ਨੂੰ ਲਿਮਿਟ ਨਹੀਂ ਕਰ ਰਹੇ ਹੋ, ਬੈਡਰੂਮਾਂ ਤੱਕ ਉਹ ਜਾ ਰਹੀਆਂ ਨੇ, ਤੇ ਫਿਰ ਭੈਣ ਭਰਾਓ ਸਮਾਂ ਵੱਧ ਜਾਂ ਘੱਟ ਲੱਗ ਸਕਦਾ ਹੈ, ਪਰ ਸਮੱਸਿਆਵਾਂ ਵੱਟ ਤੇ ਪਈਆਂ ਹੁੰਦੀਆਂ, ਵੱਟ ਤੇ। ਬਾਅਦ ਦੇ ਵਿੱਚ ਅਕਸਰ ਭੈਣ ਭਰਾ ਕਹਿ ਦਿੰਦੇ ਵੀ ਸਾਨੂੰ ਪਤਾ ਨਹੀਂ ਲੱਗਾ, ਸਾਨੂੰ ਕਿਸੇ ਨੇ ਦੱਸਿਆ ਨਹੀਂ। ਪਰ ਜੇ ਪਤਾ ਨਾ ਲੱਗੇ, ਕੋਈ ਦੱਸੇ ਨਾ, ਤੇ ਪੁੱਛ ਲੈਣਾ ਚਾਹੀਦਾ। ਤੁਸੀਂ ਪੁੱਛਦੇ ਵੀ ਨਹੀਂ ਤੇ ਫਿਰ ਮੁਸ਼ਕਲ ਆਉਂਦੀਆਂ ਜੀ। ਅੱਛਾ, ਇੱਕ ਮੈਨੂੰ ਹੋਰ ਦੱਸਿਓ ਜੌਲ ਸਾਹਿਬ ਕਿ ਪੇਰੈਂਟਸ ਨੂੰ ਕੋਈ ਚੀਜ਼ ਪਤਾ ਨਹੀਂ ਲੱਗਦੀ ਜੀ ਕਿ ਬੱਚਾ ਉੱਥੋਂ ਆ ਮੰਗਦਾ, ਉਹ ਸਕੂਲ 'ਚ ਆ ਕੇ ਪੁੱਛ ਸਕਦਾ। ਕਈ ਵਾਰੀ ਭਾਸ਼ਾ ਦੀ ਇੱਕ ਨਾ ਵਿੱਥ ਹੁੰਦੀ ਹੈ ਕਿ ਇੰਗਲਿਸ਼ ਪੂਰੀ ਨਹੀਂ ਆਉਂਦੀ, ਥੋੜ੍ਹੀ ਆਉਂਦੀ ਹੈ, ਪਤਾ ਨਹੀਂ ਸਕੂਲ ਦੇ ਵਿੱਚੋਂ ਕੀ ਸੋਚਣਗੇ। ਇੱਕ ਟੀਚਰ ਜਾਂ ਸਕੂਲ ਟਰਸਟੀ, ਜੇ ਉਹਨਾਂ ਨੂੰ ਕੋਈ ਪੇਰੈਂਟਸ ਆ ਕੇ ਪੁੱਛਦੇ ਨੇ ਕਿ ਆਹ ਚੀਜ਼ ਹੈ, ਕੀ ਟੀਚਰ ਉਹਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕਰਨਗੇ ਜਾਂ ਉਸ ਬੰਦੇ ਦੀ ਬੇਇੱਜ਼ਤੀ ਹੋ ਜੂਗੀ? ਉਹਨੂੰ ਹੁਣ ਕਿੰਨਾ ਕੁ ਜਾ ਕੇ, ਕਿਉਂਕਿ ਬੱਚਿਆਂ ਲਈ ਤਾਂ ਸਾਨੂੰ ਬੂਹਾ ਖੜਕਾਉਣਾ ਹੀ ਚਾਹੀਦਾ, ਚਾਹੇ ਸਾਨੂੰ 10 ਵਾਰੀ ਪੁੱਛਣਾ ਪਵੇ ਜਾ ਕੇ। ਇਹ ਵਿੱਥ ਨਿਕਲਦੀ ਨਹੀਂ ਲੱਗਦੀ ਮੈਨੂੰ ਅਜੇ, ਕਿਉਂਕਿ ਆਪਾਂ ਕੱਢਦੇ ਪਰਮੀਤ ਜੀ। ਇਸ ਤਰ੍ਹਾਂ ਸਾਡੇ ਇੱਥੇ ਨਾ ਹੈਰਲਡ ਬ੍ਰੈਥਵੇਟ ਸੈਕੰਡਰੀ ਸਕੂਲ ਆ ਜੀ। ਸਾਡੇ ਵੈਸੇ 4 ਸੈਕੰਡਰੀ ਸਕੂਲ ਆ ਮੇਰੀ ਰਿਸਪੌਂਸਿਬਿਲਿਟੀ ਦੇ ਵਿੱਚ। ਵਾਰਡ 9-10 ਦੇ ਵਿੱਚ ਵੈਸੇ 30 ਸਕੂਲ ਮੇਰੀ ਰਿਸਪੌਂਸਿਬਿਲਿਟੀ 'ਚ ਆ ਜੀ। ਉਹ 4 ਜਿਹੜੇ ਸੈਕੰਡਰੀ ਸਕੂਲ ਹੋਣ ਕਰਕੇ ਵੀ ਵੱਡੇ ਸਕੂਲ ਆ। ਉੱਥੋਂ ਦੇ ਜਿਹੜੇ ਪ੍ਰਿੰਸੀਪਲ ਆ ਉਹ ਕਹਿੰਦੇ ਜੀ ਵੀ ਸਾਡੇ ਆ ਦਰਵਾਜ਼ੇ ਅਸੀਂ ਖੁੱਲ੍ਹੇ ਰੱਖਦੇ ਹਾਂ ਜੀ, ਕੋਈ ਆਵੇ ਤਾਂ ਸਹੀ, ਸਾਨੂੰ ਕੋਈ ਆ ਕੇ ਪੁੱਛੇ ਤਾਂ ਸਹੀ, ਹਨਾ। ਅਸੀਂ ਤਾਂ ਉਡੀਕਦੇ ਹਾਂ ਵੀ ਪੇਰੈਂਟਸ ਆਓ। ਅਸੀਂ ਹੁਣ ਪੇਰੈਂਟਸ ਆਪੋ ਆਪਣੇ, ਜਿੱਦਾਂ ਪੰਜਾਬ 'ਚ ਆਪਾਂ ਘਰਾਂ 'ਚ ਕੰਮਾਂ 'ਚ ਬਿਜ਼ੀ ਹੁੰਦੇ ਹਾਂ, ਬੱਚਾ ਸਕੂਲੇ ਚੱਲ ਗਿਆ, ਚਲੋ ਆ ਗਿਆ ਜੀ, ਠੀਕ ਹੈ ਜੀ, ਚੱਲ ਗਿਆ ਜੀ, ਆ ਗਿਆ ਜੀ, ਸਾਨੂੰ ਸਕੂਲਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਪਰ ਉਹ ਸਿਸਟਮ ਹੁਣ ਥੋੜ੍ਹਾ ਚੇਂਜ ਹੈ। ਉਹਦੇ ਵਿੱਚ ਜਿਹੜੀ ਇਹ ਪੇਰੈਂਟਸ ਦੀ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਆ ਉਹ ਮੰਨੀ ਜਾਂਦੀ ਹੈ ਵੀ ਜ਼ਰੂਰੀ ਆ ਜੀ। ਘਰਾਂ ਦੇ ਵਿੱਚ ਕੀ ਬੱਚੇ ਨਾਲ ਕੀ ਬਿਹੇਵੀਅਰ ਉਹਨੂੰ ਮਿਲ ਰਿਹਾ, ਥੋੜ੍ਹਾ ਜਿਹਾ ਟੀਚਰਸ ਵੀ ਜਾਣਨਾ ਚਾਹੁੰਦੇ ਹੁੰਦੇ ਆ। ਸਕੂਲਾਂ ਦੇ ਵਿੱਚ ਕੀ ਹੋ ਰਿਹਾ ਹੈ, ਕੀ ਚੀਜ਼ ਚਾਹੀਦੀ ਆ, ਕੀ ਨਹੀਂ ਚਾਹੀਦੀ, ਇਹ ਜਾਣਨਾ ਪੇਰੈਂਟਸ ਦਾ ਵੀ ਥੋੜ੍ਹਾ ਜਿਹਾ ਪ੍ਰੋਐਕਟਿਵਲੀ ਕੰਮ ਹੈ ਜੀ। ਸਾਰਾ ਕੁਝ ਹੁਣ ਘਰਾਂ ਦੇ ਵਿੱਚ ਜੇ ਸੋਸ਼ਲ ਮੀਡੀਆ, ਇਹ ਸੈੱਲ ਫੋਨ, ਵਾਈਫਾਈ ਅਬਿਊਜ਼ ਹੋ ਰਹੇ ਆ, ਤੇ ਉਹ ਆ ਕੇ ਟੀਚਰ ਨਹੀਂ ਠੀਕ ਕਰਾ ਸਕਦੇ, ਉਹ ਪ੍ਰਿੰਸੀਪਲ ਨਹੀਂ ਉੱਥੇ ਆ ਕੇ ਠੀਕ ਕਰਾ ਸਕਦੇ। ਉਹ ਘਰ ਦਾ ਲੀਡਰ ਪੇਰੈਂਟ ਹੈ, ਉਹਨੇ ਹੀ ਉਹਨੂੰ ਸੁਪਰਵਾਈਜ਼ ਕਰਕੇ। ਇੱਕ ਸੁਪਰਨਟੈਂਡੈਂਟ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਘੱਟੋ ਘੱਟ ਜਿਹੜੇ ਪੇਰੈਂਟਸ ਆ ਉਹ ਸ਼ਾਮ ਨੂੰ ਇਹੀ ਰੂਲ ਘਰ 'ਚੋਂ ਬਣਾ ਲੈਣ ਵੀ ਬੱਚੇ ਨੇ 8 ਵਜੇ ਸੌਣਾ, 9 ਵਜੇ ਸੌਣਾ, ਆਹ ਵਾਈਫਾਈ ਆਫ ਹੈ ਜੀ। ਇਹ ਥੋੜ੍ਹਾ ਬੱਚਾ ਰਾਤ ਦੇ 3 ਵਜੇ ਤੱਕ ਉੱਥੇ ਚੈਟਿੰਗ ਕਰ ਰਿਹਾ ਜੀ ਵਾਈਫਾਈ ਤੇ ਪੇਰੈਂਟਸ ਆਪਣੇ ਕਮਰੇ 'ਚ ਸੁੱਤੇ ਪਏ ਤੇ ਉਹਨਾਂ ਨੂੰ ਪਤਾ ਵੀ ਨਹੀਂ। ਜਿਹੜਾ ਬੱਚਾ ਸਵੇਰ ਦੇ 3 ਵਜੇ ਤੱਕ ਚੈਟਿੰਗ ਕਰ ਰਿਹਾ, ਉਹਨੇ ਉੱਠ ਕੇ ਸਵੇਰੇ 7 ਵਜੇ ਸਕੂਲ ਕਿੱਦਾਂ ਜਾਣਾ ਜੀ? ਕਿਵੇਂ ਜਾਣਾ? ਸੋ ਇਸ ਕਰਕੇ ਤਦ ਕਰਕੇ ਇਹ ਜਾਣੀ ਕਿ ਸਾਰਾ ਜਿਹੜਾ ਸਰਕਲ ਆ ਅਸੀਂ ਬੇਨਿਯਮਤ ਰੱਖਿਆ ਹੋਇਆ ਹੋਣ ਕਰਕੇ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਜਿਹੜੇ 8, 10, 12% ਤੱਕ ਬੱਚੇ ਆ, ਉਹਨਾਂ ਦੇ ਕਰਕੇ ਫਿਰ ਪਿੱਛੇ ਆਪਾਂ ਦੇਖਦੇ ਹਾਂ ਕਿ ਬਾਕੀ ਦੇ ਵੀ ਜਿਹੜੇ 80% ਤੱਕ ਬੱਚੇ ਸਟੂਡੈਂਟਸ ਪੇਰੈਂਟਸ ਆ, ਉਹਨਾਂ ਦਾ ਵੀ ਜਿਹੜਾ ਲਰਨਿੰਗ ਸਾਰਾ ਸਿਸਟਮ ਆ ਉਹ ਡਿਸਰਪਟ ਹੁੰਦਾ। ਉਹਦੇ ਵਿੱਚ ਜਿਹੜਾ ਵਿਘਨ ਪੈਂਦਾ। ਸਾਨੂੰ ਪਿੱਛੇ ਸਕੂਲ ਬੰਦ ਕਰਨ ਪੈ ਗਏ ਸੀਗੇ ਜਦੋਂ ਸੋਸ਼ਲ ਮੀਡੀਆ ਤੇ ਕੋਈ ਥ੍ਰੈਟ ਜਿਹੜੀ ਆ ਪੋਸਟ ਕਰ ਦਿੱਤੀ ਸੀ। ਉਸ ਤੇ ਫਿਰ ਕਾਫੀ ਸਾਰਾ ਜਿਹੜਾ ਬੱਚਿਆਂ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਟੀਚਰਸ ਜਿਹੜੇ ਆ ਉਹ ਵੀ ਪਰੇਸ਼ਾਨ ਹੋਏ, ਬੱਚੇ ਵੀ, ਪੇਰੈਂਟਸ ਵੀ, ਪਰ ਬੱਚੇ ਅਰੈਸਟ ਵੀ ਹੋਏ। ਉਦੋਂ ਤੋਂ ਥੋੜ੍ਹੀ ਹੁਣ ਸ਼ਾਂਤੀ। ਪਰ ਕਹਿਣ ਦਾ ਮਤਲਬ ਇਹ ਆ ਵੀ ਇਹ ਸਕੂਲ ਸਾਰੀ ਕਮਿਊਨਿਟੀ ਦੇ ਵਾਸਤੇ ਸਾਂਝਾ ਹੈ, ਹਨਾ। ਹੁਣ ਕਹਿੰਦੇ ਆ ਨਾ ਵੀ ਪੂਰਾ ਦੁੱਧ ਦਾ ਕੋਈ ਪੂਰੇ ਦਾ ਪੂਰਾ ਜੇ ਫਰਜ਼ ਕਰੋ ਭਰਿਆ ਹੋਇਆ ਕੜਾਹਾ ਜੀ, ਉਹਦੇ ਇੱਕ ਨਿੰਬੂ ਦੀ ਬੂੰਦ ਕਾਫੀ ਹੈ।
ਬਿਲਕੁਲ ਠੀਕ ਹੈ। ਇਦਾਂ ਪੂਰੇ ਸਕੂਲ ਦੇ ਵਿੱਚ ਵਿਗੜਿਆ ਹੋਇਆ ਬੱਚਾ ਕਈ ਵਾਰੀ ਇੱਕੋ ਹੀ ਕਾਫੀ ਹੁੰਦਾ ਹੈ। ਸੋ ਲੇਕਿਨ ਕਿ ਵਿਗਾੜ ਕਈ ਵਾਰੀ ਬੱਚੇ ਦਾ ਉਹਦੇ ਵਿੱਚ ਕਸੂਰ ਘੱਟ ਹੈ, ਪਰ ਉਹਨੂੰ ਮਿਲ ਰਿਹਾ। ਹੁਣ ਦੇਖੋ, ਕੋਈ ਬੱਚਾ ਕਦੀ ਦੁਨੀਆ ਦੇ ਵਿੱਚ ਬੁਰਾਈ ਲੈ ਕੇ ਪੈਦਾ ਹੁੰਦਾ ਜੀ? ਸਾਰੇ ਬੱਚੇ ਕੋਰੀ ਸਲੇਟ ਪੈਦਾ ਹੋਏ ਹੈ ਨਾ। ਜਿੱਦਾਂ ਦਾ ਉਹਨੂੰ ਆ ਕੇ ਸੰਸਾਰ 'ਚ এনवायरमेंट ਮਿਲ ਗਿਆ, ਜਿੱਦਾਂ ਦਾ ਘਰ ਦਾ ਮਾਹੌਲ ਮਿਲ ਗਿਆ, ਉੱਦਾਂ ਦੀ ਉਹ ਕੋਰੀ ਬੁੱਧੀ ਦੀ ਜਿਹੜੀ ਸਲੇਟ ਸੀ ਉੱਤੇ ਨਕਸ਼ਾ ਬਣਨਾ ਸ਼ੁਰੂ ਹੋ ਗਿਆ, ਚੰਗਿਆਈਆਂ ਦਾ ਜਾਂ ਬੁਰਾਈਆਂ ਦਾ, ਜੋ ਕੁਝ ਸਮਾਜ ਦੇ ਵਿੱਚ ਉਹਨੇ ਗ੍ਰਹਿਣ ਕਰ ਲਿਆ। ਸੋ ਇਸ ਕਰਕੇ ਇਹ ਹੈ ਵੀ ਘਰ ਦਾ, ਬੱਚਿਆਂ ਦਾ, ਆਪਣਾ ਜਿਹੜਾ ਪੇਰੈਂਟਸ ਦਾ এনवायरमेंट ਹੈ ਤੇ ਉਹਨਾਂ ਦੀ ਲੀਡਰਸ਼ਿਪ ਅਗਵਾਈ ਹੈ ਤੇ ਉਹਨਾਂ ਦਾ ਜਿਹੜਾ ਰੋਲ ਮਾਡਲ ਹੋਣਾ, ਇਹ ਗੱਲ ਬਹੁਤ ਬਹੁਤ ਨਿਰਭਰ ਕਰੂਗੀ। ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਅਬਿਊਜ਼ ਤੋਂ ਰੋਕ ਉਹ ਪੇਰੈਂਟ ਸਕੂਗਾ ਜਿਹੜਾ ਆਪ ਉੱਥੇ ਇਦਾਂ ਨਹੀਂ ਕਰ ਰਿਹਾ। ਸੋ ਅੱਜ ਇਹ ਜੇ ਬੱਚਿਆਂ ਨੂੰ ਇਹਦੇ ਵਿੱਚ ਲੀਡਰਸ਼ਿਪ, ਤੁਸੀਂ ਅਗਵਾਈ ਕੋ ਰੋਲ ਮਾਡਲ ਦੇਣਾ ਚਾਹੁੰਦੇ ਹੋ, ਪੇਰੈਂਟਸ ਨੂੰ ਵੀ ਖਬਰਦਾਰ ਰਹਿਣਾ ਪਏਗਾ ਵੀ ਉਹ ਚੈਟ ਗਰੁੱਪਾਂ ਦੇ ਵਿੱਚ ਆਪ ਕੀ ਕਰ ਰਹੇ ਨੇ ਜੀ। ਬੱਚੇ ਨੂੰ ਉਹ ਰੋਕ ਸਕੇਗਾ ਜੀ। ਜੌਲ ਸਾਹਿਬ, ਦੋ ਚੀਜ਼ਾਂ ਜਾਂਦਿਆਂ ਜਾਂਦਿਆਂ ਜ਼ਰੂਰ ਪੁੱਛਣੀਆਂ। 24-25 ਸਾਲ ਜਾਂ 2.5 ਦਹਾਕੇ ਤੁਹਾਨੂੰ ਹੋ ਗਿਆ ਕੈਨੇਡਾ ਦੇ ਵਿੱਚ ਜੀ। ਕੀ ਅੱਜ ਜੇ ਕੋਈ ਨਵਾਂ ਬੰਦਾ ਕੈਨੇਡਾ 'ਚ ਆਉਂਦਾ, ਹਾਰਡ ਵਰਕ ਕਰਦਾ, ਉਹਨੂੰ ਪਤਾ ਕਿ ਮੇਰਾ ਗੋਲ ਕਿੱਧਰਲੇ ਪਾਸੇ ਨੂੰ ਹੈ, ਉਹ ਨਾਲ ਥੋੜ੍ਹੀ ਬਹੁਤ ਪੜ੍ਹਾਈ ਵੀ ਕਰਦਾ, ਕੀ ਕੈਨੇਡਾ ਦੇ ਵਿੱਚ ਅੱਜ ਵੀ ਸਫਲ ਹੋਣ ਦੇ ਮੌਕੇ ਹੈਗੇ ਆ? ਕੈਨੇਡਾ ਬੁੱਕਲ 'ਚ ਲੈਂਦਾ, ਕਲਾਵੇ 'ਚ ਲੈਂਦਾ, ਤੁਹਾਨੂੰ ਤਰੱਕੀ ਕਰਨ ਦੇ ਮੌਕੇ ਦਿੰਦਾ? ਪਹਿਲੀ ਗੱਲ ਇਹ ਪੁੱਛ। ਦੇਖੋ, ਸੇਕ ਵੀ ਇੱਕੋ ਜਿਹਾ ਹੀ ਹੈ, ਪਾਣੀ ਵੀ ਇੱਕੋ ਜਿਹਾ ਹੀ ਹੈ ਸਾਰੇ ਸੰਸਾਰ 'ਚ ਜੀ। ਜਿਹੜਾ ਪਾਣੀ ਜਿੱਥੇ ਸੇਕ ਚੱਲੇਗਾ ਉੱਥੇ ਭਾਫ ਬਣ ਕੇ ਉੱਪਰ ਉੱਠ ਜਾਏਗਾ। ਸੋ ਜੇ ਇਸ ਧਰਤੀ ਦੇ ਟੁਕੜੇ ਤੇ ਬਹਿ ਕੇ ਤੁਸੀਂ ਇਮਾਨਦਾਰੀ ਦੇ ਨਾਲ ਸਖਤ ਮਿਹਨਤ ਕਰ ਲੋਗੇ, ਉਹਦੇ ਵਿੱਚ ਚਲੋ ਕਿਤੇ ਕਿਤੇ ਹੁੰਦਾ ਵੀ ਕਿਸੇ ਦੇਸ਼ ਵਿੱਚ ਸਿਸਟਮ ਜ਼ਿਆਦਾ ਸਹਿਯੋਗ ਕਰਦਾ ਹੈ ਜੀ। ਕੈਨੇਡਾ ਵਰਗੇ ਮੁਲਕ ਦੇ ਵਿੱਚ ਆਪਰਚੁਨਿਟੀ ਜ਼ਿਆਦਾ ਮਿਲਦੀ ਹੈ ਜੀ। ਇਸ ਮੁਲਕ ਦੇ ਵਿੱਚ ਆ ਕੇ ਵੀ ਕੋਈ ਵਿਅਕਤੀ ਜੇ ਕਾਮਯਾਬ ਨਾ ਹੋ ਸਕੇ ਤਾਂ ਬੜੀ ਤਰਾਸਦੀ ਹੈ ਹੈ ਨਾ। ਬਾਕੀ ਮੁਲਕਾਂ 'ਚ ਤੇ ਆਪਣਾ ਬਹਾਨਾ ਚੱਲ ਜਾਂਦਾ ਵੀ ਉੱਥੇ ਰਿਸ਼ਵਤ ਹੈ ਜੀ, ਉੱਥੇ ਸਿਸਟਮ ਬੜਾ ਭੈੜਾ ਜੀ, ਮੈਨੂੰ ਅੱਗੇ ਨਹੀਂ ਜਾਣ ਦਿੱਤਾ ਜੀ, ਪੁਲਿਸਾਂ ਐਂ ਕਰਦੀਆਂ ਨੇ, ਸਿਫਾਰਸ਼ਾਂ ਬਹੁਤ ਨੇ ਜੀ। ਹੁਣ ਕੈਨੇਡਾ ਵਿੱਚ ਕੀ ਹੈ, ਤੁਸੀਂ ਇੱਥੇ ਕਿਸੇ ਜੇਲ੍ਹ ਵਿੱਚ ਜਾਓ, ਮਿਲਟਨ ਚਲ ਜਾਓ, ਹੋਰ ਸ਼ਹਿਰਾਂ 'ਚ ਚਲੇ ਜਾਓ, ਤੁਹਾਨੂੰ ਦਿਸੇਗਾ ਉੱਥੇ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਹੈ ਨਾ, ਤਰ੍ਹਾਂ ਤਰ੍ਹਾਂ ਦੇ ਅਪਰਾਧ ਕੀਤੇ ਹੋਏ ਆ। ਮੈਂ ਪੁੱਛਦਾ ਹੁੰਦਾ ਵੀ ਆਪਾਂ ਪੰਜਾਬ 'ਚ ਨੁਕਸ ਕੱਢ ਕੇ ਆਏ, ਭਾਰਤ ਵਿੱਚ ਕਿੰਨੇ ਨੁਕਸ ਕੱਢੇ ਵੀ ਸਿਸਟਮ ਬਹੁਤ ਮਾੜਾ, ਤੇ ਹੁਣ ਇੱਥੇ ਤਾਂ ਸਭ ਕੁਝ ਠੀਕ ਸੀ। ਅਸੀਂ ਤਾਂ ਉੱਥੋਂ ਬੜੇ ਸਾਰੇ ਸੋਨੇ ਦੇ ਹੀ ਆਏ ਸੀ ਨਾ। ਕੋਈ ਆਪਣੇ ਆਪ ਨੂੰ ਕਹਿੰਦਾ ਵੀ ਉੱਥੋਂ ਪੰਜਾਬ 'ਚੋਂ ਮੈਂ ਅਪਰਾਧੀ ਉੱਠ ਕੇ ਆਇਆ ਜੀ, ਮੈਂ ਅਪਰਾਧਨ ਆਈ ਹਾਂ ਜੀ। ਸਾਰੇ ਚੰਗੇ ਆਏ ਨੇ, ਚੰਗੀਆਂ ਆਈਆਂ ਨੇ, ਤੇ ਫਿਰ 100% ਨੂੰ ਕਾਮਯਾਬ ਹੋਣਾ ਚਾਹੀਦਾ ਸੀ, ਕਿਉਂਕਿ ਅਸੀਂ ਕਾਮਯਾਬ ਹੋਣ ਆਏ ਸੀ। ਜੇ ਕਾਮਯਾਬ ਨਹੀਂ ਹੋਏ, ਹੋ ਸਕਦਾ ਕਿਤੇ ਨਾ ਕਿਤੇ ਹਾਲਾਤ ਦੇ ਅੱਗੇ ਪੇਸ਼ ਉੱਦਾਂ ਨਾ ਗਈ ਹੋਵੇ, ਪਰ ਫੇਰ ਕਹਿ ਦਈਏ ਤਪ ਸਹਿਣ ਦੇ ਵਿੱਚ ਕਿਤੇ ਕਮੀ ਰਹਿ ਗਈ। ਅਸੀਂ ਜ਼ਿਆਦਾ ਜਲਦੀ ਆਪਣੀਆਂ ਚੁਣੌਤੀਆਂ ਤੋਂ ਭੱਜ ਕੇ ਨਸ਼ਿਆਂ ਵੱਲ ਨੂੰ ਦੌੜ ਗਏ, ਜਾਂ ਹੋਰ ਇਸ ਤਰ੍ਹਾਂ ਦੇ ਸੌਖੇ ਰਾਹ ਅਪਣਾਉਣ ਦੇ ਲਈ ਅਸੀਂ ਕਿਸੇ ਦੇ ਮਗਰ ਲੱਗ ਗਏ ਹੋ ਸਕਦੇ ਹਾਂ। ਪਰ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਜਿਹੜੀ ਤੜਪ ਬਰਕਰਾਰ ਸੀ ਕਿ ਅਸੀਂ ਘਰੋਂ ਕਿਹੜੇ ਕੰਮ ਤੁਰੇ ਸੀ, ਸਾਡੀ ਅਰਦਾਸ ਕੀ ਸੀ, ਵੀਜ਼ਾ ਮਿਲਣ ਵਾਲੇ ਦਿਨ ਘਰ ਦੇ ਵਿੱਚ ਜਸ਼ਨ ਕੀ ਸੀ, ਸੋ ਜਿਨ੍ਹਾਂ ਨੂੰ ਉਹ ਆਪਣੇ ਹਾਲਾਤ ਯਾਦ ਨੇ, ਮੈਂ ਕਿੱਥੋਂ ਚੱਲਿਆ ਸੀ, ਕਿੱਥੋਂ ਚੱਲੀ ਸੀ, ਉਹ ਇੱਕ ਦਿਨ ਕਾਮਯਾਬ ਹੋ ਕੇ ਰਹਿੰਦੇ ਨੇ। ਸੋ ਕਹਿਣ ਦਾ ਮਤਲਬ ਇਹ ਆ ਵੀ ਇੱਥੇ ਜਿਹੜੀ ਐਜੂਕੇਸ਼ਨ ਆ, ਐਬਿਲਿਟੀ ਆ, ਕੰਪੀਟੈਂਸੀ ਆ, ਉਹੀ ਤੇ ਸਭ ਕੁਝ ਹੈ ਜੀ। ਯੋਗਤਾ ਹੀ ਤੇ ਮਹੱਤਵ ਰੱਖ ਕੇ ਹਰ ਵਿਅਕਤੀ ਅੱਗੇ ਤੁਰਦਾ ਜੀ। ਸੋ ਇਸ ਕਰਕੇ ਜਿੰਨਾ ਵੱਡਾ ਤੁਸੀਂ ਆਪਣੀ ਸਮਰੱਥਾ ਨੂੰ, ਆਪਣੀ ਐਬਿਲਿਟੀ ਨੂੰ, ਆਪਣੀ ਸਕਿੱਲ ਨੂੰ ਕਰ ਲੋਗੇ, ਉਨਾ ਉੱਚਾ ਮੁਕਾਮ ਤੇ ਚਲੇ ਜਾਓਗੇ। ਜੌਲ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਇਹਨਾਂ 2.5 ਦਹਾਕਿਆਂ ਦੇ ਵਿੱਚ ਵੀ ਕਈ ਵਾਰ ਸੈਸ਼ਨ ਆਇਆ ਹੋਊਗਾ, ਦੁਨੀਆ ਨੇ ਮੰਦੀ ਝੱਲੀ ਹੋਊਗੀ, ਪਰ ਜਿਹੜੇ ਬੱਚੇ ਸਿਲੇਬਸ ਤੋਂ ਬਿਨਾਂ ਕੁਝ ਨਹੀਂ ਪੜ੍ਹਦੇ, ਉਹਨਾਂ ਬੱਚਿਆਂ ਦੇ ਲਈ ਇਹ ਚੀਜ਼ ਨਵੀਂ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਦੁਨੀਆ ਦੇ ਵਿੱਚ ਪਹਿਲੀ ਵਾਰੀ ਮੰਦੀ ਆ ਰਹੀ ਹੈ, ਉਹਨਾਂ ਨੂੰ ਲੱਗਦਾ ਸ਼ਾਇਦ ਪਹਿਲੀ ਵਾਰੀ ਕੰਮ ਘਟੇ ਨੇ, ਉਹ ਬਹੁਤ ਨਿਰਾਸ਼ ਹੋ ਜਾਂਦੇ ਆ। ਉਹਨਾਂ ਨੂੰ ਐਂ ਲੱਗਦਾ ਕਿ ਘਰਦਿਆਂ ਦੇ ਪੈਸੇ ਵੀ ਲਵਾਤੇ, ਇੱਥੇ ਵੀ ਆ ਗਿਆ, ਕੰਮ ਮਿਲਦਾ ਨਹੀਂ, ਫੀਸਾਂ ਕਿੱਥੋਂ ਦੇਣੀਆਂ। ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਕਿ ਭਾਈ ਉਹਨਾਂ ਨੂੰ ਕੋਈ ਸੁਨੇਹਾ ਕਿ ਭਾਈ ਅਜੇ ਸਬਰ ਕਰਕੇ ਬੈਠੋ, ਕੋਈ ਗੱਲ ਨਹੀਂ, ਜੇ ਇੱਦਾਂ ਆ ਤੇ ਮੁੜ ਕੇ ਇੱਦਾਂ ਵੀ ਆ, ਪਾਣੀ ਦੀ ਛੱਲ ਥੱਲੇ ਲੈ ਜਾਂਦੀ ਤਾਂ ਵੀ ਲਿਆਉਂਦੀ ਹੈ, ਤਾਂ ਇਹ ਬਹੁਤ ਲੰਬੀ ਚੱਲ ਸਕਦੀ ਹੈ ਜਾਂ ਛੇਤੀ ਖਤਮ ਹੋ ਸਕਦੀ ਹੈ? ਉਹ ਕਿਸ ਤਰੀਕੇ ਦਾ ਆਪਣੇ ਮਨ ਦੇ ਵਿੱਚ ਭਾਵ ਲੈ ਕੇ ਬੈਠਣ, ਕਿਉਂਕਿ ਸਬਰ ਕਰਨਾ ਪਊਗਾ ਉਹਨਾਂ ਨੂੰ, ਥੋੜ੍ਹੀ ਜਿਹੀ ਤੰਗੀ ਹੋਊਗੀ, ਪਰ ਮੁੜ ਕੇ ਦੇਸ਼ ਖੜੇ ਹੋਣਗੇ ਤਾਂ ਨੂੰ ਮੰਦੀ ਖਤਮ ਹੋਏਗੀ। ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ, ਜ਼ਿੰਦਗੀ ਹੈ ਨਾ ਜਿਹੜੀ, ਕੋਈ ਵੀ ਤੁਸੀਂ ਹਾਲਾਤ ਚੁੱਕ ਲਓ ਜੀ, ਕਦੇ ਵੀ ਇੱਕਸਾਰ ਨਹੀਂ ਚੱਲਦੀ। ਇਹ ਕਦੀ ਡਾਊਨ ਚੱਲੇਗਾ, ਕਦੀ ਅਪ ਚੱਲੇਗਾ, ਕਦੀ ਡਾਊਨ ਚੱਲੇਗਾ, ਗ੍ਰਾਫ ਨੇ ਵਧੀ ਘਟੀ ਜਾਣਾ ਜੀ, ਇੱਦਾਂ ਹੋ ਹੀ ਜਾਣਾ। ਇਹ ਸਟੇਬਿਲਿਟੀ ਹੈ ਜਿਹੜੀ ਕੁਛ ਸਮੇਂ ਲਈ ਤੇ ਮੰਨਿਆ, ਪਰ ਇਹ ਸਦਾ ਚਿਰ ਸਥਿਰ ਨਹੀਂ ਹੈ ਜੀ। ਸੋ ਇਸ ਕਰਕੇ ਨਾ ਜੀ ਵੀ ਇਹ ਵੀ ਕੋਈ ਹਾਲਾਤ ਐਸੇ ਬਣ ਜਾਣ, ਪੇਰੈਂਟਸ ਨੂੰ, ਕਮਿਊਨਿਟੀ ਨੂੰ, ਬੱਚਿਆਂ ਨੂੰ ਸਮਝਣ ਲੱਗੇ ਵੀ ਹੁਣ ਮੈਂ ਕਿੱਦਾਂ ਕਰਾਂ, ਤੇ ਫਿਰ ਸਕੂਲ ਦੇ ਵਿੱਚ ਕਈ ਵਾਰੀ ਜਿਹੜੇ ਟੀਚਰਸ ਆ ਉਹ ਮਦਦਗਾਰ ਹੁੰਦੇ ਆ। ਉਹਦੇ ਲਈ ਤਾਂ ਹੁਣ ਆਪਾਂ ਗੱਲ ਕਰ ਰਹੇ ਸੀ ਵੀ ਸਕੂਲੇ ਜਾ ਸਕਦੇ ਕਿ ਨਹੀਂ, ਟੀਚਰ ਦੱਸੂਗੇ ਕਿ ਨਹੀਂ। ਹੁਣ ਤਾਂ ਸਕੂਲ ਜਾਣ ਦੀ ਵੀ ਨਹੀਂ ਲੋੜ ਰਹੀ, ਇੰਨੀ ਟੈਕਨੋਲੋਜੀ ਹੈ, ਈਮੇਲ ਹੈ, ਤੁਹਾਡੇ ਹੱਥ ਵਿੱਚ ਫੋਨ ਹੈ, ਬਾਕੀ ਦੁਨੀਆ ਭਰ ਵਿੱਚ ਤੁਸੀਂ ਕਮਿਊਨੀਕੇਟ ਕਰ ਰਹੇ ਹੋ, ਆਪਣੇ ਸਕੂਲ ਨਾਲ ਵੀ ਕਰ ਸਕਦੇ ਹੋ। ਤੁਹਾਡੇ ਟਰਸਟੀ ਬੈਠੇ ਨੇ, ਉਹਨਾਂ ਨੂੰ 2 ਹਰਫੀ ਈਮੇਲ ਪਾਓ, ਤੁਹਾਨੂੰ ਜੋ ਉਹਦੇ ਵਿੱਚ ਸਿਸਟਮ ਦੇ ਵਿੱਚ
ਪੋਸੀਬਿਲਿਟੀਜ਼ ਹੈਗੀਆਂ ਉਹਦੇ ਬਾਰੇ ਡਿਟੇਲ ਦੇ ਵਿੱਚ ਉਸੇ ਵੇਲੇ ਦੱਸਿਆ ਜਾਂਦਾ ਹੈ। ਅਸੀਂ ਕਈ ਵਾਰ ਸਵੇਰੇ 6 ਵਜੇ ਸ਼ੁਰੂ ਹੋ ਜਾਂਦੇ ਹਾਂ, ਰਾਤ ਦੇ 10 ਵਜੇ ਤੱਕ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਾਂ। ਜਿੰਨਾ ਚਿਰ ਕੋਈ ਈਮੇਲ ਆ ਕੇ ਅਸੀਂ ਉਹਨੂੰ ਫਰਦਰ ਪ੍ਰੋਸੈਸ ਨਾ ਕਰ ਦਈਏ ਉਹਨਾਂ ਚਿਰ ਚੈਨ ਨਾਲ ਅਸੀਂ ਬੈਠਦੇ ਨਹੀਂ ਹਾਂ। ਸੋ ਇਸ ਕਰਕੇ ਇਹ ਜਿਹੜੀਆਂ ਸੰਭਾਵਨਾਵਾਂ ਮੁਸ਼ਕਲਾਂ ਦੇ ਵਿੱਚੋਂ ਕੱਢਣ ਦੇ ਲਈ ਕੈਨੇਡੀਅਨ ਸਿਸਟਮ ਦੇ ਵਿੱਚ ਅਨੇਕ ਨੇ ਜੀ, ਉਹਨਾਂ ਦਾ ਕਈ ਵਾਰੀ ਅਸੀਂ ਜਿਹੜਾ ਉਹ ਉਪਯੋਗ ਸਦ ਉਪਯੋਗ ਕਰਨ ਤੋਂ ਵਾਂਝੇ ਰਹਿ ਜਾਂਦੇ ਰਾਹ ਹੀ ਨਹੀਂ ਪਤਾ ਹੁੰਦਾ ਜਾਣਕਾਰੀ ਦੀ ਘਾਟ ਕਰਕੇ। ਪਰ ਇਹ ਰਾਹ ਪਤਾ ਵੀ ਹੁਣ ਕਿਸੇ ਨੇ ਘਰ ਆ ਕੇ ਨਹੀਂ ਨਾ ਦੱਸਣਾ ਜੀ। ਰਾਹ ਖੋਲਣ ਦੇ ਲਈ ਆਲ ਦੁਆਲ ਦੇ ਵਿੱਚ ਮਦਦ ਉਪਲਬਧ ਆ। ਜਿਨ੍ਹਾਂ ਨੇ ਉਹ ਮਦਦ ਲੈ ਲਈ ਉਹ ਕਈ ਵਾਰੀ ਸਿੱਧੇ ਰਾਹ ਪੈ ਵੀ ਜਾਂਦੇ ਆ ਜੀ। ਗਲਤ ਰਾਹਾਂ ਤੋਂ ਪਏ ਹੋਣ ਦੇ ਬਾਵਜੂਦ ਭਟਕੇ ਤੇ ਭਟਕੀਆਂ ਕਈ ਵਾਰੀ ਉਹਨਾਂ ਦਾ ਰਾਹ ਬਦਲ ਜਾਂਦਾ ਜੀ। ਉਹ ਠੀਕ ਰਸਤੇ ਤੇ ਆ ਜਾਂਦੇ ਆ ਜੇ ਠੀਕ ਸਮੇਂ ਤੇ ਢੁਕਵੇਂ ਸਮੇਂ ਤੇ ਉਹਨਾਂ ਨੇ ਠੀਕ ਐਡਵਾਈਸ ਲੈ ਲਈ ਤੇ। ਸੋ ਇਸ ਕਰਕੇ ਸਕੂਲ ਸਿਸਟਮ ਦੇ ਵਿੱਚ ਕੋਈ ਮੁਸ਼ਕਲ ਹੋਵੇ, ਟੀਚਰਸ ਹੈਗੇ ਆ, ਪ੍ਰਿੰਸੀਪਲਸ ਹੈਗੇ ਆ, ਤੁਹਾਡੇ ਸੁਪਰਿੰਟੈਂਡੈਂਟ ਹੈਗੇ ਆ, ਤੁਹਾਡਾ ਸਕੂਲ ਟਰਸਟੀ ਹੈਗਾ, ਇਸੇ ਕਰਕੇ ਤੁਸੀਂ ਉਹਨਾਂ ਨੂੰ ਇਲੈਕਟ ਕੀਤਾ ਹੈ। ਸੋ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਅੱਜ ਨਹੀਂ ਬਿਲਕੁਲ ਉਹ ਗੱਲ ਸੁਣੀ ਜਾ ਸਕਦੀ ਕਿ ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਦੱਸਿਆ ਨਹੀਂ, ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਦੱਸਿਆ ਨਹੀਂ, ਪਰ ਪੁੱਛਣਾ ਸਭ ਤੋਂ ਜ਼ਰੂਰੀ ਹੈ। ਜੌਲ ਸਾਹਿਬ ਬਹੁਤ ਸ਼ੁਕਰੀਆ। ਅਗਲੀ ਵਾਰੀ ਫੇਰ ਕੁਝ ਮੁੱਦੇ ਹੋਰ ਰਹਿ ਗਏ ਬਰੈਂਪਟਨ ਦੇ ਵਿੱਚ, ਕਈ ਕੁਝ ਚੱਕਿਆ ਜਾ ਰਿਹਾ, ਵਿਦੇਸ਼ਾਂ ਨੂੰ ਭੇਜਿਆ ਜਾ ਰਿਹਾ, ਉਹ ਆਪਾਂ ਫੇਰ ਕਿਸੇ ਦਿਨ ਗੱਲ ਕਰਨੀ ਹੈ ਕਿਉਂਕਿ ਲੋਕ ਸਵੇਰ ਨੂੰ ਉੱਠ ਕੇ ਦੇਖਦੇ ਘਰ ਮੂਹਰੇ ਕਾਰ ਹੀ ਹੈ ਨਹੀਂ। ਪਰ ਅੱਜ ਸਮੇਂ ਦੀ ਸਮਾਪਤੀ ਹੈ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਮਵੀਰ ਜੀ ਤੁਹਾਡਾ। ਮੈਨੂੰ ਯਾਦ ਹੈ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਬੜੀ ਮਿਹਨਤ ਕੀਤੀ ਹੈ। ਤੁਸੀਂ ਆਪਣੀ ਯੋਗਤਾ, ਆਪਣੀ ਸਟੱਡੀ, ਆਪਣੀ ਐਜੂਕੇਸ਼ਨ ਦੇ ਵਿੱਚ ਬੁਲੰਦੀ ਨੂੰ ਛੂਹਿਆ। ਉਸ ਦੇ ਵਿੱਚ ਇਹ ਅੱਜ ਵੀ ਹੁਣ ਆਪਣੀ ਤੁਸੀਂ ਯੋਗਤਾ ਕਰਕੇ ਦੇਖੋ ਇਹ ਪ੍ਰਾਈਮ ਏਸ਼ੀਆ ਟੈਲੀਵਿਜ਼ਨ 'ਤੇ ਤੁਸੀਂ ਕਿੱਥੋਂ ਤੱਕ ਪਹੁੰਚੇ ਹੋ। ਸੋ ਸਾਨੂੰ ਬੜਾ ਮਾਣ ਹੈ ਤੁਹਾਡੀ ਇਸ ਸਾਰੀ ਕਾਰਗੁਜ਼ਾਰੀ ਦੇ ਉੱਤੇ। ਤੁਹਾਡੀ ਸਾਰੀ ਜਿਹੜੀ ਕਾਰਗੁਜ਼ਾਰੀ ਅੱਜ ਵੀ ਸਾਡੀ ਇਸ ਕਮਿਊਨਿਟੀ ਨੂੰ, ਸਾਡੇ ਅਗਲੇ ਭਵਿੱਖ ਨੂੰ, ਬੱਚਿਆਂ ਨੂੰ, ਨੌਜਵਾਨਾਂ ਨੂੰ ਅਪਲਿਫਟ ਕਰਨ ਵਾਸਤੇ ਹੈ। ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਉਹ ਜਿਹੜੀ ਤੁਹਾਡੀ ਤੜਪ ਜਿਹੜੀ ਉਹ ਪਤਾ ਲੱਗਦੀ ਵੀ ਤੁਸੀਂ ਕਮਿਊਨਿਟੀ ਨੂੰ ਐਜੂਕੇਟ ਕਰਨਾ ਚਾਹੁੰਦੇ ਹੋ। ਇਹ ਸਭ ਕੁਝ ਜੋ ਤੁਸੀਂ ਕਰ ਰਹੇ ਹੋ ਤੇ ਤੁਹਾਡੇ ਟੈਲੀਵਿਜ਼ਨ ਦੇ ਰਾਹੀਂ ਕਰ ਰਹੇ ਹੋ। ਅਸੀਂ ਇਹ ਟੈਲੀਵਿਜ਼ਨ ਦੀ ਸਮੁੱਚੀ ਸੰਸਥਾ ਦਾ, ਤੁਹਾਡੀ ਟੀਮ ਦਾ ਵੀ ਧੰਨਵਾਦ ਕਰਦੇ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਿਹਰਬਾਨੀ, ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਸੋ ਸਰਦਾਰ ਸਤਪਾਲ ਸਿੰਘ ਜੌਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਉਹ ਹੋ ਰਹੀ ਸੀ ਤੇ ਇਹ ਅੱਗੇ ਹੁੰਦੀ ਰਹੂਗੀ ਕਿਉਂਕਿ ਆਪਣੇ ਭਾਈਚਾਰੇ ਦੀ ਜਿਸ ਤਰੀਕੇ ਗਿਣਤੀ ਵੱਧ ਰਹੀ ਹੈ ਉਸੇ ਤਰੀਕੇ ਚੁਣੌਤੀਆਂ ਵੱਧ ਰਹੀਆਂ ਨੇ। ਤਰੱਕੀ ਜਦੋਂ ਬਿਲਡਿੰਗ ਤਾਂ ਨੂੰ ਜਾਂਦੀ ਹੈ ਤੇ ਉਦੋਂ ਕਈ ਵਾਰੀ ਵਿੰਗੀ ਹੁੰਦੀ ਹੈ, ਫਿਰ ਉਹਨੂੰ ਸਿੱਧੀ ਕਰਨੀ ਪੈਂਦਾ, ਫਿਰ ਉੱਥੇ ਸਾਹ ਲਾ ਕੇ ਦੇਖੀ ਦੀ ਹੈ। ਹੁਣ ਇਹ ਸਾਹ ਲਾਉਣ ਦਾ ਸਮਾਂ ਜਿਹੜਾ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਲਿਆ ਗਿਆ। ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ, ਚੰਗਾ ਹੋ ਗਿਆ ਕਿ ਮਾੜਾ ਹੋ ਗਿਆ, ਉਹਦੇ ਵਿੱਚ ਆਪਣੇ ਭਾਈਚਾਰੇ ਦੀ ਕਾਰਗੁਜ਼ਾਰੀ ਕਿੱਥੇ ਕੁ ਹੈ। ਭੰਗ ਦੇ ਠੇਕਿਆਂ ਤੋਂ ਲੈ ਕੇ ਆਪਾਂ ਸਕੂਲੀ ਸਿਸਟਮ ਦੇ ਵਿੱਚ ਕਿ ਮਾਂ-ਬਾਪ ਦੀ ਇਸ ਵੇਲੇ ਰਿਸਪੌਂਸੀਬਿਲਟੀ ਕੀ ਹੈ, ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਦੇ ਉੱਤੇ ਜੌਲ ਸਾਹਿਬ ਨੇ ਜਿਹੜਾ ਉਹ ਜ਼ੋਰ ਦਿੱਤਾ, ਉਹ ਸਾਰੀਆਂ ਚੀਜ਼ਾਂ ਬਹੁਤ ਧਿਆਨ ਮੰਗਦੀਆਂ। ਹੋ ਸਕਦਾ ਪਹਿਲੀ ਵਾਰੀ ਕਈਆਂ ਨੂੰ ਕੋਈ ਚੀਜ਼ ਅੱਖਰੇ ਰੜਕ ਜੀ ਪਵੇ, ਧੱਫੜ ਪਿਆ ਹੋਵੇ, ਐਂ ਬਾਂਹ 'ਤੇ ਹੱਥ ਫੇਰੀਏ ਤਾਂ ਉਭਾਰ ਜਿਹਾ ਆਇਆ ਹੁੰਦਾ। ਉਹ ਧੱਫੜ ਪਤਾ ਲੱਗ ਜਾਣਾ ਬਹੁਤ ਜ਼ਰੂਰੀ ਹੈ। ਜੇ ਉਹਨੂੰ ਬਿਨਾਂ ਪਤਾ ਲਾਇਆ ਖਨੂੰਦੇ ਰਹੀਏ ਤਾਂ ਉਹ ਜ਼ਖਮ ਬਣ ਜਾਂਦਾ ਕਈ ਵਾਰੀ। ਸੋ ਉਸ ਧੱਫੜ ਦਾ ਪਤਾ ਲਾਉਣਾ ਇਸ ਵੇਲੇ ਬਹੁਤ ਜ਼ਰੂਰੀ ਹੋ ਗਿਆ। ਤੁਹਾਡੀ ਕੋਈ ਵੀ ਟਿੱਪਣੀ ਹੋਵੇ, ਕੋਈ ਵੀ ਸਵਾਲ ਹੋਵੇ, ਵਧੀਆ ਪੰਜਾਬੀ ਭਾਸ਼ਾ ਜਿਹੜੀ ਟੱਬਰ 'ਚ ਬੈਠ ਕੇ ਪੜ੍ਹੀ ਜਾ ਸਕੇ, ਉਹ ਟਿੱਪਣੀ ਤੁਸੀਂ ਕਰ ਦਿਓ। ਕੋਈ ਸਵਾਲ ਹੋਵੇ ਉਹ ਵੀ ਤੁਸੀਂ ਹੇਠਾਂ ਕਰ ਦਿਓ। ਅਗਲੀ ਵਾਰ ਆਪਾਂ ਮਹੀਨੇ ਖੰਡ ਤੱਕ ਜੌਲ ਸਾਹਿਬ ਦੇ ਨਾਲ ਫੇਰ ਗੱਲਬਾਤ ਕਰ ਲਾਂਗੇ। ਸੋ ਇੱਥੇ ਦਿਓ ਪਰਮਜੀਤ ਸਿੰਘ ਬਾਟ ਨੂੰ ਆ ਕੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।